ਲਓ ਜੀ, ਕੋਈ ਕਹਿੰਦਾ ਕਿ ਲੁੱਕਆਊਟ ਨੋਟਿਸ ਜਾਰੀ ਹੋ ਗਿਆ ਤੇ ਦੂਸਰੇ ਪਾਸਿਓਂ ਦਾਅਵਾ ਕਿ ਵੀ ਬੰਦਾ ਤੇ ਹਲਕੇ 'ਚ ਆ। ਕੋਈ ਕਹਿੰਦਾ ਭਾਈ ਸਾਹਿਬ ਪਹਿਲਾਂ ਕਹਿੰਦੇ ਸੀ ਜਾਂਚ ਹੋਣੀ ਚਾਹੀਦੀ ਆ, ਹੁਣ ਸਹਿਯੋਗ ਨਹੀਂ ਕਰਦੇ। ਕੋਈ ਕਹਿੰਦੇ ਅਸੀਂ ਤਾਂ ਕੀਤਾ ਨਹੀਂ ਜੀ, ਪਰਮੇਸ਼ਰ ਕਰ ਰਿਹਾ। ਇਹ ਕਈ ਕੁਛ ਆ ਬਿਆਨ, ਇਹ ਸਾਰਾ ਕੁਛ ਅੱਜ ਆਪਾਂ ਖੰਗਾਲਣ ਦੀ ਕੋਸ਼ਿਸ਼ ਕਰ ਲਾਂਗੇ। ਇਸ ਤੋਂ ਇਲਾਵਾ ਇਹ ਵੀ ਚਰਚਾ ਵੀ ਕੋਈ ਪੁਰਾਣੇ ਬੰਦੇ ਫਿਰ ਪੁਰਾਣਿਆਂ ਨੂੰ ਮਿਲਣਗੇ, ਕੁਛ ਨਵੇਂ ਬੰਦੇ ਨਵਿਆਂ ਨੂੰ ਮਿਲਣ ਤੋਂ ਮੁਨਕਰ ਹੋ ਗਏ ਅਤੇ ਕੁਛ ਪੁਰਾਣੇ ਬੰਦੇ ਗਾਂ ਨਵਿਆਂ ਨੂੰ ਮਿਲਣ ਦੇ ਵਿੱਚ ਗੱਲ ਜੀ ਕਰਦੇ ਫਿਰਦੇ ਆ। ਇਸ਼ਾਰੇ ਮੈਂ ਤੁਹਾਨੂੰ ਤਾਂ ਦਿੱਤੇ ਆ ਵੀ ਪੂਰੀ ਗੱਲ ਡਿਟੇਲ 'ਚ ਆਪਾਂ ਪ੍ਰੋਗਰਾਮ 'ਚ ਕਰਨੀ ਆ। ਪ੍ਰੋਗਰਾਮ ਪ੍ਰਾਈਮ ਫੋਕਸ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਤੇ ਮੈਂ ਗੁਰਪ੍ਰੀਤ ਸੰਧਾਵਾਲੀਆ, ਨਾਲ ਵਾਲਾ ਵੀਰ ਵੀ ਮੇਰਾ ਉਹੀ ਪਰਮਵੀਰ ਬਾਠ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਾਓ ਸਿਹਤਾਂ ਠੀਕ ਨੇ, ਵਧੀਆ ਦੌੜ ਭੱਜ ਲੱਗੀ ਆ। ਨਹੀਂ ਇਹੋ ਹੀ ਚਾਹੀਦਾ, ਹੋਰ ਕੀ ਲੈ ਜਾਣਾ। ਦੇਖੋ ਦੁਨੀਆ ਤੋਂ ਇਹੋ 4 ਦਿਨ ਵੋਟਾਂ ਦੇ ਇੱਕ ਨਾ ਪੈ ਗਈਆਂ, ਇਹ ਲੋਕ ਵੀ ਵਿਹਲੇ, ਅਸੀਂ ਵੀ ਵਿਹਲੇ, ਮਤਲਬ ਲੀਡਰ ਵਿਹਲੇ। ਹਾਂ ਤੁਸੀਂ ਕਦੇ ਮੂੰਹੋਂ ਨਿਕਲ ਜਾਂਦਾ। ਅਸਲ 'ਚ ਲੋਕ ਤਾਂ ਨਹੀਂ ਵਿਹਲੇ ਹੁੰਦੇ, ਲੋਕ ਤਾਂ ਫਿਰ ਕੰਮੀ ਲੱਗ ਜਾਂਦੇ, ਰੋਟੀ ਘਰੋਂ ਖਾਣੀ ਪੈਂਦੀ ਆ। ਤੁਸੀਂ ਜ਼ਰੂਰ ਵਿਹਲੇ ਹੋ ਜਾਂਦੇ ਤਨਖਾਹ ਲੈਣ ਨੂੰ, ਇੱਕ ਦਿਨ ਮਹੀਨੇ ਹੀ ਤੁਹਾਨੂੰ ਕੰਮ ਹੁੰਦਾ। ਜਿੱਦਣ ਤਨਖਾਹ ਖਾਤੇ 'ਚ ਆ ਜਾਂਦੀ ਹੈ ਉਹਦੇ ਤੋਂ ਬਾਅਦ ਤੁਸੀਂ ਮਾੜੇ ਮੋਟੇ ਬਿੱਲ ਬੱਤੀਆਂ ਦੇਖ ਕੇ ਤਾਂ ਮੁੜ ਕੇ ਖੱਡਾਂ ਨੂੰ ਹੋ ਜਾਣਾ। ਨਹੀਂ, ਖੱਡਾਂ ਵਾਲਾ ਕੰਮ ਤਾਂ ਖਤਮ ਕਰਤਾ ਹੁਣ। ਅੱਛਾ, ਕਰ ਕੋਈ ਗੱਲ ਚੱਲ ਪਈ ਹੈ ਵੀ 5.5 ਰੁਪਏ 5.5 ਰੁਪਏ 5.5 ਰੁਪਏ। 3 ਫੁੱਟ 'ਚ ਮਿੱਟੀ ਪਟਾਉਣੇ ਵੀ ਫਰੀ, ਮੁਫਤ, ਬਿਨਾਂ ਮਸ਼ੀਨ ਤੋਂ। ਹਾਂ, ਬੱਤੀ ਵੀ ਫਰੀ। ਹੋਰ ਦੱਸੋ ਕੀ ਕੁਛ ਚਾਹੀਦਾ। ਮੈਂ ਤੁਹਾਨੂੰ ਫੋਟੋ ਭੇਜੀ ਹਜੇ ਵੀ, ਜੇ ਕੋਈ ਮਸਲਾ ਹੈਗਾ ਤੇ। ਮੈਂ ਕਹਿੰਦਾ ਕਿ ਜਿਹੜੇ ਮੁੰਡੇ ਟੈਂਕੀਆਂ 'ਤੇ ਚੜ੍ਹੇ ਆ ਉਹਨਾਂ ਨੂੰ ਇਹ ਹੈਗੇ ਯਾਰ ਘਰੋਂ ਰੇਤਾ ਹੀ ਲੈ ਆਓ, ਮਿੱਟੀ ਪੱਟ ਲਓ ਖੇਤਾਂ ਦੇ ਵਿੱਚੋਂ, ਐਵੇਂ ਸਾਡੀ ਪੱਟੀ ਜਾਂਦੇ ਹੋ ਹੈ ਨਾ ਵੀ ਖੇਤਾਂ 'ਚ। ਅੱਛਾ ਗੱਲ ਸਾਹਿਬ, ਵਟਸਐਪ ਇੱਦਾਂ ਵੀ ਉਹ ਗੱਲ ਜਿਹੜੀ ਚੀਜ਼ ਦਾ ਡਰ ਸੀ ਕਰਾ ਕੇ ਹਟਣਾ ਸੀ ਦੁਨੀਆ ਨੇ, ਅਖੀਰ ਅਗਲੇ ਕਰਤੀ। ਬਿਲਕੁਲ ਠੀਕ। ਉਹ ਕਹਿੰਦੇ ਚੰਗਾ ਫਿਰ ਆਹ ਲਓ ਲਾਤਾ ਇਹ ਬੋਰਡ, ਹੁਣ ਦੱਸੋ। ਦੂਰੋਂ ਪਛਾਣ ਆਉਂਦੀ ਆ, ਹੁਣ ਹਾਰ ਨੂੰ ਵੀ ਵੱਜਦਾ ਜਾਂਦਾ ਉਸੇ ਤਰ੍ਹਾਂ ਹੀ। ਅਤੇ ਜਦੋਂ ਬੰਦਾ ਪਹਿਲਾਂ ਕਹਿੰਦਾ ਇਹਨੂੰ ਪਤਾ ਨਹੀਂ ਕਾਹਦੀ ਕਾਹਲੀ, ਜਦੋਂ ਅਗਲੇ ਪਾਂ ਪੂੰ ਕਰਕੇ ਅਗਲੇ ਪਾਸੇ ਲਾ ਦਿੰਦੇ ਆ, ਗੱਡੀ ਮਗਰਲੇ ਪਾਸੇ ਲੱਗ ਜਾਂਦੀ ਆ। ਫਿਰ ਅਚਾਨਕ ਮਗਰਲੇ ਸ਼ੀਸ਼ੇ ਦੇ ਉੱਪਰ ਜਿੱਥੇ ਹੁੰਦੀਆਂ ਨਾ ਬੱਸ ਦੇ ਉੱਪਰ ਦੋਵੇਂ ਪਾਸਿਓਂ ਚੜ੍ਹਨ ਵਾਲੀਆਂ ਪੌੜੀਆਂ, ਉਹਨਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਹੈ, ਉੱਥੇ ਫਿਰ ਵੱਡੀ ਸਾਰੀ ਫੋਟੋ ਨਜ਼ਰ ਆਉਂਦੀ ਹੈ ਅਤੇ ਹੱਥ ਜੋੜਿਆ, ਨੀਲੀ ਪੱਗ ਆ ਅਤੇ ਨਾਲ ਲਿਖਿਆ ਗੱਲ ਪੰਜਾਬ ਦੀ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਆ, ਹੁਣ ਨਵੇਂ ਤਰ੍ਹਾਂ ਦੀਆਂ ਹਦਾਇਤਾਂ ਹੋਣੀਆਂ ਬਾਦਲ ਸਾਹਿਬ ਨੇ ਦਿੱਤੀਆਂ ਆਪਣੀ ਟਰਾਂਸਪੋਰਟ ਦੇ ਬੱਸ ਡਰਾਈਵਰਾਂ ਨੂੰ ਕਿ ਭਾਈ ਗੱਡੀ ਹੌਲੀ ਚਲਾਉਣੀ ਹੈ, ਘੱਟੋ ਘੱਟ ਇੰਨੀ ਹੌਲੀ ਚਲਾਉਣੀ ਹੈ ਕਿ ਜਿਹੜੀ ਵੀ ਗੱਡੀ ਨੂੰ ਤੁਸੀਂ ਕੱਟੋ, ਜਿਹਦੇ ਵੀ ਕੋਲ ਦੇ ਲੰਘੋ, ਉਹਨੂੰ ਚੰਗੇ ਤਰੀਕੇ ਤਸਵੀਰ ਦੇਖਣ ਦਾ ਮੌਕਾ ਮਿਲੇ ਕਿ ਕਿਹਦੀ ਤਸਵੀਰ ਹੈ। ਹਾਂ, ਹੁਣ ਸਰਕਾਰੀ ਬੱਸਾਂ ਦੀ ਗਿਣਤੀ ਤਾਂ ਘਟ ਗਈ ਜਿਨ੍ਹਾਂ ਦੇ ਉੱਤੇ ਚੰਨੀ ਸਾਹਿਬ ਦੀਆਂ ਫੋਟੋ ਲੱਗੀਆਂ, ਪ੍ਰਾਈਵੇਟ ਬੱਸਾਂ ਦੀ ਗਿਣਤੀ ਵਧੀ ਹੋਆ ਅਤੇ ਅਗਲਿਆਂ ਨੇ ਫਿਰ ਆਪਣੀਆਂ ਬੱਸਾਂ ਦੇ ਉੱਤੇ ਆਪਣੀਆਂ ਫੋਟੋ ਲਾ ਲਈਆਂ। ਉਹ ਕਹਿੰਦੇ ਹਾਈ ਕੋਰਟ ਤੋਂ ਚਲਵਾਈਆਂ ਨੇ ਅਤੇ ਆਹ ਫੋਟੋ ਲਾਈਆਂ ਨੇ ਅਤੇ ਕਰੋ ਗੱਲ। ਹਾਂ, ਇਹਦੇ ਪਿੱਛੇ 2-3 ਲੌਜਿਕ ਨੇ। ਹੁਣ ਪਤਾ ਨਹੀਂ ਰੱਬ ਜਾਣੇ ਕਿਹੜੀ ਗੱਲ ਸੱਚੀ ਕਿਹੜੀ ਝੂਠੀ। ਪਹਿਲਾ ਲੌਜਿਕ ਤਾਂ ਇਹ ਆ ਕਿ ਉਹ ਕਹਿੰਦੇ ਵੀ ਤਾਂ ਜੋ ਬੰਦੇ ਸਾਰੇ ਕਾਂਗਰਸ ਪਾਰਟੀ ਵਾਲੇ ਵੇਖ ਲੈਣ ਵੀ ਆਹ ਸਾਡੇ ਵਾਲੀ ਜਾਂਦੀ ਹੋ ਜੀ, ਇਹ ਤੁਹਾਡੇ ਵਾਲਿਆਂ ਨੇ ਬੰਦ ਕੀਤੀ ਸੀ ਅਤੇ ਸਾਡੇ ਵਾਲਿਆਂ ਨੇ ਹੁਣ ਚਲਾਈ ਜੀ, ਅਤੇ ਤੁਸੀਂ ਇਹ ਦੇਖ ਲਓ ਵੀ ਕਿੱਦਾਂ ਜਾਂਦੀ ਉਹ ਲੈਣ ਸਿਰ। ਦੂਜੀ ਗੱਲ ਉਹ ਇਹ ਕਹਿੰਦੇ ਆ ਵੀ ਦੇਖੋ ਚੰਨੀ ਸਾਹਿਬ ਨੇ ਕਿਉਂਕਿ ਸ਼ੁਰੂਆਤ ਕੀਤੀ, ਜਿੱਦਾਂ ਉਹ ਕਹਿੰਦੇ ਵੀ ਯਾਰ ਤੁਸੀਂ ਇੱਦਾਂ ਕਿਉਂ ਕੀਤਾ, ਉਹ ਕਹਿੰਦੇ ਸ਼ੁਰੂਆਤ ਕਿਹਨੇ ਕੀਤੀ। ਇਹ ਖੈਰ ਚੰਨੀ ਸਾਹਿਬ ਤੋਂ ਪਹਿਲਾਂ ਕੈਪਟਨ ਸਾਹਿਬ ਦੀਆਂ ਫੋਟੋਆਂ ਲੱਗੀਆਂ ਸੀ ਸਰਕਾਰੀ ਬੱਸਾਂ ਦੇ ਮਗਰ। ਉਹ ਕਹਿੰਦੇ ਵੀ ਹੁਣ ਜਿਹੜੀਆਂ ਤੁਹਾਡੇ ਵਾਲੀਆਂ ਤੁਸੀਂ ਲਾ ਲਓ ਉਹਨਾਂ ਪਿੱਛੇ ਫੋਟੋ, ਜਿਹੜੀਆਂ ਫਿਰ ਸਾਡੇ ਵਾਲੀਆਂ ਸੀ ਉਹਨਾਂ ਪਿੱਛੇ ਲਾ ਲੈਣੇ। ਨਾਲੇ ਬਾਦਲ ਸਾਹਿਬ ਨੂੰ ਸੁਖਬੀਰ ਸਿੰਘ ਹੋਰਾਂ ਨੂੰ ਜਦੋਂ ਪੁੱਛਦੇ ਆ ਕੋਈ, ਉਹ ਕਹਿੰਦੇ ਹੈਗੀ ਆ ਟਰਾਂਸਪੋਰਟ, ਹੁਣ ਪਾਈਆਂ ਬੱਸਾਂ। ਹਾਂ, ਬੱਸਾਂ ਸਾਡੀਆਂ ਕਾਗਜ਼ੀ ਪੱਤਰੀਆਂ, ਗੱਲ ਕਿਹੜੀ ਹੈ। ਪਹਿਲਾਂ ਕੋਈ ਬੱਸ ਆਉਂਦੀ ਹੁੰਦੀ ਸੀ ਜਾਂ ਜਾਂਦੀ ਹੁੰਦੀ ਸੀ ਤਾਂ ਉਹ ਲਿਖਿਆ ਹੁੰਦਾ ਸੀ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਜਾਂ ਇੱਧਰਲੇ ਪਾਸਿਓਂ ਪਟਿਆਲਾ, ਚੰਡੀਗੜ੍ਹ ਜਾਂ ਮੋਹਾਲੀ, ਇਹ ਸਾਰਾ ਕੁਝ ਲਿਖਿਆ ਹੁੰਦਾ ਸੀ। ਅਤੇ ਅੱਜ ਕੱਲ੍ਹ ਪਛਾਣ ਇੱਦਾਂ ਨਹੀਂ ਹੁੰਦੀ। ਉਹ ਕਹਿੰਦੇ ਉਹ ਨੀਲੀ ਪੱਗ ਵਾਲਿਆਂ ਦੀ ਫੋਟੋ ਜਿਹਦੇ ਲੱਗੀ ਆ, ਬੀਬੀ ਉਹ ਬੱਸ 'ਚ ਚੜ੍ਹਨਾ ਹੀ, ਕਿਤੇ ਦੂਸਰੀ ਬੱਸ 'ਚ ਨਾ ਚੜ੍ਹ ਜੀ ਜਿਹਦੇ ਵਿੱਚ ਚਿੱਟੀ ਪੱਗ ਵਾਲੀ ਫੋਟੋ ਲੱਗੀ ਆ, ਚਿੱਟੀ ਜਾਂ ਲਾਲ ਪੱਗ, ਲੋਈ ਵਾਲੀ ਫੋਟੋ। ਅਤੇ ਉਹ ਸਾਰੀਆਂ ਚੀਜ਼ਾਂ ਦੇ ਹਿਸਾਬ ਕਿਤਾਬ ਦੇ ਨਾਲ ਕੰਮ ਹੋ ਗਿਆ। ਪਰ ਕੋਈ ਗੱਲ ਨਹੀਂ, ਪੰਜਾਬ ਦੇ ਲੋਕ ਹੁਣ ਇਹ ਸਮਝ ਲੈਣ ਕਿ ਭਾਵੇਂ ਘਰ ਘਰ ਗੱਲ ਚੱਲੀ ਹੈ, ਭਾਵੇਂ ਪੰਜਾਬ ਦੀ ਗੱਲ ਹੈ, ਪਰ ਲੋਕਾਂ ਦੀ ਗੱਲ ਗੁੱਲ ਨਹੀਂ ਕਿਤੇ ਲੱਗਦੀ। ਲੋਕ ਤਾਂ ਹੁਣ ਮਤਲਬ ਵੀ ਘਰ ਘਰ ਬਹਿ ਕੇ ਆਪਸ 'ਚ ਗੱਲਾਂ ਕਰਨ ਲੱਗ ਪਿਆ ਵੀ ਭੈਣੇ ਹੋਊਗਾ ਕੀ ਆਪਣਾ ਹੁਣ, ਭੈਣੇ ਆਹ ਕੀ ਅਸੀਂ ਗੱਲ ਹੈ। ਪਰ ਚਲੋ ਇਹ ਹੁਣ ਇੱਥੇ ਅਸੀਂ ਤਾਂ ਇਹ ਗੱਲ ਸ਼ੁਰੂ 'ਚ ਕਰ ਲਈ ਵੀ ਇਹ ਨਾ ਬੜੀ ਦੇਰ ਤੋਂ ਭੇਤ ਸੀ, ਉਹ ਤੈਨੂੰ ਨਹੀਂ ਪਤਾ ਇਹ ਉਹਨਾਂ ਦੀ ਉਹਨਾਂ ਆਖਿਆ ਵੀ ਯਾਰ ਐਵੇਂ ਹਿਸਾਬ ਤੁਸੀਂ ਜ਼ਰੂਰ ਲਾਉਣਾ। ਹੁਣ ਤਾਂ ਤੁਹਾਨੂੰ ਸੜਕ 'ਤੇ ਜਾਂਦੀ ਨਜ਼ਰ ਆਏ ਨਹੀਂ ਵੀ ਇਹ ਸਾਡੀ। ਹੋਰ ਦੱਸ। ਨਹੀਂ ਵੈਸੇ ਵੀ ਹੁਣ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਬੜੇ ਪੁਰਾਣੇ ਲੀਡਰ ਨੇ, ਉਹ ਘਰੇ ਬੈਠੇ ਸਲਾਹ ਕਰਦੇ ਹੋਣੇ ਆ, ਕਾਕਾ ਫੇ ਕੀ ਕਹਿ ਬੈਠੇ ਸੀ ਉਦੋਂ, ਕਿਹੜੀ ਗੱਲ ਕੀਤੀ ਸੀ ਉਦੋਂ ਜਦੋਂ ਪਾਰਟੀ ਨਵੀਂ ਬਣਾਈ ਹੈ,
ਗਏ ਵੀ ਸੀ, ਮੱਥਾ ਟੇਕਣ, ਅਰਦਾਸ ਕੀਤੀ ਸੀ, ਸ਼ੁਕਰਾਨਾ ਵੀ ਕੀਤਾ ਸੀ, ਕੁਝ ਅਹਿਦ ਕੀਤੇ ਸੀ। 2 ਅਹਿਦ ਵਾਲੇ ਤਾਂ ਪਹਿਲਾਂ ਹੀ ਲਾਂਭੇ ਹੋ ਗਿਆ, ਆਪਾਂ ਵਿਚਾਲੇ ਵਾਲੇ ਰਹਿ ਗਏ ਹਾਂ ਵੀ ਹੁਣ ਕੀ ਵਾਪਸੀ, ਘਰ ਵਾਪਸੀ ਹੋ ਸਕਦੀ ਹੈ। ਉਹਨਾਂ ਵਾਲੀ ਬੱਸ ਦੇ ਵਿੱਚ ਦੇਖਦਾ ਕੋਈ ਸੀਟ ਸੂਟ ਖਾਲੀ ਹੈਗੀ ਹੈ ਖਡੂਰ ਸਾਹਿਬ ਵਾਲੀ, ਤੇ ਰੌਲਾ ਪੈਂਦਾ ਹੈ ਕਿ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਤੇ ਟਕਸਾਲੀ ਬਣਾਇਆ ਸੀ, ਜਿਹੜੇ ਕਹਿੰਦੇ ਸੀ ਕਿ ਭਾਈ ਉਹ ਅਕਾਲੀ ਦਲ ਤਾਂ ਟੱਬਰ ਦਾ ਰਹਿ ਗਿਆ, ਅਸਲ ਅਕਾਲੀ ਦਲ ਆਇਆ ਇਹਨੂੰ ਪੁਨਰ ਸੁਰਜੀਤ ਕਰਨਾ ਤੇ ਸਾਰੇ ਸਮਾਗਮ ਮਨਾਵਾਂਗੇ। ਦਿੱਲੀੋਂ ਲੀਡਰ ਲਿਆ ਕੇ ਪੰਜਾਬ ਦੇ ਵਿੱਚ ਵੱਡੇ ਸੈਮੀਨਾਰ ਕਰਦੇ ਹੁੰਦੇ ਸੀ ਤੇ ਕਹਿੰਦੇ ਸੀ ਰਜਿਸਟ੍ਰੇਸ਼ਨ ਕਰਾ ਲੈਣੀ ਹੈ। ਹੁਣ ਪਤਾ ਲੱਗਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਸ਼ਾਇਦ ਦੁਬਾਰਾ ਉਸੇ ਬੱਸ ਦੀ ਉਸੇ ਸੀਟ ਦੇ ਉੱਤੇ ਬੈਠਣ ਦੀ ਕੋਸ਼ਿਸ਼ ਕਰਨਗੇ। ਅਗਲਿਆਂ ਤੋਂ ਸਵਾਗਤ ਕਰਨਾ ਹੀ ਹੈ। ਨਹੀਂ ਤੇ ਦੇਖੋ ਗੱਲ ਪਤਾ ਕੀ ਹੈ, ਪਹਿਲਾ ਚੱਕਰ ਹੋਰ ਸੀਗਾ ਸਰਦਾਰ ਜੀ। ਪਹਿਲਾ ਚੱਕਰ ਇਹ ਸੀ ਵੀ ਬੱਸ ਜਦੋਂ ਉਦੋਂ ਰੌਲਾ ਪਿਆ, ਇਕੱਲੇ ਤੁਸੀਂ ਅੱਜ ਵੀ ਬਿਆਨ ਸੁਣ ਲਓ, ਉਦੋਂ ਜਲੰਧਰ ਵਾਲੇ ਸਟੂਡੀਓ 'ਚ ਆਪਣੇ ਬ੍ਰਹਮਪੁਰਾ ਸਾਹਿਬ ਆ ਇੱਦਾਂ ਹੀ ਬੈਠਿਆਂ ਗੱਲਾਂ ਉਹਨਾਂ ਕੀਤੀਆਂ। ਉਹ ਕਹਿੰਦੇ ਕਿੱਥੇ ਹੁਣ ਹੈ ਨਹੀਂ ਉਹ ਗੱਲਾਂ। ਸਾਡੀ ਜੋ ਬਾਦਲ ਸਾਹਿਬ ਨਾਲ ਸਾਂਝ ਹੁੰਦੀ ਹੈ ਨਾ, ਗਾਂ ਮੁੰਡੇ ਤੇ ਪੱਲਿਆਂ ਹੀ ਬੰਨ੍ਹਦੇ, ਕੋਈ ਕਰੀਏ ਕੀ ਨਾ ਦੱਸੋ। ਪਰ ਆਪਾਂ ਇਹ ਦੇਖਿਆ ਵੀ ਪਿਛਲੇ ਦਿਨੀ ਦੁਬਾਰਾ ਵੱਡੇ ਬਾਦਲ ਸਾਹਿਬ ਨੂੰ ਇੱਕ ਵਾਰ ਫਿਰ ਪੇਸ਼ ਕੀਤਾ ਗਿਆ ਮੀਡੀਆ ਸਾਹਮਣੇ। ਈਵਨ ਉਹਨਾਂ ਦੇ ਆਪਣੇ ਹਲਕੇ ਲੰਬੀ ਦੇ ਵਿੱਚ ਉਹਨਾਂ ਦੀ ਮਤਲਬ ਇੱਕ ਤਰ੍ਹਾਂ ਨਾਲ ਚੋਣ ਰੈਲੀ ਦਾ ਆਗਾਜ਼ ਕੀਤਾ ਗਿਆ। ਹਰਸਿਮਰਤ ਬਾਦਲ ਨੇ ਖੁਦ ਕਿਹਾ ਵੀ ਬਾਪੂ ਜੀ ਨਹੀਂ ਸੀ ਮੰਨਦੇ। ਮੈਂ ਕਿਹਾ ਵੀ ਇੱਦਾਂ ਕਿੱਦਾਂ ਗੱਲ ਚੱਲਣੀ, ਤੁਸੀਂ ਮਨਾਓ ਹੁਣ ਇਹਨਾਂ ਨੂੰ ਸੁਪਰ ਸੀਐਮ ਆਪਾਂ ਬਣਾਉਣਾ। ਹੁਣ ਦੇਖੋ ਇਹ ਉੱਦਾਂ ਹੀ ਹੋ ਗਿਆ ਵੀ ਜਦੋਂ ਆਪਾਂ ਪਿੰਡ ਵਾਲੀ ਉਦਾਹਰਨ ਦੇ ਲੈਂਦੇ, ਕੋਈ ਫਲਾਨਾ ਸਾਹਿਬ ਵੀ ਕੰਬਾਈਨ ਤੇਰੀ ਤੁਸੀਂ ਵਧਾਉਣਾ ਤਾਂ ਕੀਤਾ ਵੀ ਤੂੰ ਫੋਰਮੈਨ ਬਦਲ ਲਿਆ। ਹੁਣ ਉਹ ਕਹਿੰਦੇ ਵੀ ਫੋਰਮੈਨ ਅਸੀਂ ਪੁਰਾਣਾ ਰੱਖ ਲਿਆ ਜੀ। ਹੁਣ ਜਦੋਂ ਫੋਰਮੈਨ ਪੁਰਾਣਾ ਰੱਖ ਲਿਆ ਫਿਰ ਡਰਾਈਵਰ ਹੀ ਨਾਲ ਰੱਖਿਆ ਵੀ ਹੁਣ ਵੀ ਅਸੀਂ ਤੇ ਫਿਰ ਫੋਰਮੈਨ ਦੇ ਨਾਲ ਹੀ ਆ ਜੀ, ਹੁਣ ਜਾਣਾ ਕਿੱਥੇ। ਆਹੋ ਪੁਰਾਣਾ ਫੋਰਮੈਨ ਕੇਰ ਦਾ ਘਟਿਆ ਨਾ ਦਾਣੇ। ਹੁਣ ਸੰਧਾਲੀਆ ਸਾਹਿਬ ਤੁਸੀਂ ਇਹ ਵੀ ਦੇਖੋ, ਜੇ ਉਹਨਾਂ ਨੂੰ ਪੁੱਛਿਆ ਜੀ ਕਿਵੇਂ ਆਉਣਾ ਹੋਇਆ, ਹੁੰਦਾ ਨਾ ਕਈ ਵਾਰੀ, ਆਓ ਸਰਦਾਰ ਸਾਹਿਬ ਕਿਵੇਂ ਆਉਣਾ ਹੋਇਆ ਦੱਸਿਓ, ਨਾਲੇ ਚਾਹ ਧਰ ਲਓ ਵੀ। ਉਹਨਾਂ ਦੇ ਕੋਲੇ 2-3 ਚੀਜ਼ਾਂ ਹੈਗੀਆਂ। ਕੁਰਬਾਨੀ ਸ਼ਬਦ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖੁਦ ਨੂੰ ਕੋਈ ਲਾਹਾ ਹੋਇਆ ਨਾ ਹੋਵੇ, ਪਰ ਇੰਨਾ ਹੋ ਸਕਦਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਜਿਹੜੇ ਬਹੁਤ ਕੁਝ ਆਖ ਕੇ ਅਕਾਲੀ ਦਲ ਤੋਂ ਬਾਹਰ ਆਏ ਸੀ ਕਿ ਭਾਈ ਅਸੀਂ ਤਾਂ ਕਹਿੰਦੇ ਰਹੇ ਉੱਥੇ ਆ ਵੀ ਹੁੰਦਾ, ਆ ਵੀ ਹੁੰਦਾ ਤੇ ਆ ਵੀ ਹੁੰਦਾ ਤੇ ਆ ਵੀ ਹੁੰਦਾ, ਉਹ ਹੁਣ ਕਹਿਣਗੇ ਕੁਰਬਾਨੀ ਵੱਡੀ ਕਰ ਦਿੱਤੀ ਹੈ। ਨਹੀਂ ਕਿ ਦੇਖੋ ਕੇਂਦਰ ਸਰਕਾਰ 'ਚੋਂ ਵਾਪਸ ਆ ਗਏ, ਮੰਤਰੀ ਦਾ ਅਹੁਦਾ ਛੱਡ ਦਿੱਤਾ, ਇਹਦੇ ਤੋਂ ਇਲਾਵਾ ਤੁਸੀਂ ਦੇਖੋ ਗੱਠਜੋੜ ਤੱਕ ਤੋੜ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ। ਤੇ ਸਾਨੂੰ ਐਂ ਲੱਗਿਆ ਕਿ ਭਾਈ ਠੀਕ ਹੈ, ਥੋੜ੍ਹੀ ਦੇਰ ਦੇ ਲਈ ਦਿਸ਼ਾਹੀਣ ਹੋਏ ਸੀ, ਹੁਣ ਤਾਂ ਦਿਸ਼ਾ ਹੀ ਸਾਰੀ ਇਹਨਾਂ ਦੇ ਕੋਲ ਆ, ਸਿੱਧਾ ਸੂਦ ਰੱਖ ਲਿਆ ਇਹਨਾਂ ਨੇ, ਉਹ ਧੂਰੇ ਪਰੇ ਹੁੰਦੇ ਹੀ ਨਹੀਂ। ਇਸ ਕਰਕੇ ਆਪਾਂ ਸੋਚਿਆ ਕਿ ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਇੱਕ ਖੇਤਰੀ ਪਾਰਟੀ ਚਾਹੀਦੀ ਆ, ਵੱਖ-ਵੱਖ ਹੋਇਆਂ ਫਿਰ ਪੰਥਕ ਧਿਰਾਂ ਨੂੰ ਇੱਕ ਇਕੱਠਾ ਕਰਨਾ ਜ਼ਰੂਰੀ ਸੀ, ਆਪਾਂ ਚੱਲੇ। ਨਹੀਂ ਉਹ ਤਾਂ ਗੱਲ ਹੈਗੀ। ਇਹ 10 ਦਿਨ ਪਹਿਲਾਂ ਆਪਾਂ ਮਾੜਾ ਜਿਹਾ ਜ਼ਿਕਰ ਕੀਤਾ ਇਸ ਪ੍ਰੋਗਰਾਮ 'ਚ, ਉਦੋਂ ਇਹ ਵੀ ਆਪਾਂ ਕਿਹਾ ਸੀ ਵੀ ਜਦੋਂ ਪੱਕ ਠੱਕ ਹੋ ਗਈ, ਰੌਲਾ ਆਸੇ-ਪਾਸੇ ਪੈ ਗਿਆ, ਫਿਰ ਆਪਾਂ ਗੱਲ ਕਰ ਲਾਂਗੇ ਜੀ। ਹੁਣ ਪੱਕ ਠੱਕ ਅੱਜ ਹੋ ਜੇ, 2 ਘੰਟਿਆਂ ਨੂੰ ਹੋ ਜੇ ਜਾਂ ਕੱਲ੍ਹ ਤੱਕ ਦਾ ਟਾਈਮ ਪੈ ਜੇ, ਇਹ ਚਰਚਾ ਬਾਕੀ ਕੁਝ ਪਤਾ ਲੱਗਦਾ। ਹੁਣ ਤੁਸੀਂ ਕੱਲ੍ਹ ਨਹੀਂ ਸੀ ਮੰਨਦੇ, ਕਿਹਨੇ ਕਿਹਾ ਵੀ ਮੈਂ ਨਹੀਂ ਜਾਣਾ, ਹੁਣ ਘਵਾ ਕੇ ਖੁਸ਼ ਰਹੇ। ਫਿਰ ਉਹਨਾਂ ਨੇ ਆਪ ਆ ਕੇ ਕਿਹਾ ਵੀ ਜੋ ਮੈਂ ਨਹੀਂ ਜਾਂਦਾ। ਕਈ ਵਾਰੀ ਨਾ ਉੱਪਰੋਂ ਛੱਲੀ ਜਿਹੜੀ ਹੈ ਉਹ ਲੱਗਦੀ ਹੁੰਦੀ ਕਿ ਪੱਕੀ ਹੈ, ਖਾਸ ਤੌਰ ਦੇ ਉੱਤੇ ਜਿਹੜੇ ਬੱਸ ਅੱਡਿਆਂ ਦੇ ਉੱਤੇ ਪਾਉਂਦੇ ਹੁੰਦੇ, ਉਹ ਅੱਗ ਜੀ ਦੇ ਵਿੱਚ ਉੱਪਰੋਂ ਕਾਲੀ ਜੀ ਕਰ ਦਿੰਦੇ ਹੁੰਦੇ ਆ, ਥੱਲਿਓਂ ਕੱਚੀ ਹੁੰਦੀ ਹੈ, ਉੱਪਰੋਂ ਲੱਗਦੀ ਹੁੰਦੀ ਹੈ ਪੱਕੀ ਹੈ। ਇੱਦਾਂ ਹੀ ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਸਮੇਤ ਇਹ ਲੱਗਦਾ ਸੀ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਕਿਤੇ ਭਾਰਤੀ ਜਨਤਾ ਪਾਰਟੀ 'ਚ ਨਾ ਚਲੇ ਜਾਣ। ਕੱਲ੍ਹ ਦੀਆਂ ਗੱਲਾਂ ਸੀ, ਅੱਜ ਉਹ ਕਹਿੰਦੇ ਹੋ ਹੀ ਨਹੀਂ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਪੱਕੇ ਅਕਾਲੀਆਂ, ਅਕਾਲੀ ਰਹਾਂਗੇ, ਕਿਧਰੇ ਨਹੀਂ ਜੇ ਜਾਣਾ। ਵਿਜੇਂਦਰ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਉਹਨਾਂ ਨੇ ਕੱਲ੍ਹ ਕਲੀਅਰ ਕਰਤਾ, ਮਲੂਕਾ ਸਾਹਿਬ ਨੇ ਵੀ ਕਲੀਅਰ ਕਰਤਾ। ਹੁਣ ਦੇਖਦੇ ਹਾਂ ਭਾਈ ਕੌਣ ਜਾਂਦਾ, ਅੱਗੇ ਕਿਹੜਾ ਨਾਲੇ ਕੋ ਗਿਆ। ਨਹੀਂ ਚਲੋ ਇੱਕ ਚੀਜ਼ ਆਪਾਂ ਹੋਰ ਕਲੀਅਰ ਕਰ ਦਈਏ, ਜਿਹੜੀ ਕਿ ਢੀਂਡਸਾ ਸਾਹਿਬ ਨੇ ਆਪਣੇ ਵੱਲੋਂ ਕਲੀਅਰ ਕੀਤੀ। ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਗੱਠਜੋੜ ਆਪਣਾ ਹੋ ਜਾਊਗਾ, 3 ਸ਼ਰਤਾਂ ਅਸੀਂ ਰੱਖੀਆਂ ਜੀ। 3 ਸ਼ਰਤਾਂ ਬੀਜੇਪੀ ਵਾਲੇ ਮੰਨ ਲੈਣ ਤੇ ਆਪਾਂ ਉੱਧਰ ਆ ਜਾਂਦੇ। ਦੇਖੋ ਪਹਿਲੀ ਸ਼ਰਤ ਉਹ ਜਾਂਦੇ ਆ ਵੀ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ, ਫਿਰ ਚੰਡੀਗੜ੍ਹ ਪੰਜਾਬ ਨੂੰ ਦੇਣਾ, ਤੇ ਤੀਸਰਾ ਇੱਕ ਵੱਡਾ ਆਰਥਿਕ ਪੈਕੇਜ, ਕਿਉਂਕਿ ਬਹੁਤ ਪਛੜ ਗਿਆ ਪੰਜਾਬ, ਜਿਉਂ ਕਰਜ਼ੇ 'ਚ ਅਸੀਂ ਦੱਬੇ ਉਸ ਤੋਂ ਬਾਅਦ ਕਿਸੇ ਨੇ ਗੱਲ ਹੀ ਨਹੀਂ ਕੌੜੀ। ਇਹਦੇ 'ਤੇ ਹੁਣ ਬੀਜੇਪੀ ਕੋਈ ਸਾਨੂੰ ਦੱਸੇ ਤੇ ਫਿਰ ਆਪਾਂ ਰਾਹ ਕੱਢ ਲੈਣੇ। ਇਹਦੇ 'ਚ ਮੈਨੂੰ ਹੁਣ ਇਹ ਥੋੜ੍ਹੀ ਜਿਹੀ ਕਨਫਿਊਜ਼ਨ ਸੀਗੀ ਵੀ ਇਹ ਮੰਗ ਰੱਖੀ ਗਈ ਆ ਜਾਂ ਫਿਰ ਉੱਪਰੋਂ ਵੈਸੇ ਹੀ ਕਿਤੇ ਚਰਚਾ ਚੱਲੀ ਵੀ ਢੀਂਡਸਾ ਸਾਹਿਬ ਇੰਨਾ ਕਹੀਂ ਕਰ ਲੈਣਾ ਯਾਰ, ਤੁਸੀਂ ਇੱਥੇ ਕਰ ਨਵੇੜ ਲਓ, ਇਹ ਗੱਲ ਹੋ ਗਈ ਆ ਜਾਂ ਫਿਰ ਅਜੇ ਮੰਗੀ ਆ। ਨਹੀਂ ਗੱਲ ਤੁਹਾਡੀ ਠੀਕ ਹੈ। ਗੁਰੂ ਹਰਸਹਾਏ ਹਲਕੇ ਤੋਂ ਜਦੋਂ ਰਾਣਾ ਗੁਰਮੀਤ ਸੋਢੀ ਹੋਰੀ ਗਏ ਤਾਂ ਥੋੜ੍ਹਾ ਜਿਹਾ ਐਂ ਨੂੰ ਆਈਏ ਪੰਜਾਬ ਦੇ ਨਕਸ਼ੇ ਦੇ ਹਿਸਾਬ ਨਾਲ, ਤਾਂ ਫਿਰ ਅੱਗੇ ਸੰਗਰੂਰ ਬਰਨਾਲੇ ਵਾਲਾ ਏਰੀਆ ਜਿਹੜਾ ਉਹ ਆਉਣਾ ਹੀ ਆ, ਉੱਥੋਂ ਵੀ ਬੰਦੇ 4 ਚਾਹੀਦੇ ਆ। ਚੰਡੀਗੜ੍ਹ ਪੰਜਾਬ ਨੂੰ ਦੇਣ ਨੂੰ ਕਿਹੜਾ ਆਨਾ ਲੱਗਣਾ ਹੀ, ਇੱਕ ਹੋ ਸਕਦਾ ਸਟਾਮ ਲੱਗੇ, ਪਤਾ ਨਹੀਂ ਮੈਨੂੰ ਕਿੱਦਾਂ ਦਿੰਦੇ ਹੁੰਦੇ ਆ। ਉਹਦੇ ਤੋਂ ਬਾਅਦ ਜੇ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਆ, ਉਹਦੇ 'ਤੇ ਵੀ ਖਰਚ ਤਾਂ ਕੋਈ ਨਹੀਂ ਆਉਣਾ, ਤਰਾਜ ਵੀ ਸ਼ਾਇਦ ਕਿਸੇ ਨੂੰ ਕੋਈ ਨਾ ਹੋਵੇ, ਮੰਗ ਵੀ ਪੁਰਾਣੀ ਆ। ਤੀਸਰੇ ਨੰਬਰ ਦੇ ਉੱਤੇ ਜਿਹੜੀ ਪੈਕੇਜ ਵਾਲੀ ਗੱਲ ਹੈ, ਜਿੱਥੇ ਹੋਰ ਨਾ ਸੂਬਿਆਂ ਨੂੰ ਦਿੱਤੀ ਉੱਥੇ ਪੰਜਾਬ ਨੂੰ ਵੀ ਸਹੀ ਪੈਕੇਜ ਹੀ ਦੇਣਾ ਹੈ। ਮਸਲਾ ਤਾਂ ਇੰਡਸਟਰੀ ਲਿਆਉਣ ਦਾ, ਕੁਝ ਟੈਕਸ ਘਟਾਉਣ ਦਾ, ਇਨਵੈਸਟਮੈਂਟ ਦਾ, ਜੇ ਉੱਧਰ ਨਹੀਂ ਤਾਂ ਇੱਧਰ ਚਲੇ ਜਾਊਗੀ। ਜਾਣੀ
ਤਿੰਨੇ ਹੀ ਮਸਲੇ ਹੱਲ ਕਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਹਰਜ ਹੋਣਾ। ਤਾਂ ਜੇ ਇਸ ਬਹਾਨੇ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਨਾਲ ਜੁੜ ਜਾਂਦੇ ਆ, ਪੈਕੇਜ ਕੱਲ੍ਹ ਨੂੰ ਦੇ ਦਿੱਤਾ, ਬੰਦੀ ਸਿੰਘਾਂ ਦੀ ਰਿਹਾਈ ਹੋ ਗਈ, ਜੇ 4 SGPC ਵਾਲੇ ਮੈਂਬਰ ਨਾਲ ਜੁੜ ਜਾਂਦੇ ਆ ਜਾਂ ਪੰਥਕ ਸਫਾਂ ਦੇ ਵਿੱਚੋਂ ਮਾਲਵੇ ਦੇ ਕੁਝ ਆਗੂ ਨਾਲ ਜੁੜ ਜਾਂਦੇ ਆ ਕਿ ਭਾਈ ਜਿਹੜੀ ਮੰਗ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਹੁੰਦਿਆਂ ਆਪਣੀਆਂ ਪਾਰਟੀਆਂ ਦੇ ਬੰਦੇ ਨਾ ਕਰਾ ਸਕੇ, ਆਹ ਦੇਖੋ ਭਾਈ ਉਹਨਾਂ ਨੇ ਕਰਾਤੀ ਆ। ਤੇ ਜਿਹੜੀ ਕਿਤਾਬ ਪਹਿਲਾਂ ਕਹਿੰਦੇ 97 ਪੇਜਾਂ ਦੀ ਸੀ, ਹੁਣ 197 ਦੀ ਆਪਾਂ ਕਰ ਦੇਣੀ ਕਿ ਪ੍ਰਾਪਤੀਆਂ ਹੀ ਬੜੀਆਂ ਨੇ ਇਸ ਕੇਂਦਰ ਸਰਕਾਰ ਵੱਲੋਂ। ਇਧਰਲੇ ਪਾਸੇ ਉਹਨਾਂ ਲਈ ਵੀ ਸੌਖਾ ਹੋ ਜੂ, ਢੀਂਡਸਾ ਸਾਹਿਬ ਲਈ ਵੀ ਸੌਖਾ ਹੋ ਜੂ। ਤੇ ਜੇ ਉਹ ਪੁੱਛਣਗੇ ਜੀ ਤੁਹਾਡੇ ਬੰਦੇ ਥੋੜੇ ਹੋਗੇ, 2 ਸੀਟਾਂ ਘਟਾ ਦਿਓ ਭਾਈ। ਨਹੀਂ, ਬੰਦਿਆਂ ਦਾ ਤਾਂ ਰੌਲਾ ਹੀ ਨਹੀਂ ਹੈਗਾ ਨਾ। ਢੀਂਡਸਾ ਸਾਹਿਬ ਨੇ ਇਹ ਨਹੀਂ ਗੱਲ ਕਰਨੀ। ਉਹ ਕਹਿੰਦਾ ਮੈਨੂੰ ਤੁਸੀਂ ਗੱਲਾਂ ਕਰੀ ਜਾਂਦੇ ਆ, ਜਿਨ੍ਹਾਂ ਕੋਲੇ ਫਿਰ ਵੀ ਕਾਡਰ ਹੈਗਾ, ਜਿਨ੍ਹਾਂ ਨੇ ਮੀਟਿੰਗਾਂ ਕਰ ਲਈਆਂ, ਇੰਨੇ ਚਿਰ ਦੇ ਵੱਖਰੇ ਹੋ ਕੇ ਪਾਰਟੀ ਬਣਾ ਕੇ ਬੈਠੇ ਆ। ਬੰਦੇ ਜਿਹੜੇ ਕੱਲ੍ਹ ਤੱਕ ਤੁਹਾਨੂੰ ਲਾਰਾ ਲਾਉਂਦੇ ਵੀ ਸਾਡੇ ਨਾਲ 25 ਨੇ ਕਿ 30 ਨੇ ਕਿ 35 ਨੇ, ਉਹਨਾਂ ਦੇ ਬੰਦੇ ਤੇ ਸਿੱਧੇ ਤੁਹਾਨੂੰ ਆ ਕੇ ਮਿਲਣ ਡਿਆ। ਆਪਾਂ ਫਿਰ ਸੰਗਰੂਰੋਂ ਗੁਰੂ ਹਰ ਸਾਹਿਬ ਚਲੇ ਜਾਂਦੇ ਇਸ਼ਾਰੇ ਜਿਹੇ ਲਈ। ਹੁਣ ਹੋ ਸਕਦਾ ਵੀ ਕੱਲ੍ਹ ਨੂੰ ਵੀ ਇਤਰਾਜ਼ ਕਰਨ ਵੀ ਜੇ ਕੈਪਟਨ ਸਾਹਿਬ ਨੇ ਜੇ ਕਿਹੜਾ ਕੋਈ ਬੰਦੇ ਸ਼ੋਅ ਕੀਤੇ ਨੇ ਮਾਰਿਆ, ਤੁਸੀਂ ਸੀਟਾਂ ਦੀ ਵੰਡ ਪਹਿਲੇ ਹਿਸਾਬ ਨਾਲ ਕਰੀ ਜਾਂਦੇ। ਸੋ ਅਜੇ ਮੈਨੂੰ ਲੱਗਦਾ ਵੀ ਜਿਹੜਾ ਪਿਛਲੇ ਦਿਨੀ ਉਹ 60 35 15 17 ਵਾਲਾ ਫਾਰਮੂਲਾ ਸੀ, ਉਹਨੂੰ ਅਜੇ ਠੀਕ ਨਾ ਮੰਨਿਆ ਜਾਵੇ। ਨਹੀਂ, ਮੈਨੂੰ ਲੱਗਦਾ ਕਿ ਥੋੜਾ ਬਹੁਤ ਉੱਪਰ ਥੱਲੇ ਹੋ ਸਕਦਾ। ਇਹਦੇ ਤੋਂ ਪਹਿਲਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅੰਮ੍ਰਿਤਸਰ ਕਿੱਦਾਂ ਘੇਰਨਾ ਸ਼ੁਰੂ ਕੀਤਾ ਹੈ, ਆਪਾਂ ਇਹਦੀ ਗੱਲ ਕਰੀਏ। ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਇਲਜ਼ਾਮ ਲਾਇਆ, ਦੋਸ਼। ਹਾਂ, ਉਹ ਕਹਿੰਦੇ ਜੀ 2002 ਦਾ ਸਮਾਂ ਹੈ, ਸਰਕਾਰ ਕਾਂਗਰਸ ਦੀ ਬਣ ਗਈ ਤੇ ਕਰੋੜਾਂ ਰੁਪਈਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਅਫਸਰਾਂ ਨੂੰ ਦਿੱਤੇ, ਕਰੋੜਾਂ ਰੁਪਈਏ, ਕਿ ਬੀਬੀ ਭੱਠਲ ਦੇ ਉੱਤੇ ਕੋਈ ਨਾ ਕੋਈ ਕੇਸ ਬਣਾ ਦਿਓ, ਇਹ ਮੇਰੇ ਮੁੱਖ ਮੰਤਰੀ ਬਣਨ ਦੇ ਰਾਹ ਦੇ ਵਿੱਚ ਬੀਬੀ ਰੋੜਾ ਬਣੂ ਤੇ ਇਹਨੂੰ ਸਾਫ਼ ਕਰ ਦਿਓ, ਮੈਂ ਚੀਫ ਮਿਨਿਸਟਰ ਬਣਨਾ, ਰੁਪਈਏ ਦੱਸੋ ਕਿੰਨੇ। ਹੁਣ ਬੀਬੀ ਭੱਠਲ ਉਪ ਮੁੱਖ ਮੰਤਰੀ ਵੀ ਰਹੇ ਆ, ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਆ, ਕੈਬਨਿਟ ਮੰਤਰੀ ਵੀ ਰਹੇ ਆ, ਜਾਣੀ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡੇ ਅਹੁਦੇ ਰਿਹਾ। ਕੋਈ ਵਿਰਲਾ ਟਾਵਾਂ ਹੀ ਕੰਮ ਹੋਊਗਾ ਜਿਹੜਾ ਉਹਨਾਂ ਨੂੰ ਅਹੁਦਿਆਂ ਦੇ ਰੂਪ ਦੇ ਵਿੱਚ ਕਰਨ ਨੂੰ ਨਹੀਂ ਮਿਲਿਆ। ਉਹ ਬੀਬੀ ਭੱਠਲ ਜਦੋਂ ਇਹ ਕਹਿੰਦੇ ਆ ਕਿ ਆਪਾਂ ਭਾਈ 2002 ਦੀ ਗੱਲ ਕਰਨੀ ਹੈ, 19 ਸਾਲ ਪੁਰਾਣੀ, ਕਰੋੜਾਂ ਰੁਪਈਏ ਦਿੱਤੇ। ਬੀਬੀ ਜੀ ਸੁੱਖ ਨਾਲ ਸਰਕਾਰ ਤੁਹਾਡੀ ਹੈ, ਪੁਲਿਸ ਤੁਹਾਡੀ ਪਾਰਟੀ ਕੋਲ ਹੈ ਜਾਂ ਸਰਕਾਰ ਕੋਲ ਹੈ, ਜਾਂਚ ਪੜਤਾਲ ਤੁਸਾਂ ਕਰਾਉਣੀ ਹੈ। ਕਿਹਨੂੰ ਦਿੱਤੇ ਸੀ ਕਰੋੜਾਂ ਰੁਪਈਏ? ਕੀ ਉਹ ਅਫਸਰ ਸੇਵਾ ਮੁਕਤ ਹੋ ਗਏ ਜਾਂ ਅਜੇ ਵੀ ਸੇਵਾ 'ਚ ਨੇ? ਉਹ ਕਰੋੜਾਂ ਰੁਪਈਏ ਕੈਪਟਨ ਸਾਹਿਬ ਨੇ ਕਿੱਥੋਂ ਲਿਆਂਦੇ ਹੋਣੇ? ਕੈਸ਼ ਹੀ ਦਿੱਤੇ ਹੋਣੇ। ਕੈਸ਼ ਉਹਨਾਂ ਨੇ ਇਕੱਠਾ ਕਿੱਥੋਂ ਹੋਣਾ? ਜਾਂਚ ਪੜਤਾਲ ਕਰਾ ਲਓ। ਤੁਸੀਂ ਤਾਂ ਮੁੱਖ ਮੰਤਰੀ ਨਹੀਂ ਬਣ ਸਕੇ, ਗੱਲ ਵੱਖਰੀ ਹੈ, ਪਰ ਉਹ ਰੁਪਈਏ ਧੇਲੇ ਜੇ 2 ਨੰਬਰ ਦੇ ਆ, ਜੇ ਬਲੈਕ ਮਨੀ ਆ, ਕਿਹਦੇ ਕੋਲ ਗਏ, ਉਹਨੇ ਹੋਰ ਕਿਹੜੇ ਮਾੜੇ ਕੰਮ ਕੀਤੇ, ਸੁੱਖ ਨਾਲ ਪਰਚਾ ਕਰਾ ਦਿਓ ਲਹਿਰੇ ਗਾਗੇ ਵਾਲੇ ਥਾਣੇ 'ਚ। ਨੇੜਲੀਆਂ ਜਿਹੜੀਆਂ ਕਚਹਿਰੀਆਂ ਨੇ, ਵਕੀਲ ਕੋਈ ਚੰਗਾ ਜਿਹਾ ਕਰਕੇ ਤੇ ਉਧਰਲੇ ਪਾਸੇ ਨੂੰ ਕੰਮ ਤੋਰ ਦਿਓ। ਕੱਲੇ ਇਲਜ਼ਾਮ ਲਾ ਕੇ ਗੱਲ ਨਹੀਂ ਜੇ ਬਣਨੀ। ਪਹਿਲਾਂ ਤਾਂ ਕੈਪਟਨ ਸਾਹਿਬ ਚਾਹ ਦਾ ਘੁੱਟ ਵੀ ਪੀ ਆਉਂਦੇ ਸੀ, ਬੀਬੀ ਜੀ ਆਪ ਵੀ ਜਾ ਆਉਂਦੇ ਸੀ। 60-70 ਲੱਖ ਰੁਪਈਆ ਇੱਕ ਵਾਰੀ ਤੁਹਾਨੂੰ ਯਾਦ ਹੀ ਹੋਣਾ ਹੀ, ਉਹ ਵੀ ਕਿਰਾਏ ਭਾੜੇ ਦਾ ਇੱਧਰ ਉੱਧਰ ਹੋ ਗਿਆ ਸੀ। ਪਰ ਹੁਣ ਭਾਈ ਗੱਲ ਹੀ ਦੂਜੇ ਪਾਸੇ ਆ। ਨਹੀਂ, ਪੂਰੀ ਗੱਲ ਆ, ਪਰ ਸਵਾਲ ਇੱਕ ਕਿੱਥੇ ਵੀ ਹੈ ਵੀ 2002 'ਚ ਇੱਦਾਂ ਹੋਇਆ, ਠੀਕ 2 ਸਾਲ ਬਾਅਦ ਜਿਵੇਂ ਗਲਤ ਨਹੀਂ ਤੇ ਮੁੱਖ ਮੰਤਰੀ ਬਣ ਗਏ ਕੈਪਟਨ ਸਾਹਿਬ, ਰੌਲਾ ਤੇ ਉਦੋਂ ਹੀ ਪਾ ਲੈਣਾ ਚਾਹੀਦਾ ਵੀ ਇਹ ਬੰਦਾ ਤਾਂ ਬਣਦੇ ਨਹੀਂ ਜੀ, ਕਿ ਨਹੀਂ? ਨਹੀਂ, ਗੱਲ ਤਾਂ ਠੀਕ ਹੈ ਤੁਹਾਡੀ। ਅਸਲ 'ਚ ਕੀ ਹੈ ਕਿ 2002 ਦੇ ਵਿੱਚ ਹੀ ਮੁੱਖ ਮੰਤਰੀ ਬਣ ਗਿਆ ਸੀ, 4 ਦੇ ਵਿੱਚ ਤਾਂ ਮੁੜ ਕੇ ਬੀਬੀ ਭੱਠਲ ਨੇ ਦਿੱਲੀ ਜਾ ਕੇ ਵੀ ਰੌਲਾ ਪਾ ਲਿਆ ਸੀ। ਨਹੀਂ, ਮੈਂ ਉਹੀ ਗੱਲ ਕਰਦਾ ਵੀ ਉਦੋਂ ਜਿਹੜਾ ਰੌਲਾ ਪਾਇਆ ਉਦੋਂ ਆਹ ਗੱਲ ਕਿਉਂ ਨਾ ਕੀਤੀ? ਨਹੀਂ, ਉਦੋਂ ਥੋੜੀ ਕਰਨ ਵਾਲੀ ਸੀ, ਉਦੋਂ ਕੈਪਟਨ ਸਾਹਿਬ ਪਾਰਟੀ ਸੀਗੇ। ਫਿਰ 17 'ਚ ਕਰ ਲੈਂਦੇ। ਉਦੋਂ ਵੀ ਪਾਰਟੀ 'ਚ ਸੀਗੇ। ਅੱਛਾ, ਹੁਣ ਪਾਰਟੀ ਤੋਂ ਬਾਹਰ ਨੇ? ਹਾਂ। ਕੌਣ ਬਾਹਰ ਨੇ? ਕੈਪਟਨ ਸਾਹਿਬ। ਅੱਛਾ, ਕੋਈ ਇੰਨਾ ਕੁਝ ਮੈਨੂੰ ਸਮਝਦਿਆਂ ਟਾਈਮ ਲੱਗ ਗਿਆ। ਉਹ ਗੱਲ ਥੋੜ੍ਹੀ ਜਿਹੀ ਵਾਕਿਆ ਔਖੀ ਹੈ, ਪਰ ਇੰਨਾ ਜ਼ਰੂਰ ਹੈ ਵੀ ਦੇਖੋ ਵੀ ਕਿਤੇ ਕੱਲ੍ਹ ਦੀ ਗੱਲ 19 ਸਾਲ ਕਿਤੇ ਕਿੰਨੇ ਹੁੰਦੇ ਬਾੜ ਸਾਹਿਬ? ਨਹੀਂ, ਥੋੜੇ ਹੀ ਹੁੰਦੇ ਆ, ਨਾਲੇ ਲੀਡਰਾਂ ਲਈ ਕਾਹਦੇ। ਇੱਧਰ ਕੈਪਟਨ ਸਾਹਿਬ ਨੇ ਇੱਕ ਹੋਰ ਕੰਮ ਸ਼ੁਰੂ ਕਰ ਲਿਆ। ਉਹਨਾਂ ਨੇ ਪੰਜਾਬ ਲੋਕ ਕਾਂਗਰਸ ਦੀ ਪ੍ਰਧਾਨ ਇੱਕ ਬੀਬੀ ਨੂੰ ਬਣਾਇਆ ਤੇ ਬੀਬੀ ਅੰਮ੍ਰਿਤਸਰੋਂ। ਨਾਲ ਹੀ ਕਹਿ ਦਿੱਤਾ ਕਿ ਭਾਈ ਆਹ ਅੰਮ੍ਰਿਤਸਰ ਦੇ ਸਾਡੀ ਪਾਰਟੀ ਦੇ ਦਫ਼ਤਰ ਦਾ ਹਿਸਾਬ ਕਿਤਾਬ ਰੱਖਣਗੇ। ਜਾਣੀ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹੀ ਨਾ, ਕੋਈ ਜਿੱਤਿਆ, ਸਿੱਧੂ ਨਹੀਂ ਜਿੱਤਣ ਦੇਣਾ। ਤੁਸੀਂ ਹੁਣ ਦੇਖੋ ਕਿ ਕਿਤੇ ਵੀ ਅਜੇ ਤੱਕ ਚੰਡੀਗੜ੍ਹ ਮੋਹਾਲੀ ਤੋਂ ਬਿਨਾਂ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਨਹੀਂ ਖੁੱਲ੍ਹਿਆ। ਅੰਮ੍ਰਿਤਸਰ ਦੇ ਵਿੱਚ ਦਫ਼ਤਰ ਇੰਚਾਰਜ ਬਣਾ ਦਿੱਤਾ ਹੈ। ਜਿਹੜੀ ਬੀਬੀ ਨੂੰ ਮਹਿਲਾ ਵਿੰਗ ਦਾ ਪੰਜਾਬ ਲੋਕ ਕਾਂਗਰਸ ਦਾ ਕੈਪਟਨ ਸਾਹਿਬ ਨੇ ਪ੍ਰਧਾਨ ਬਣਾਇਆ, ਉਹ ਵੀ ਉੱਥੋਂ। ਇੱਕ ਹੋਰ ਸ਼ਖਸ ਜਿਹੜੇ ਹੈ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਅੰਮ੍ਰਿਤਸਰ ਤੋਂ। ਜਿਨ੍ਹਾਂ ਨੂੰ ਦਫ਼ਤਰ ਦਾ ਇੰਚਾਰਜ ਬਣਾਇਆ ਉਹਨਾਂ ਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਪੰਜਾਬ ਦਾ ਬਣਾਤਾ। ਸਭ ਤੋਂ ਵੱਧ ਅਹੁਦੇਦਾਰ ਜੇ ਕਿਸੇ ਸ਼ਹਿਰ ਤੋਂ ਜਾਂ ਜ਼ਿਲ੍ਹੇ ਤੋਂ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਦੇ ਬਣਾਏ ਆ, ਅੰਮ੍ਰਿਤਸਰ ਹੈ। ਇਹਦਾ ਮਤਲਬ ਹੈ ਕਿ ਕੁਝ ਵੀ ਹੋ ਜਾਏ, ਉਹ ਕਹਿੰਦੇ ਨੇ ਨਤੀਜਾ ਕੁਝ ਵੀ ਹੋਵੇ, ਗੱਠਜੋੜ ਨੂੰ ਵੋਟਾਂ ਇੰਨੀਆਂ ਮਰਜ਼ੀ ਬਣਾ, ਅੰਮ੍ਰਿਤਸਰੋਂ ਮੈਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਮਾੜਾ ਜਿਹਾ ਠੇਡਾ ਲਾਉਣ ਦੀ ਕੋਸ਼ਿਸ਼ ਕਰੂੰ ਜ਼ਰੂਰ। ਜੇ ਉਹ ਠੇਡਾ ਲਾਉਣ ਦੀ ਕੋਸ਼ਿਸ਼ ਇਹ ਨਹੀਂ ਵੀ ਅਗਲੇ ਨੂੰ ਪਤਾ ਨਹੀਂ ਲੱਗੀ, ਪਤਾ ਲੱਗੀ। ਇਸੇ ਕਰਕੇ ਤੇ ਆਮ ਤੌਰ ਤੇ ਪਟਿਆਲੇ ਵਾਲੇ ਘਰ 'ਚ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸਿੱਧੂ ਸਾਹਿਬ, ਅੱਜ ਉਹਨਾਂ ਨੇ ਅੰਮ੍ਰਿਤਸਰ ਵਾਲੇ ਘਰ 'ਚ ਕੀਤੀ। ਫਿਰ ਉੱਥੇ ਉਹਨਾਂ ਨੇ ਜਿੱਥੋਂ ਗੱਲ ਸ਼ੁਰੂ ਕੀਤੀ
ਉਹ ਗੱਲ ਬੜੀ ਮਜ਼ੇਦਾਰ। ਕਿੱਦਾਂ ਦੀ? ਕਹਿੰਦੇ ਭੁਲੇਖਾ ਸੀ ਨਾ, ਸਿੱਧੂ ਨੇ ਅਸਤੀਫਾ ਕਿਉਂ ਦਿੱਤਾ, ਹੀ ਦੱਸ। ਨਿਕਲ ਗਿਆ ਵਹਿਮ ਹੁਣ ਵੀ ਮੈਂ ਅਸਤੀਫਾ ਕਿਉਂ ਦਿੱਤਾ ਇਹ, ਹੁਣ ਤੇ ਨਾ ਕੋਈ ਭੁਲੇਖਾ ਰਹਿ ਗਿਆ। ਉਹ ਆਪਣੇ ਵਾਲਾ ਭਾਈਚਾਰਾ, ਸਿੱਧੂ ਸਾਹਿਬ ਗੱਲ, ਉਹ ਯਾਰ ਗੱਲ ਤੁਹਾਡੀ ਨਹੀਂ ਸੁਣਨੀ, ਪਹਿਲਾਂ ਮੇਰੀ ਸੁਣ ਲਓ। ਅਸਤੀਫਾ ਮੈਂ ਦਿੱਤਾ ਸੀ, ਕਲੀਅਰ ਹੋ ਗਈ ਨਾ ਗੱਲ ਵੀ ਮੈਂ ਕਿਉਂ ਦਿੱਤਾ ਸੀ ਅਸਤੀਫਾ, ਹੁਣ ਤੇ ਕੋਈ ਸ਼ੱਕ ਨਹੀਂ ਰਹਿ ਗਿਆ। ਆਹ ਜਿਹੜੀਆਂ ਗੱਲਾਂ ਕਰ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਕੈਪਟਨ ਸਾਹਿਬ ਦੇ ਦੁਆਲੇ ਆਣ ਕੇ ਵੱਟ ਕੱਢਿਆ, ਉਹ ਫਿਰ ਇਹੋ ਹੀ ਗੱਲ ਸੀ ਕਿ ਵੀ ਕੋਈ ਗੱਲ ਨਹੀਂ, ਤੁਸੀਂ ਲਾਓ ਇੱਥੇ ਪ੍ਰਧਾਨ, ਮੈਂ ਫਿਰ ਦੁੱਧ ਤਾਰਾਂ ਜੋੜੂੰਗਾ ਤੁਹਾਡੀਆਂ। ਦੇਖੋ, ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਨਾ, ਦੋ ਪੱਖਾਂ ਤੋਂ ਬਹੁਤ ਇੰਪੋਰਟੈਂਟ ਰਹੀ। ਇੱਕ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਪਰਚਾ ਹੋਇਆ, FIR ਹੋਈ, ਉਹਦੇ ਤੋਂ ਬਾਅਦ ਉਹ ਸਿੱਧੇ ਕਹਿੰਦੇ ਜੀ 4 ਸਾਲ ਤੋਂ ਵੱਧ ਸਮਾਂ ਕਈ ਬੰਦੇ ਚੁੱਪ ਰਹੇ, ਕੈਪਟਨ ਸਾਹਿਬ ਦੀ ਸਰਕਾਰ ਨੇ ਕੰਮ ਦੱਬ ਕੇ ਰੱਖਿਆ, ਲੁਕੋ ਕੇ ਰੱਖਿਆ, STF ਦੀ ਰਿਪੋਰਟ ਤੇ ਕਾਰਵਾਈ ਨਹੀਂ ਕੀਤੀ, ਜਾ ਕੇ ਪੁੱਛੋ ਉਹਨਾਂ ਨੂੰ ਕਾਰਵਾਈ ਕਿਉਂ ਨਹੀਂ ਕੀਤੀ। ਜੇ ਹੁਣ FIR ਹੋ ਸਕਦੀ ਹੈ, ਉਦੋਂ ਕਿਉਂ ਨਹੀਂ ਸੀ ਹੋ ਸਕਦੀ? ਰਲ ਮਿਲ ਕੇ ਕਿਉਂ ਖੇਡਿਆ ਜਾ ਰਿਹਾ ਸੀ? ਮੈਂ ਕਹਿੰਦੇ ਐਵੇਂ ਨਹੀਂ ਸੀ ਪਿੱਟਦਾ। ਮੈਂ ਪਹਿਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਇਹੀ ਕਹਿੰਦਾ ਰਿਹਾ ਤੇ ਕਰਾ ਕੇ ਹਟਿਆ। ਦੂਸਰੀ ਗੱਲ, ਉਹਨਾਂ ਨੇ ਚਿੱਠੀ ਦਿਖਾਈ ਇੱਕ, ਉਹ ਕਹਿੰਦੇ ਜੀ ਦੇਖੋ, ਕਈ ਬੰਦੇ ਕਹਿੰਦੇ ਆ ਜੀ ਐਂ ਕਰ ਲਓ, ਬਹਿਸ ਕਰ ਲਓ, ਇਦਾਂ ਕਰ ਲਓ। ਉਹ ਕਹਿੰਦੇ ਜੀ ਆਹ ਇੱਕ ਚਿੱਠੀ ਆ, ਨਸ਼ਿਆਂ ਵਾਲਾ ਹੀ ਮਾਮਲਾ ਸੀ, ਅਸੀਂ ਪਰਚਾ ਦਰਜ ਕਰਾਇਆ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਆ ਮਾਫੀ ਮੰਗੀ ਸੀ। ਤੇ ਕਹਿੰਦੇ ਜਿਹੜੇ ਬੰਦੇ ਇਸੇ ਹੀ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਕੇ ਗਏ ਆ, ਅਸੀਂ ਉਸੇ ਮਸਲੇ ਦੇ ਉੱਤੇ ਪਰਚਾ ਦਰਜ ਕਰਾਇਆ। ਤੁਸੀਂ ਪੰਜਾਬ ਦੇ ਲੋਕੋ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਤੁਹਾਡਾ ਹਤੈਸ਼ੀ ਕੌਣ ਹੈ ਤੇ ਐਨ ਵੋਟਾਂ ਲੈਣ ਤੋਂ ਬਾਅਦ ਬੰਦਾ ਪੰਜਾਬ ਦੇ ਵਿੱਚੋਂ ਭੱਜਦਾ ਕਿਹੜਾ ਹੈ। ਹੁਣ ਦੋ ਹੀ ਧਿਰਾਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੈਣ ਦੀ ਸਿਆਸੀ ਤੌਰ ਤੇ ਕੋਸ਼ਿਸ਼ ਕਰਦੀਆਂ, ਇੱਕ ਕੇਜਰੀਵਾਲ ਸਾਹਿਬ ਤੇ ਦੂਸਰੇ ਪਾਸੇ ਕੈਪਟਨ ਸਾਹਿਬ। ਬਾਕੀਆਂ ਨੂੰ ਤਾਂ ਇਹ ਧਿਆਨ ਹੀ ਹੋਰ ਪਾਸੇ ਲੱਗੇ ਹੋਆ ਤੇ ਦੋਨਾਂ ਨੂੰ ਇੱਕੋ ਪ੍ਰੈਸ ਕਾਨਫਰੰਸ ਦੇ ਵਿੱਚ ਅਗਲਿਆਂ ਛਿੱਲਿਆ। ਨਹੀਂ, ਉਹ ਤਾਂ ਹੁਣ ਛਿੱਲਣਗੇ, ਕਿਉਂਕਿ ਜਿੱਦਣ ਦਾ ਉਹਨਾਂ ਨੇ ਇਹ ਕਹਿਤਾ ਨਾ ਵੀ ਮੈਂ, ਕੇਜਰੀਵਾਲ ਸਾਹਿਬ ਨੇ ਕਿਹਾ ਵੀ ਅਸੀਂ ਉਹ ਤੁਹਾਡੀ ਚੁਣੌਤੀ ਕਬੂਲ ਕਰਦੇ ਹਾਂ, ਭਗਵੰਤ ਕੇ ਸਾਥ ਆਪ ਮਤਲਬ ਬਹਿਸ ਮੇਂ ਆ ਜਾएं, ਉਦੋਂ ਦਾ ਸਿੱਧੂ ਸਾਹਿਬ ਹੋਰ ਗਰਮ ਹੋ ਗਿਆ। ਨਾ ਭਗਵੰਤ ਦਾ ਕੀ ਲੈਣਾ ਦੇਣਾ ਇਹਦੇ 'ਚ, ਕੀਤਾ ਕਹਿੰਦੇ ਸਾਰਾ ਕੁਝ ਦਿੱਲੀ ਤੁਸੀਂ, ਗੱਲ ਮੈਂ ਤੁਹਾਡੇ ਨਾਲ ਕਰਨੀ, ਭਗਵੰਤ ਦਾ ਇਹਦੇ 'ਚ ਕੀ ਰੋਲ ਹੈ। ਅੱਛਾ, ਹੁਣ ਆਪਾਂ ਕੈਪਟਨ ਸਾਹਿਬ ਤੇ ਦੁਬਾਰਾ ਆ ਜਾਈਏ। ਕੈਪਟਨ ਸਾਹਿਬ ਤੇ ਮੇਰੇ ਖਿਆਲ ਨਾਲ ਜਿਸ ਹਿਸਾਬ ਨਾਲ ਉਹਨਾਂ ਨੇ ਉਹ ਗੱਲ ਜੋੜਨ ਦੀ ਕੋਸ਼ਿਸ਼ ਕੀਤੀ ਵੀ ਹੁਣ ਤੁਸੀਂ ਆਪ ਦੱਸ ਦਿਓ ਕਿ ਵੀ ਜੇ ਸਭ ਤੋਂ ਪਹਿਲਾਂ ਬਿਆਨ ਕਿਸੇ ਦਾ ਆਇਆ ਤੇ ਕਿਹਦਾ ਆਇਆ। ਇਹ ਵੈਸੇ ਉਹਨਾਂ ਦਾ ਵਧੀਆ ਅੰਦਾਜ਼ ਆ ਵੀ ਉਹ ਦੱਸਦੇ ਘੱਟ ਹੈ, ਅਗਲੇ ਬੰਨੇ ਪੁੱਛਣ ਲੱਗ ਪੈਂਦੇ ਆ। ਆਮ ਤੌਰ ਤੇ ਪੱਤਰਕਾਰ ਭਾਈਚਾਰੇ ਨੂੰ ਹੁੰਦਾ ਵੀ ਅਸੀਂ ਲੀਡਰ ਨੂੰ ਸਵਾਲ ਪੁੱਛਣਾ, ਕਹਿੰਦੇ ਯਾਰ ਮੈਨੂੰ ਕੋਈ ਪੁੱਛਦੇ, ਤੁਸੀਂ ਦੱਸੋ ਉਹਨਾਂ ਦਾ ਬਿਆਨ ਪਹਿਲਾਂ ਕਿਉਂ ਆਇਆ ਬਈ, ਹੋਰ ਤਾਂ ਕਿਸੇ ਦਾ ਆਇਆ। ਇਹ ਜਿਹੜਾ ਅੰਦਾਜ਼ ਆ, ਇਹ ਜਿਹੜਾ ਤਰੀਕਾ, ਮੇਰੇ ਖਿਆਲ ਨਾਲ ਕਈ ਵਾਰ ਉਹ ਜਵਾਬ ਦੇਣ ਤੋਂ ਵੀ ਪਹਿਲਾਂ ਇਹ ਹੁੰਦਾ ਵੀ ਸਵਾਲ ਦੇ ਵਿੱਚ ਹੀ ਕਈ ਤਰ੍ਹਾਂ ਦੇ ਜਵਾਬ ਹੁੰਦੇ। ਹਾਂ, ਨਹੀਂ, ਉਹਦੇ ਬਾਅਦ ਵਿੱਚ ਨਾ ਪੁੱਛਣ ਦਾ ਕੋਈ ਬਹੁਤਾ ਹਿਸਾਬ ਕਿਤਾਬ ਬਾਕੀ ਫਿਰ ਰਹਿ ਨਹੀਂ ਜਾਂਦਾ। ਹੁਣ ਤੁਸੀਂ ਹੋਰ ਦੇਖ ਲਓ, ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵਿੱਚ ਰੈਲੀ ਹੋਈ, ਆਪਾਂ ਗੱਲ ਹੀ ਨਹੀਂ ਕਰਨੀ ਕਿ ਕੁਝ ਤਸਵੀਰਾਂ ਫਿਰ ਇਦਾਂ ਦੀਆਂ ਆਈਆਂ ਕਿ ਮੂਹਰਲੀ ਕਤਾਰ ਦੇ ਵਿੱਚ MP ਮੁਹੰਮਦ ਸਦੀਕ ਸਾਹਿਬ ਦੀ ਫਿਰ ਅੱਖ ਲੱਗ ਗਈ। ਉਹ ਯਾਰ ਹੋ ਜਾਂਦਾ, ਕੀ ਕਰਦੇ ਹੋ ਯਾਰ, ਫਿਰ ਉਹ ਗੱਲ। ਮੈਂ ਕਹਿੰਦਾ ਕਿ ਉਧਰ ਆਪਾਂ ਜਾਣਾ ਹੀ ਨਹੀਂਗਾ। ਨਹੀਂ, ਅਸੀਂ ਕਿਉਂ ਜਾਣਾ, ਲੋੜ ਹੀ ਨਹੀਂ। ਆਹੋ, ਹੁਣ ਰਾਜਾ ਵੜਿੰਗ ਹੋਰਾਂ ਦਾ ਹਲਕਾ ਹੈ, ਉੱਥੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਪਹੁੰਚੇ, ਕਲਾਕਾਰ ਵੀ ਪਹੁੰਚੇ, ਇਕੱਠ ਕਾਫੀ ਸੀ। ਉੱਥੇ ਫਿਰ ਜੰਨੀ ਸਾਹਿਬ ਨੇ ਕਹਿਤਾ, ਉਹ ਕਹਿੰਦੇ ਫਿਰ ਲਵਾਤੀਆਂ ਨਹੀਂ ਦੌੜਾਂ, ਭੱਜਣ ਨਹੀਂ ਦਿੰਦੇ, ਇਹ ਸਾਡੀ ਸਰਕਾਰ ਹੈ, ਸਾਡੀ ਜੋ ਲੋਕਾਂ ਨੂੰ ਕਹਿੰਦੇ ਆ ਕਰਕੇ ਵਿਖਾਉਨੇ ਅਸੀਂ, ਬਾਕੀ ਤਾਂ ਐਵੇਂ ਰੌਲਾ ਪਾਉਂਦੇ ਆ। ਉਹ ਕਹਿੰਦੇ ਹੁਣ ਭੱਜ ਲਵੇ ਜਿਹਨੇ ਜਿੱਥੇ ਨੂੰ ਭੱਜਣਾ, ਹੁਣ ਕਿਉਂ ਭੱਜਦੇ ਆ, ਕਰੋ ਜਾਂਚ ਦਾ ਸਾਹਮਣਾ। ਹੁਣ ਤੁਸੀਂ ਦੇਖੋ, ਸਾਰੇ ਹੀ ਜਣੇ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਸ਼ੁਕਰ ਹੋਇਆ ਜੀ, ਮਹਾਰਾਜ ਦਾ ਸ਼ੁਕਰ ਕਰਦੇ ਆ, ਮਹਾਰਾਜ ਨੇ ਕੀਤਾ ਹੀ ਸਾਰਾ ਕੁਛ। ਤੇ ਚੰਨੀ ਸਾਹਿਬ ਨੇ ਤਾਂ ਵੈਸੇ ਰਿਸ਼ਤਾ ਵੀ ਜੋੜਤਾ ਨਾ, ਕਹਿੰਦੇ ਚਾਚਾ ਭਤੀਜਾ ਐਵੇਂ ਨਹੀਂ ਕਹਿੰਦੀ ਦੁਨੀਆ, ਕਹਿੰਦੇ ਤੁਸੀਂ ਆਪ ਦੇਖ ਲਿਆ ਵੀ ਉਧਰ ਪਰਚਾ ਹੋਇਆ ਏ, ਬਿਆਨ ਕਹਿੰਦੇ ਇੱਧਰੋਂ ਆ ਰਿਹਾ ਹੈ। ਕਹਿੰਦੇ ਵੀ ਜੇ ਹੁਣ ਬਿਆਨ ਆ ਰਿਹਾ ਵੀ ਹੁਣ ਤੁਹਾਨੂੰ ਤੇ ਕੋਈ ਵਹਿਮ ਨਹੀਂ ਨਾ ਰਹਿ ਗਿਆ। ਪਹਿਲਾਂ ਜਦੋਂ ਮੈਂ ਨਵਾਂ ਆਇਆ, ਕਈਆਂ ਨੇ ਮੇਰੇ ਤੇ ਕਈ ਵਾਰ ਆਖਿਆ ਇਹ ਕਮਜ਼ੋਰ, ਇਹਦੇ ਕੋਲੋਂ ਗੱਲ ਨਹੀਂ ਬਣਨੀ, ਕੀਤਾ ਕਿ ਨਹੀਂ। ਭੇਤ ਵੈਸੇ ਚੰਨੀ ਸਾਹਿਬ ਨੂੰ ਥੋੜੀ ਲੇਟ ਪਤਾ ਲੱਗੇ ਲੱਗਦੇ। ਮੈਨੂੰ ਯਾਦ ਆਉਂਦਾ ਜਿੱਦਣ ਮੇਰੇ ਖਿਆਲ ਇਹਨਾਂ ਨੂੰ ਐਲਾਨੇ, ਉਦੋਂ ਕਹਿੰਦੇ ਮਿਲ ਕੇ ਆਉਣਾ ਹੀ, ਤੁਹਾਨੂੰ ਯਾਦ ਆ ਨਾ। ਇਹ ਵੀ ਕਹਿੰਦੇ ਹੁੰਦੇ ਕੰਮ ਉਹਨਾਂ ਵੀ ਬੜੇ ਕੀਤੇ ਜੀ। ਹਾਂ, ਤੇ ਕੰਮ ਤਾਂ ਫੇਰ ਵੀ ਉਹਨਾਂ ਨੇ ਕੀਤਾ ਹੀ ਹੋਣਾ। ਉਹ ਚੱਕਰ ਪਤਾ ਕੀ, ਇਹ ਥੋੜੇ ਦਿਨ ਤੇ ਸਾਰਿਆਂ ਨੇ ਕਹਿਣਾ ਵੀ ਮੈਂ ਕੀਤਾ ਹੀ, ਜਿੱਦਣ ਹੋਰ 5-7 ਦਿਨਾਂ ਤੱਕ ਕੁਛ ਨਾ ਕੁਛ ਨਵਾਂ ਪਟਾਕਾ ਪੈ ਗਿਆ, ਉਦੋਂ ਹੋ ਸਕਦਾ ਫਿਰ ਕੋਈ ਆਖ ਇਹ ਤੇ ਐਵੇਂ ਰੌਲਾ ਹੀ ਪਾਉਂਦੇ, ਕੰਮ ਤੇ ਅਸੀਂ ਆਪਾਂ ਕੀਤਾ ਹੈ ਨਾ। ਹੁਣ ਇਹ ਪਤਾ ਨਹੀਂ ਵੀ ਕੌਣ ਕਵੇ, ਪੰਜਾਬ ਚੋਂ ਕੋਈ ਕਵੇ ਜਾਂ ਫਿਰ ਕੋਈ ਦਿੱਲੀ ਵੱਲੋਂ ਵੀ ਕਹਿ ਸਕਦਾ। ਇਹ ਜਦੋਂ ਅਗਲਾ ਕਹੂ ਫਿਰ ਆਪਾਂ ਉਦੋਂ ਗੱਲ ਕਰਾਂਗੇ, ਪਹਿਲਾਂ ਕਰਨੀ ਨਹੀਂ, ਆਪਾਂ ਉਦੋਂ ਹੀ ਕਰ ਲਾਂਗੇ। ਆਪਾਂ ਹੁਣ ਬਿਕਰਮ ਸਿੰਘ ਮਜੀਠੀਆ ਹੋਰਾਂ ਵਾਲੇ ਮਸਲੇ ਦੇ ਉੱਤੇ ਚੱਲੀਏ, ਕਿਉਂਕਿ ਮਜੀਠੀਆ ਸਾਹਿਬ ਤੇ FIR ਦਰਜ ਹੋ ਗਈ, ਅਕਾਲੀ ਦਲ ਵਾਲੇ ਤੱਤੇ ਹੋ ਗਏ। ਤੁਸੀਂ ਇਹ ਦੇਖੋ ਕਿ ਪੁਲਿਸ ਮਜੀਠੀਆ ਸਾਹਿਬ ਨੂੰ ਲੱਭਦੀ ਹੈ ਤੇ ਅਕਾਲੀ ਦਲ ਦਾ ਯੂਥ ਵਿੰਗ ਕਹਿੰਦਾ ਅਸੀਂ SSP ਦਫ਼ਤਰਾਂ ਦਾ ਘਿਰਾਓ ਕਰਨਾ ਹੈ। ਹੁਣ FIR ਤੋਂ ਬਾਅਦ ਜਦੋਂ ਰਾਘਵ ਚੱਡਾ ਸਾਹਿਬ ਨੇ ਕਹਿਤਾ ਸੀ ਕਿ ਅਗਲੇ ਦਿਨ ਹੀ ਜ਼ਮਾਨਤ ਹੋ ਜਾਣੀ, ਕੈਪਟਨ ਸਾਹਿਬ ਵੀ ਕਹਿੰਦੇ ਸੀ ਅਗਲੇ ਦਿਨ ਹੀ ਜ਼ਮਾਨਤ ਹੋ ਜਾਣੀ ਹੈ, ਅਗਲਾ ਦਿਨ ਤਾਂ ਹੋ ਗਿਆ ਵੈਸੇ, ਉਹਦੇ ਤੋਂ ਅਗਲਾ ਵੀ ਚੜ੍ਹ ਗਿਆ।
ਤੇ ਉਹਦੇ ਤੋਂ ਬਾਅਦ ਅਚਾਨਕ ਲੋਕਾਂ ਦੇ ਲਈ ਹੈਰਾਨੀ ਵਾਲੀ ਗੱਲ ਸੀ, ਲੁੱਕ ਆਊਟ ਨੋਟਿਸ ਜਾਰੀ ਹੋ ਗਿਆ, LOC, ਕਿ ਭਾਈ ਜੇ ਉਹ ਦੇਸ਼ ਛੱਡ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜਾਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਵੇ ਜਾਂ ਉਹਨਾਂ ਨੂੰ ਦੇਸ਼ ਛੱਡ ਕੇ ਨਾ ਜਾਣ ਦਿੱਤਾ ਜਾਵੇ। ਬੜੇ ਚਰਚੇ ਚੱਲੇ ਜੀ, 16 ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ। ਪਹਿਲਾਂ ਇਹ ਖਬਰਾਂ ਆਈਆਂ ਕਿ ਭਾਈ ਪੁਲਿਸ ਚਾਹੁੰਦੀ ਸੀ ਕਿ ਆਪਾਂ ਜਿੱਦਾਂ ਹੀ FIR ਦਰਜ ਹੁੰਦੀ ਆ ਨਾਲ ਹੀ ਗ੍ਰਿਫਤਾਰ ਕਰ ਲਈਏ, ਮੋਬਾਈਲ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਸੀ। ਤੇ ਜਦੋਂ ਫਿਰ ਪੁੱਜੇ ਚੰਡੀਗੜ੍ਹ ਵਾਲੇ ਅਪਾਰਟਮੈਂਟ ਦੇ ਵਿੱਚ, ਘਰ ਦੇ ਵਿੱਚ, ਤੇ ਉੱਥੇ ਕਹਿੰਦੇ ਮੋਬਾਈਲ ਤਾਂ ਪਿਆ ਸੀ ਪਰ ਮੋਬਾਈਲ ਦੇ ਮਾਲਕ ਹੈ ਨਹੀਂ ਸੀ। ਫਿਰ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਸ਼ੁਰੂ ਕਰਤੀ ਕਿ ਭਾਈ ਇੱਕ ਵਾਰੀ ਗ੍ਰਿਫਤਾਰੀ ਤਾਂ ਕਰੀਏ। ਜਦੋਂ ਲੱਭੇ ਨਹੀਂ ਤਾਂ ਹੁਣ ਪਤਾ ਲੱਗਾ ਕਿ ਲਿਸਟਾਂ ਬਣਾਈਆਂ ਜਾ ਰਹੀਆਂ ਕਿ ਨਜ਼ਦੀਕੀ ਕੌਣ ਹੈ, ਉਹਨਾਂ ਤੋਂ ਪੁੱਛਗਿੱਛ ਕਰਕੇ ਉਹਨਾਂ ਤੱਕ ਅੱਪੜਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ LOC ਦਾ ਜਾਰੀ ਹੋਣਾ, ਛਾਪੇਮਾਰੀ ਹੋਣੀ। ਮਜੀਠੀਆ ਸਾਹਿਬ ਅਜੇ ਤੱਕ ਸਾਹਮਣੇ ਨਹੀਂ ਆਏ। ਜਦੋਂ ਆਪਣਾ ਪੱਖ ਦੱਸਣਗੇ ਅਸੀਂ ਫੇਰ ਕਲੀਅਰ ਕਰ ਸਕਦੇ ਹਾਂ। ਪਰ ਅਕਾਲੀ ਦਲ ਹੁਣ ਤੱਤਾ ਹੋ ਗਿਆ ਮੂਹਰਲੇ ਪਾਸਿਓਂ। ਇਹ ਗੱਲ ਤਾਂ ਹੋਰ ਵੀ ਹੈ, ਬੰਟੀ ਰਮਾਣਾ ਹੋਰਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਤਾਂ ਕਹਿੰਦੇ ਵੀ ਤੁਸੀਂ ਮਜੀਠੀਆ ਸਾਹਿਬ ਨੂੰ ਫੜਨਾ ਫੜ ਲਓ, ਤੁਸੀਂ ਇਹ ਲੁੱਕ ਆਊਟ ਨੋਟਿਸ ਕਾਹਦਾ ਕੱਢਦੇ ਫਿਰਦੇ, ਬੰਦਾ ਕਿਤੇ ਭੱਜਾ ਥੋੜਾ, ਬੰਦਾ ਦੇ ਹਲਕੇ 'ਚ ਹੈ, ਅਸੀਂ ਤੁਹਾਨੂੰ ਦੱਸ ਦਿੰਦੇ ਵੀ ਬੰਦਾ ਹਲਕੇ 'ਚ, ਤੁਸੀਂ ਫੜ ਲਓ ਭਾਈ ਜੀ। ਹੁਣ ਇਹ ਨਹੀਂ ਸਮਝ ਆਈ ਵੀ ਮਤਲਬ ਜੇ ਉਹ ਇੱਕ ਪਾਸੇ ਕਹਿੰਦੇ ਵੀ ਆਪਾਂ ਧਰਨੇ ਵੀ ਲਾਉਣੇ ਆ, ਪਰਚਾ ਨਜਾਇਜ਼ ਵੀ ਹੋਇਆ, ਦੂਸਰੇ ਪਾਸੇ ਜਿਹੜੀਆਂ ਇਹ ਕੱਲ੍ਹ ਤੱਕ ਤੇ ਇਹ ਸੀ ਵੀ ਇਹਨਾਂ ਨੇ ਇੱਦਾਂ ਕਰਨਾ ਹੀ, ਹੁਣ ਅਕਾਲੀ ਦਲ ਵੱਲੋਂ ਦੂਸਰਾ ਰੁਖ ਅਖਤਿਆਰ ਕਰ ਲੈਣਾ ਵੀ ਤੁਸੀਂ ਫੜ ਲਓ ਬੰਦਾ ਤੇ ਇੱਥੇ ਹੀ ਤੁਰਿਆ ਫਿਰਦਾ। ਇਹ ਥੋੜ੍ਹੀ ਜਿਹੀ ਮੇਰੇ ਖਿਆਲ ਨਾਲ ਜਿਹੜਾ ਸੁਖਬੀਰ ਬਾਦਲ ਦਾ ਸਭ ਤੋਂ ਪਹਿਲਾ ਬਿਆਨ ਸੀ ਨਾ ਵੀ ਅਸੀਂ ਚੈਲੰਜ ਕਬੂਲ ਕਰਦੇ ਹਾਂ, ਇਹ ਮਤਲਬ ਤਾਂ ਹੌਲੀ ਹੌਲੀ ਲੜਾਈ ਹੁਣ ਉਸ ਪਾਸੇ ਨੂੰ ਤੁਰ ਪਈ ਕਿ ਚੈਲੰਜ ਆ ਜਾਓ, ਫਿਰ ਇੱਦਾਂ ਦੇ ਇੱਦਾਂ ਹੀ ਸੀ। ਸੰਧਾਲੀਆ ਸਾਹਿਬ 10 ਦਿਨ ਦਾ ਜ਼ਿਕਰ ਬਾਰ-ਬਾਰ ਹੋ ਰਿਹਾ, ਬੰਟੀ ਰਮਾਣਾ ਹੋਰਾਂ ਨੇ ਵੀ ਕੀਤਾ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕੀਤਾ ਕਿ ਸਰਕਾਰ ਦੇ ਦਿਨ 10 ਹੀ ਆ ਤੇ 10 ਦਿਨਾਂ ਦੇ ਬਾਅਦ ਫਿਰ ਹਿਸਾਬ ਲਾ ਲਓ। ਬਾਰ-ਬਾਰ ਇਸ ਗੱਲ ਦਾ ਜ਼ਿਕਰ ਆ ਰਿਹਾ ਕਿ 10 ਹੀ ਦਿਨ ਨੇ। ਠੀਕ ਹੈ, ਆਪਾਂ ਇਸ ਗੱਲ ਨੂੰ ਛੱਡ ਹੀ ਦਿੰਨੇ ਆ ਕਿ ਸਿਆਸਤਦਾਨ ਕੀ ਕਹਿੰਦੇ ਆ। ਸੰਧਾਲੀਆ ਸਾਹਿਬ, ਰੰਧਾਵਾ ਸਾਹਿਬ ਕਹਿੰਦੇ ਸ਼ੁਕਰ ਕੀਤਾ, ਪਰਮਾਤਮਾ ਨੇ ਕੀਤਾ, ਅਸੀਂ ਨਹੀਂ ਕੀਤਾ। ਚੰਨੀ ਸਾਹਿਬ ਕਹਿੰਦੇ ਦੇਖਿਆ ਹੀ ਕੀਤਾ। ਸਿੱਧੂ ਸਾਹਿਬ ਕਹਿੰਦੇ ਅਦਾਲਤ ਤੇ ਭਰੋਸਾ ਰੱਖੋ। ਵੜਿੰਗ ਸਾਹਿਬ ਵੀ ਕਹਿੰਦੇ ਆ ਦੇਖਿਆ ਇੱਦਾਂ ਹੁੰਦੇ ਕੰਮ। ਮੈਂ ਤਾਂ ਕਹਿੰਦੇ ਇੱਕ ਵਾਰੀ ਸਰਕਾਰ ਹੋਰ ਬਣ ਜਾਓ, ਖੰਘਣ ਨਾ ਦਵਾਂ ਬੰਦੇ, ਇਹ ਉੱਠਣ ਹੀ ਨਾ ਦਵਾਂ, ਚੀਕਣ ਹੀ ਨਾ ਦਵਾਂ। ਠੀਕ ਹੈ, ਅਕਾਲੀ ਕਹਿੰਦੇ ਅਸੀਂ SSP ਦਫ਼ਤਰ ਭਲਕੇ ਘੇਰਨੀ ਆ, ਯੂਥ ਵਿੰਗ ਨੇ ਕਿਹਾ ਹੈ। ਠੀਕ ਹੈ, ਸਾਰਾ ਕੁਝ ਹੀ ਠੀਕ ਹੈ। ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਪੰਜਾਬ 'ਚ ਨਸ਼ਾ ਵਿਕਿਆ ਤੇ ਉਹਦੇ ਦੋਸ਼ੀ ਫੜੋ। ਯਾਨੀ ਅੱਜ ਤੁਸੀਂ ਹਿਸਾਬ ਕਿਤਾਬ ਲਾਓ, ਮੈਂ ਸੋਚ ਰਿਹਾ ਸੀ ਕਿ ਸੱਚ ਸਾਨੂੰ ਨਹੀਂ ਪਤਾ ਕੀ ਹੈ, ਮਜੀਠੀਆ ਸਾਹਿਬ ਦੋਸ਼ੀ ਨੇ ਜਾਂ ਬੇਦੋਸ਼ੀ ਸਾਨੂੰ ਪਤਾ ਹੀ ਨਹੀਂ, ਪਰਚਾ ਸੱਚਾ ਕੀਤਾ ਕਿ ਝੂਠਾ ਸਾਨੂੰ ਪਤਾ ਹੀ ਨਹੀਂ। ਪਰ ਇੱਕ ਗੱਲ ਦੀ ਗਰੰਟੀ ਹੈ ਕਿ ਪੰਜਾਬ 'ਚ ਨਸ਼ਾ ਵਿਕਿਆ, ਇਹ ਤਾਂ ਸੱਚ ਹੈ ਨਾ। ਜੇ ਨਸ਼ਾ ਵਿਕਿਆ ਤਾਂ ਪੰਜਾਬ ਦੇ ਕਿਸੇ ਚੌਂਕੀਦਾਰ ਨੇ, ਪੰਜਾਬ ਦੇ ਕਿਸੇ ਸਰਪੰਚ ਨੇ, ਪੰਚ ਨੇ ਫੈਕਟਰੀ 'ਚ ਲੋਹਾ ਕੁੱਟਣ ਵਾਲੇ ਨੇ ਤਾਂ ਲਿਆਂਦਾ ਨਹੀਂ। ਡਿਊਟੀ ਉਹਦੀ ਹੈ ਹੀ ਨਹੀਂ ਸੀ ਰੋਕਣ ਦੀ, ਡਿਊਟੀ ਸਰਕਾਰਾਂ ਦੀ ਸੀ। ਸਰਕਾਰਾਂ ਦੇ ਅਧੀਨ ਪੁਲਿਸ ਹੈ, ਏਜੰਸੀਆਂ ਨੇ, ਤੇ ਸਰਕਾਰਾਂ ਸਿਆਸਤਦਾਨਾਂ ਦੀਆਂ ਸੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਮਜ਼ੋਰੀ, ਕਿਤੇ ਨਾ ਕਿਤੇ ਦੋਸ਼, ਕਿਤੇ ਨਾ ਕਿਤੇ ਘਾਟ ਉਹ ਤਾਂ ਸਾਡੇ ਸਿਆਸਤਦਾਨਾਂ 'ਚ ਹੀ ਰਹੀ ਨਾ, ਜਿਨ੍ਹਾਂ ਦੇ ਹੱਥ ਪੁਲਿਸ ਏਜੰਸੀਆਂ ਦੀ, ਅਮਨ ਤੇ ਕਾਨੂੰਨ ਦੀ, ਸਾਰੀਆਂ ਮਾੜੀਆਂ ਚੀਜ਼ਾਂ ਨੂੰ ਰੋਕਣ ਦੀ ਤਾਕਤ ਸੀ। ਤੇ ਤਾਕਤ ਕਿਹਦੇ ਕੋਲ ਰਹੀ ਹੈ? ਜਾਂ ਕਾਂਗਰਸ ਦੇ ਕੋਲ ਰਹੀ ਹੈ ਜਾਂ ਅਕਾਲੀ ਭਾਜਪਾ ਕੋਲ ਰਹੀ ਹੈ। ਤੀਸਰੀ ਤਾਂ ਪੰਜਾਬ 'ਚ ਕੋਈ ਸਰਕਾਰ ਹੀ ਨਹੀਂ ਬਣੀ। ਜ਼ਿੰਮੇਵਾਰੀ ਤੁਹਾਡੀ ਬਣਦੀ ਹੈ। ਅੱਜ ਮਜੀਠੀਆ ਸਾਹਿਬ ਦੇ ਉੱਤੇ ਪਰਚਾ ਹੋਇਆ ਹੀ ਤੇ ਆਪਾਂ 72 ਘੰਟਿਆਂ ਦੇ ਅੰਦਰ ਅੰਦਰ SSP ਦਫ਼ਤਰ ਘੇਰਨ ਤੁਰ ਪਏ। ਕੋਈ ਗੱਲ ਨਹੀਂ, ਤੁਹਾਡਾ ਹੱਕ ਬਣਦਾ, ਘੇਰੋ। ਅੱਜ ਕਾਂਗਰਸੀ ਪੱਟਾਂ ਦੇ ਥਾਪੀਆਂ ਮਾਰਦੇ, ਕਰਤੀ FIR, ਕਮਾਲ ਕਰਤੀ। ਤੁਸੀਂ ਪੌਣੇ 5 ਸਾਲ ਪਾਥੀਆਂ ਪੱਥਦੇ ਸੀ। ਜੇ ਕੋਈ ਬੰਦਾ ਕਹੇ ਨਾ ਜੀ ਉਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਸੰਧਾਲੀਆ ਮੁੱਖ ਮੰਤਰੀ ਨਹੀਂ ਹੈਗਾ ਇਕੱਲਾ ਹੀ। ਨਹੀਂ ਲਾਓ, ਮੈਨੂੰ ਲਾਓ ਯਾਰ, ਲਾਓ। ਉਹ ਮਾਰਾ ਹੁਣ ਰਾਜਪਾਲ ਲਾ ਦਈਏ ਤੁਹਾਨੂੰ, ਮੇਰੀ ਗੱਲ ਸੁਣੋ ਪਹਿਲਾਂ। ਅੱਛਾ, ਤੁਹਾਡੇ ਨਾਲ 59 ਬੰਦੇ ਹੋਣੇ ਚਾਹੀਦੇ ਆ, MLA ਜਿਹਨਾਂ ਨੂੰ ਕਹਿੰਦੇ ਆ। ਅੱਛਾ ਜੀ, ਮੁੱਖ ਮੰਤਰੀ ਫੇਰ ਬਣਦਾ। ਤੁਸੀਂ ਸਾਰਿਆਂ ਨੇ ਸਪੋਰਟ ਦਿੱਤੀ ਤਾਂ ਕੈਪਟਨ ਅਮਰਿੰਦਰ ਸਿੰਘ ਬਣੇ। ਤੁਹਾਨੂੰ 4.5 ਸਾਲਾਂ 'ਚ ਪਤਾ ਨਹੀਂ ਲੱਗਾ, ਪੰਜਾਬ ਦੇ ਲੋਕਾਂ ਨੂੰ ਤਾਂ ਲੱਗ ਗਿਆ ਸੀ। ਹੁਣ ਤੁਹਾਨੂੰ ਵੀ 4.5 ਸਾਲ ਦਾ ਹਿਸਾਬ ਦੇਣਾ ਪੈਣਾ। ਕੀ ਪਿਛਲੇ ਦਿਨਾਂ 'ਚ ਤੁਸੀਂ ਕਮਾਲ ਦੀ ਗੱਲ ਦੇਖੋ ਸੰਧਾਲੀਆ ਸਾਹਿਬ, ਇਹ ਜਿਹੜੇ ਪੱਟਾਂ ਦੇ ਥਾਪੀਆਂ ਮਾਰਦੇ ਫਿਰਦੇ ਅੱਜ ਸਰਕਾਰ ਵਾਲੇ ਬੰਦੇ, ਪੰਜਾਬ ਦੇ ਇੱਕ ਪਿੰਡ ਨੇ, ਮੈਂ ਨਾਂ ਨਹੀਂ ਲੈਣਾ, ਲੋਕ ਲਾਈਵ ਹੋ ਗਿਆ, ਲੋਕਾਂ ਨੇ ਮੁੰਡਾ ਫੜ ਲਿਆ, ਕਹਿੰਦੇ ਜੀ ਆ ਦੇਖੋ ਨਸ਼ਾ ਲੈਣ ਆਇਆ ਸੀ। ਉਹ ਕਹਿੰਦੇ 200 ਤੋਂ ਲੈ ਕੇ 250 ਬੰਦਾ ਸਾਡੇ ਪਿੰਡੋਂ ਨਸ਼ਾ ਲੈ ਕੇ ਜਾਂਦਾ। ਇਹ ਅੱਜ ਦੀ ਗੱਲ ਹੈ, ਅੱਜ ਦੀ, ਕਿ 200 ਤੋਂ ਲੈ ਕੇ 250 ਬੰਦਾ ਸਾਡੇ ਪਿੰਡੋਂ ਨਸ਼ਾ ਲੈ ਕੇ ਜਾਂਦਾ। ਲੋਕਾਂ ਨੇ ਮੁੰਡਾ ਫੜ ਲਿਆ, ਮੁੰਡਾ ਕਹਿੰਦਾ ਜੀ ਮੈਂ ਤਾਰਾਂ ਤੂਰਾਂ ਵੇਚ ਕੇ ਨਸ਼ੇ ਦੇ ਪੈਸੇ ਪੂਰੇ ਕਰਦਾ। ਤੁਹਾਡੇ ਸਾਹਮਣੇ ਹੈ ਕਿ ਅੱਜ ਵੀ ਪੰਜਾਬ 'ਚ ਨਸ਼ਾ ਵਿਕਦਾ। ਕਾਂਗਰਸ ਦੀ ਸਰਕਾਰ 'ਚ, ਅਕਾਲੀ ਭਾਜਪਾ ਸਰਕਾਰ ਵੇਲੇ ਵੀ ਵਿਕਿਆ। ਇਸੇ ਕਰਕੇ ਬੰਦੇ ਫੜ ਹੋਏ ਸੀ। ਇਸੇ ਕਰਕੇ ਕਹਿੰਦੇ ਜੀ ਤੁਹਾਡੇ ਨਸ਼ਾ ਕਿਤੇ ਕਾਂਗਰਸ ਸਰਕਾਰ 'ਚ 1 ਮਿੰਟ 'ਚ ਤਾਂ ਨਹੀਂ ਆ ਗਿਆ।
ਜੇ ਅੱਜ ਕਾਂਗਰਸੀਆਂ ਦੇ ਕੋਲ ਪੱਟਾਂ ਤੇ ਥਾਪੀਆਂ ਮਾਰਨ ਦਾ ਵੇਲ ਹੈ, ਜੇ ਅੱਜ ਅਕਾਲੀਆਂ ਦੇ ਕੋਲੇ ਐਸਐਸਪੀ ਦਫ਼ਤਰ ਘੇਰਨ ਦਾ ਵੇਲ ਹੈ, ਇਹਦਾ ਮਤਲਬ ਹੈ ਆਪਣੇ ਲਈ ਸਿੱਧੇ ਨੇ, ਕਿਉਂਕਿ ਵੋਟਾਂ ਆਈਆਂ ਪਈਆਂ, ਇਹਨਾਂ ਨੇ ਵੋਟਾਂ ਲੈਣੀਆਂ, ਕਾਂਗਰਸੀਆਂ ਨੇ ਉਹਨਾਂ ਦਾ ਆਪਣਾ ਬੰਦਾ ਐਫਆਈਆਰ 'ਚ ਘਿਰਿਆ ਤਾਂ ਆਉਂਦੇ ਆ। ਪੰਜਾਬ ਦੇ ਵਿੱਚ ਮਾਵਾਂ ਦੇ ਪੁੱਤ ਮਰਦੇ ਸੀ, ਉਦੋਂ ਘਰੋਂ ਕਾਹਤੋਂ ਨਾ ਨਿਕਲੇ? ਉਦੋਂ ਤੁਸੀਂ 72 ਘੰਟਿਆਂ ਦੇ ਅੰਦਰ ਅੰਦਰ ਕੋਈ ਐਜੀਟੇਸ਼ਨ ਕਾਹਤੋਂ ਨਾ ਸ਼ੁਰੂ ਕੀਤੀ? ਉਦੋਂ ਤੁਸੀਂ 10-10 ਦਿਨਾਂ ਦੇ ਅਲਟੀਮੇਟਮ ਕਾਹਤੋਂ ਨਾ ਦਿੱਤੇ? ਜਾਣੀ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਆਪਣੇ ਲਈ ਕਰ ਰਹੇ ਨੇ, ਤੁਹਾਡੇ ਲਈ ਨਹੀਂ ਕਰ ਰਹੇ। ਜੇ ਤੁਹਾਡੇ ਲਈ ਕਰਨਾ ਹੁੰਦਾ ਤਾਂ ਇਹ ਨਾ ਕਹਿੰਦੇ ਕਿ ਅਸੀਂ ਠੀਕ ਹਾਂ, ਇਹ ਕਹਿੰਦੇ ਕਿ ਭਾਈ ਉਹ ਬੰਦੇ ਫੜਨੇ ਆ ਜਿਨ੍ਹਾਂ ਨੇ ਪੰਜਾਬ 'ਚ ਨਸ਼ਾ ਲਿਆਂਦਾ। ਜੀ ਇਹ ਲੌਜਿਕ ਤੁਹਾਡਾ ਬਿਲਕੁਲ ਠੀਕ ਆ। ਇਹਦੇ ਤੇ ਮੈਨੂੰ ਲੱਗਦਾ ਵੀ ਹੋਰ ਕੋਈ ਰਿਐਕਟ ਕਰੇ ਨਾ ਕਰੇ, ਭਗਵੰਤ ਮਾਨ ਹੋਰਾਂ ਕਰਨਾ। ਉਹਨਾਂ ਨੇ ਅੱਜ ਕੱਲ੍ਹ ਪੱਗ ਥੋੜ੍ਹੀ ਪੋਚਵੀਂ ਬੰਨਣ ਲੱਗ ਪਏ, ਉਹ ਇੱਕ ਨਾ ਫਿਰ ਲੜ ਜਾ ਅੱਖ ਤੋਂ ਖਿੱਚ ਕੇ ਉਹਨਾਂ, ਕਿਉਂਕਿ ਕੱਲ੍ਹ ਵੀ ਮਾਝੇ ਗਏ ਗੱਲ ਇਹੀ ਕੀਤੀ ਉਹਨਾਂ ਨੇ। ਉਹ ਕਹਿੰਦੇ ਵੀ 44 ਸਾਲ ਦਾ ਹਿਸਾਬ ਉਹਨਾਂ ਬਣਾਇਆ, ਮੈਨੂੰ ਨਹੀਂ ਪਤਾ ਕਿੱਦਾਂ ਬਣਾਇਆ। ਠੀਕ ਹੈ, 44 ਸਾਲ ਕਹਿੰਦੇ ਕਾਂਗਰਸ ਨੇ ਰਾਜ ਕਰ ਲਿਆ, 19 ਸਾਲ ਉਹਨੇ ਅਕਾਲੀਆਂ ਨੂੰ ਦਿੱਤੇ, ਕਹਿੰਦੇ 19 ਸਾਲ ਅਕਾਲੀਆਂ ਰਾਜ ਕੀਤਾ, ਬਾਕੀ ਕਹਿੰਦੇ ਰਾਜਪਾਲ ਰਾਜ ਵਿੱਚ ਰਾਸ਼ਟਰਪਤੀ ਰਾਜ ਲੱਗਾ ਲੁਗਾ ਰਿਹਾ। ਕਹਿੰਦੇ ਵੀ 44 ਤੇ 19 ਦਾ ਪਤਾ ਨਹੀਂ ਉਹਨਾਂ ਨੇ ਹਿਸਾਬ ਸੂਬ ਲਾ ਕੇ, ਉਹਨਾਂ ਨੂੰ ਪਤਾ ਹੋਊਗਾ, ਮੈਂ ਨਹੀਂ ਕਹਿੰਦਾ ਵੀ ਉਹਨਾਂ ਦਾ ਹਿਸਾਬ ਠੀਕ ਹੈ ਗਲਤ ਹੈ। ਕਹਿੰਦੇ ਵੀ ਇਹਨਾਂ ਟਾਈਮ ਤੁਸੀਂ ਇਹਨਾਂ ਦੋਵਾਂ ਨੂੰ ਦੇ ਲਿਆ, ਪੰਜਾਬ ਉੱਥੇ ਦਾ ਉੱਥੇ ਖੜਾ। ਹੁਣ 4.5 ਸਾਲਾਂ ਤੱਤੇ ਤਾਜੇ ਦੇ ਵਿੱਚ ਵੀ ਜੇ ਇਹਨਾਂ ਕੋਲੋਂ ਕੋਈ ਹਿਸਾਬ ਕਿਤਾਬ ਨਹੀਂ ਹੋਇਆ ਤੇ ਗਾਂ ਅਗਲੇ 5 ਸਾਲ ਤੁਸੀਂ ਫਿਰ ਇਹਨਾਂ ਨੂੰ ਕੁੰਜੀਆਂ ਫੜਾਉਣ ਨੂੰ ਫਿਰਦੇ ਹੋ ਕਿਹੜੇ ਹਿਸਾਬ ਕਿਤਾਬ 'ਚ? ਮੈਨੂੰ ਲੱਗਦਾ ਵੀ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ, ਇਹ 'ਚ ਹੋਰ ਕੋਈ ਬੰਦਾ ਆਪਣਾ ਵਿੱਚ ਕੋਈ ਭਾਸ਼ਣ ਦੇਵੇ ਨਾ ਦੇਵੇ, ਉਹਨਾਂ ਦਾ ਦਾਲ ਆ ਜਾਣਾ। ਨਹੀਂ, ਉਹਨਾਂ ਨੂੰ ਤਾਂ ਪੈ ਰੇਟ ਬਟੇਰੇ ਆਈ ਜਾਂਦੇ ਅੱਜ ਕੱਲ੍ਹ ਉਹਨਾਂ ਦੇ। ਉਹ ਕਹਿੰਦੇ ਤੇਰਾ ਭਲਾ ਆਹ ਕਿਹੜਾ ਰੱਖ ਕੇ, ਕਹਿੰਦਾ ਵੀ ਇੱਕ ਬਟੇਰਾ ਤਾਂ ਇੱਧਰ ਪਿਆ ਸੀ, ਇੱਕ ਇੱਧਰ ਰੱਖ ਗਏ ਕੋਈ। ਤੁਸੀਂ ਦੇਖੋ ਭਗਵੰਤ ਮਾਨ ਨਾ ਅੱਜ ਕੱਲ੍ਹ, ਅਸੀਂ ਨਹੀਂ ਕਹਿੰਦੇ ਮਾੜੇ ਆ ਚੰਗੇ ਲੋਕਾਂ ਨੇ ਦੇਖਣਾ, ਜਿੱਦਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਉਸ ਗੱਲ ਨੂੰ ਲਿਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ 3 ਥਾਵਾਂ ਤੇ ਜਾ ਕੇ ਕਹਿਤਾ ਕਿ ਆਹ ਦੇਖੋ ਸਾਡਾ ਬੰਦਾ ਦਬਕਾ ਮਾਰਦਾ, ਉਹ ਥਣਦਾ ਦਾ ਪੈਂਡਕਲੀ ਹੁੰਦੀ ਹੈ। ਹੁਣ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਆਪਣੇ ਘਰਾਂ ਦੇ ਪਰਿਵਾਰਾਂ ਦੇ ਨੇ, ਆਪਣੇ ਧੀਆਂ ਪੁੱਤਰ ਨੇ, ਪੁਲਿਸ ਵਾਲੇ ਵੀ 24 ਘੰਟੇ ਡਿਊਟੀ ਹੁੰਦੀ ਹੈ, ਵਰਦੀ ਦੇ ਰੁਪਈਏ ਇੰਨੇ ਕੁ ਮਿਲਦੇ, 10,000 ਦੀ ਵਰਦੀ ਮਿਲਦੀ, ਕਹਿੰਦੇ 1100 ਰੁਪਈਆ ਮਿਲਦਾ, 10 ਰੁਪਈਏ ਮੇਰੇ ਖਿਆਲ ਉਹਨਾਂ ਨੇ ਕਿਹਾ ਕਿ ਮਹੀਨੇ ਦਾ ਸਾਈਕਲ ਭੱਤਾ ਮਿਲਦਾ 10 ਰੁਪਈਏ, 3.5 ਰੁਪਈਏ ਰੋਜ਼ ਦੇ ਮੇਰੇ ਖਿਆਲ ਰੋਟੀ ਦੇ ਮਿਲਦੇ ਉਹਨਾਂ ਨੂੰ। ਹੁਣ ਉਹ ਕਹਿੰਦੇ ਕਿ ਇੰਨੇ ਰੁਪਈਆਂ ਨਾਲ ਗੁਜ਼ਾਰਾ ਕਿੱਥੇ ਚੱਲਦਾ, ਤੁਹਾਡੀ ਕਹਿੰਦੇ ਸਿਕਿਉਰਿਟੀ ਇਹ ਕਰਨ ਵਾਲੇ ਆ, ਤੇ ਤੁਸੀਂ ਇਦਾਂ ਬੇਇੱਜ਼ਤੀ ਨਾ ਕਰਿਆ ਕਰੋ। ਵੈਸੇ ਜੇ ਭਗਵੰਤ ਮਾਨ ਸਾਹਿਬ ਨੇ ਇਸ਼ੂ ਚੱਕਿਆ ਹੀ ਆ, ਸੰਧਾਲੀਆ ਸਾਹਿਬ ਕਿਵੇਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲ ਸਕਦਾ? ਸੁਖਬੀਰ ਸਿੰਘ ਬਾਦਲ ਸਾਹਿਬ ਡਾਇਰੀ ਕੋਲ ਰੱਖਦੇ ਆ ਕਿ ਭਾਈ ਅਸੀਂ ਅਫਸਰਾਂ ਦੇ ਨਾਂ ਲਿਖ ਲਿਆ, ਅਫਸਰ ਸਾਨੂੰ ਦੱਸਦੇ ਆ, ਇਹਦਾ ਮਤਲਬ ਅਫਸਰ ਤੁਹਾਨੂੰ ਜਵਾਬ ਦੇਣੇ, ਕਾਨੂੰਨ ਨੂੰ ਤਾਂ ਨਹੀਂ ਹੈਗੇ। ਤੁਹਾਨੂੰ ਯਾਦ ਹੋਣਾ ਹੈ ਕਿ ਮਾਝੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜੇ ਇਸ ਵੇਲੇ ਗਿੱਲ ਸਾਹਿਬ ਸੀਗੇ, ਉਹ ਇਹਨਾਂ ਨੇ ਕਿਹਾ ਸੀ ਕਿ ਭਾਈ ਆ ਸਾਡੇ ਬੰਦਿਆਂ ਦੀਆਂ ਕਾਰਾਂ ਸਿੱਧੀਆਂ ਅੰਦਰਲੇ ਪਾਸੇ ਆਉਣਗੀਆਂ, ਕਰਨੇ ਪੈਣਗੇ ਇਹਨਾਂ ਦੇ ਕੰਮ, ਅਫਸਰੋ ਸੁਣ ਲਓ ਖੜ ਕੇ ਇੱਥੇ। ਲੀਡਰਾਂ ਦੀ ਸੁਣਨਗੇ ਅਫਸਰ, ਕਾਨੂੰਨ ਦੀ ਨਹੀਂ ਸੁਣਨਗੇ। ਕਾਨੂੰਨ ਲਿਖਿਆ ਹੋਇਆ ਉਹਦੇ ਮੁਤਾਬਕ ਸਾਰੀ ਵਿਵਸਥਾ ਚੱਲਦੀ ਹੁੰਦੀ ਹੈ। ਬਾਕੀ ਵੀ ਕਿੰਨੇ ਪਾਸੇ ਇਹੀ ਕੁਝ ਹੁੰਦਾ ਕਿ ਜੇ ਅਫਸਰਾਂ ਨੇ ਸਾਡੀ, ਮੈਂ ਕਹਿੰਦਾ ਕਿ ਪੰਜਾਬ ਦੇ ਲੋਕ ਇਹ ਵੀ ਚੇਤੇ ਰੱਖਣ ਕਿ ਜਦੋਂ ਕੋਈ ਬੰਦਾ ਸੱਤਾ ਦੇ ਵਿੱਚ ਆ ਜਾਂਦਾ ਹੈ, ਉਹ ਇਹ ਕਹਿੰਦਾ ਜੇ ਸਾਡੇ ਵਰਕਰਾਂ ਦੇ ਕੰਮ ਨਾ ਹੋਏ, ਉਹ ਇਦਾਂ ਤਾਂ ਕਹਿੰਦੇ ਨਹੀਂ ਪੰਜਾਬ ਦੇ ਲੋਕਾਂ ਦੇ ਕੰਮ ਨਾ ਹੋਏ, ਇਦਾਂ ਤਾਂ ਕਹਿੰਦੇ ਸਾਡੇ ਬੰਦਿਆਂ ਦੀ ਗੱਲ ਨਹੀਂ ਸੁਣਦੇ, ਤੁਹਾਡੇ ਬੰਦਿਆਂ ਦੀ ਕਿਉਂ ਸੁਣਨ ਬਈ? ਅਗਲੇ ਕਾਨੂੰਨ ਦੀ ਕਿਤਾਬ ਦੇ ਮੁਤਾਬਕ ਸੁਣਨ। ਜੇ ਤੁਹਾਡੇ ਬੰਦਿਆਂ ਦੀ ਗੱਲ ਸੁਣਨਗੇ ਤਾਂ ਮੰਨ ਲਓ ਦੂਜਿਆਂ ਦੀ ਨਹੀਂ ਸੁਣਨਗੇ। ਜਾਣੀ ਜਦੋਂ ਤੱਕ ਸਾਡੇ ਲੀਡਰਾਂ ਦੇ ਭਾਸ਼ਣ ਇੱਧਰਲੇ ਪਾਸੇ ਨੂੰ ਨੇ, ਉਦੋਂ ਤੱਕ ਕੰਮ ਅਜੀਬੋ ਗਰੀਬ ਜਿਹਾ ਰਹਿਣਾ ਹੀ ਰਹਿਣਾ। ਤੇ ਸੰਧਾਲੀਆ ਸਾਹਿਬ ਇੱਧਰਲੇ ਪਾਸੇ ਲੋਕਾਂ ਨੂੰ ਧਿਆਨ ਦੇਣਾ ਪਊਗਾ। ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ? ਉਹਨਾਂ ਨੂੰ ਅਦਾਲਤ ਦੇ ਵਿੱਚ ਜੇ ਕੋਈ ਚਿੱਠੀ ਜੁੱਠੀ ਪਾਉਂਦੇ, ਅਰਜ਼ੀ ਦਿੰਦੇ ਆ, ਉਹਨਾਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ? ਇਸ਼ੂ ਨਹੀਂ ਹੈਗਾ। ਇਸ਼ੂ ਇਹ ਹੈਗਾ ਕਿ ਜੇ ਇਸ ਨਸ਼ੇ ਦੇ ਮੁੱਦੇ ਦੇ ਉੱਤੇ ਸਾਰੀ ਸਿਆਸੀ ਲੜਾਈ ਲੜਨ ਲੱਗ ਪਏ, ਪਹਿਲਵਾਨ ਥਾਪੀਆਂ ਮਾਰਨ ਲੱਗ ਪਏ, ਕੀ ਉਹ ਖਤਮ ਹੋ ਜੂ ਕਿ ਨਹੀਂ ਹੋ ਜੂ? ਮੈਂ ਤਾਂ ਜਦੋਂ ਇਸ ਖਬਰ ਨੂੰ ਸੁਣਦਾ ਹੀ ਇੱਕ ਦੂਜੇ ਤੇ ਭਾਸ਼ਣ ਦਿੰਦੇ ਆ, ਮੈਨੂੰ ਤਾਂ ਇੱਕ ਬਾਪੂ ਨਜ਼ਰ ਆਉਂਦਾ ਘਰ 'ਚ ਬੈਠਾ, ਤੇ ਇੱਕ ਬੇਬੇ ਪੀੜੀ ਤੇ ਬੈਠੀ ਹੈ, ਬਾਪੂ ਟੁੱਟੀ ਮੰਜੀ ਤੇ ਬੈਠਾ ਹੈ, ਤੇ ਉਧਰੋਂ ਗੁਆਂਢਣ ਆਉਂਦੀ ਹੈ ਕਿ ਕਿੱਥੇ ਗਿਆ ਮੁੰਡਾ? ਉਹ ਵੀ ਹਸਪਤਾਲੋਂ ਨਸ਼ਾ ਛੱਡਣ ਦੀ ਦਵਾਈ ਲੈਣ ਗਿਆ। ਜਦੋਂ ਕੋਈ ਮਾਂ-ਬਾਪ ਇਹ ਕਹਿੰਦਾ ਹੋਊਗਾ, ਉਹਨੂੰ ਸਾਡੇ ਆ ਸਾਰੇ ਲੀਡਰ ਤਾਂ ਚੇਤੇ ਆਉਂਦੇ ਹੋਣੇ ਜਿਨ੍ਹਾਂ ਨੇ ਪੰਜਾਬ ਚੰਦ ਤੇ ਚਾੜਿਆ, ਪਤਾ ਨਹੀਂ ਚੰਦ ਚਾੜਿਆ ਨਹੀਂ, ਚੰਦ ਹੀ ਚੜਿਆ ਇੱਕ ਤਰ੍ਹਾਂ ਨਾਲ। ਇਹ ਗੱਲ ਤੇ ਕਲੀਅਰ ਹੋ ਗਈ ਹੈ ਵੈਸੇ WhatsApp, ਇਹ ਲੜਾਈ ਨੋ ਡਾਊਟ ਤੁਹਾਡੀ ਗੱਲ ਸਹੀ ਹੈ ਵੀ ਇਹ ਹੁਣ ਲੜਾਈ ਉਹਨਾਂ ਨੇ ਬਣਾ ਲਈ ਆਪਣੀ ਨਿੱਜੀ, ਵੀ ਭਾਈ ਸਾਹਿਬ ਇਹਦੇ 'ਚ ਜੇ ਤੁਸੀਂ ਸਾਡੇ ਤੇ ਐਂ ਕਰੋਗੇ ਤੇ ਜਦੋਂ ਸਾਡੇ ਕੋਲੇ ਸੱਤਾ ਆ ਗਈ ਫਿਰ ਅਸੀਂ ਉੱਦਾਂ ਕਰਾਂਗੇ। ਕੁੱਲ ਮਿਲਾ ਕੇ ਆਪਾਂ ਨੂੰ ਇੱਦਾਂ ਸਮਝੀਏ ਵੀ ਪੰਜਾਬ ਦੀ ਜਿਹੜੀ ਤਾਕਤ ਹੈ, ਸੱਤਾ ਆ, ਉਹ ਬੇਸਿਕਲੀ ਇੱਕ ਡਾਂਗ ਆ। ਉਹ ਜਦੋਂ ਇੱਕ ਦੇ ਹੱਥ 'ਚ ਹੁੰਦੀ ਹੈ ਤੇ ਦੂਜੇ ਦੇ ਗਿੱਟੇ ਸੇਕਦਾ, ਤੇ ਅਗਲਾ ਨਾਲੇ ਤੇ ਗਿੱਟਿਆਂ ਦੇ ਖਾਈ ਜਾਂਦਾ, ਨਾਲੇ ਕਹਿੰਦਾ ਕੋਈ ਨਹੀਂ ਜਦੋਂ ਡਾਂਗ ਮੇਰੇ ਹੱਥ ਆਈ ਮੈਂ ਤੇਰੇ ਸੇਕਣੀ। ਹੁਣ ਉਹ ਡਾਂਗ ਜਿਹੜੀ ਹੈ ਉਹ ਹੈ ਤੇ ਰਾਖੀ ਲਈ ਸੀ ਵੀ ਯਾਰ ਕੋਈ ਚਿੜੀ ਜਾਨਵਰ ਜਨੌਰ ਨਾ ਆਵੇ, ਤੇ ਜਿਹੜੀ ਕੋਈ ਫੁਲਵਾੜੀ ਆ ਜਾਂ ਕੋਈ ਫਸਲਵਾੜੀ ਆ ਆਪਾਂ ਨੂੰ ਬਚਾ ਕੇ ਸਾਂਭ ਕੇ ਤੇ ਕੁਛ ਕਰੀਏ। ਉਹ ਡਾਂਗੋ ਡਾਂਗੀ ਆਪਸ 'ਚ ਹੋਈ ਜਾਂਦੇ, ਤੇ ਪੰਜਾਬ ਦਾ ਜਾੜਾ ਜੋ ਹੁੰਦਾ ਉਹ ਹੋਈ ਜਾਵੇ, ਉਹਦੇ ਨਾਲ ਕਿਸੇ ਨੂੰ ਲੈਣਾ ਦੇਣਾ ਹੈ ਨਹੀਂ।
ਇੱਕ ਗੱਲ ਮੈਨੂੰ ਇਹ ਸੀ ਵੀ ਆਪਾਂ ਚਲੋ ਜੇ ਕਰਨੀ ਆ ਤੇ ਕਰ ਲਈਏ। ਫਿਰ ਉਹ ਮਾਨ ਸਾਹਿਬ ਕਹਿੰਦੇ ਵੀ ਮੇਰੀ ਪੂਰੀ ਗੱਲ ਨਹੀਂ ਸੁਣਾਈ। ਉਹਨਾਂ ਨੇ ਮਜੀਠੀਆ ਸਾਹਿਬ ਬਾਰੇ ਵੀ ਕਿਹਾ ਕੀ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਪਹਿਲਾਂ ਆਪਾਂ ਨੂੰ ਇਹ ਸੀ ਵੀ ਉਹ ਕਹਿੰਦਾ ਜੀ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਫਲਾਨਾ ਦੋਸ਼ੀ ਢੀਂਗੜਾ ਦੋਸ਼ੀ। ਕਹਿੰਦੇ ਸਾਰਿਆਂ ਨੇ ਸੁਣੀ ਆ, ਮੈਂ ਸਿਰਫ ਇੰਨੀ ਗੱਲ ਕਰਦਾ ਵੀ ਜੇ ਮਜੀਠੀਆ ਸਾਹਿਬ ਉਦੋਂ ਕਹਿੰਦੇ ਸੀ ਜਾਂਚ ਹੋਣੀ ਚਾਹੀਦੀ ਹੈ ਤੇ ਹੁਣ ਉਹਨਾਂ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਬੰਦਾ ਕਿਹੜਾ ਟਲਦਾ ਕਿ ਪਾਸੇ। ਨਹੀਂ, ਆਹ ਜਿਹੜਾ ਪੁਆਇੰਟ ਆ ਨਾ, ਤੁਸੀਂ ਦੇਖੋ ਸੰਧਾਲੀਆ ਸਾਹਿਬ, ਮੈਂ ਸੀਕੁਐਂਸ ਚੇਤੇ ਕਰਦਾ ਸੀ ਕਿਉਂਕਿ ਇੱਕ ਧਿਰ ਦੀ ਗੱਲ ਕਰੀਏ ਦੂਜੇ ਗਲ ਪੈ ਜਾਂਦੇ ਆ। ਆਪਾਂ ਪਹਿਲਾਂ ਦੂਜੀ ਧਿਰ ਤੋਂ ਸ਼ੁਰੂ ਕਰਕੇ ਮੈਂ ਤੁਹਾਡੇ ਵਾਲੇ ਤੇ ਆਉਣਾ ਜੀ। ਕਾਂਗਰਸ ਵਾਲੇ ਕਹਿੰਦੇ ਕਿ ਅਸੀਂ ਠੀਕ ਕੰਮ ਕਰ ਰਹੇ, ਤੁਸੀਂ ਕਰਦੇ ਹੋਣੇ ਆ, ਨਜ਼ਰ ਆਉਂਦੇ ਆ ਨਾ। ਹੁਣ ਤੁਸੀਂ ਦੇਖੋ ਕੈਪਟਨ ਸਾਹਿਬ ਨੇ ਕਿਹਾ ਸੀ ਕਿ 20-25 ਮੰਤਰੀ ਜਾਂ MLA ਹੈਗੇ ਆ ਜਿਹੜੇ ਰੇਤੇ ਦੇ ਕੰਮ 'ਚ ਲੱਗੇ ਹੋ ਸੀ। ਇਹਨਾਂ ਦੀ ਡਿਊਟੀ ਬਣਦੀ ਸੀ, ਫਰਜ਼ ਬਣਦਾ ਸੀ ਕਿ ਕੈਪਟਨ ਸਾਹਿਬ ਨੂੰ ਇੱਕ ਰਜਿਸਟਰੀ ਕਰਦੇ ਤੇ ਇੱਕ ਓਪਨ ਚਿੱਠੀ ਲਿਖਦੇ, ਕੈਪਟਨ ਸਾਹਿਬ ਅਸੀਂ ਬੇਨਤੀ ਕਰਦੇ ਹਾਂ, ਅਸੀਂ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਕਰਨਾ ਚਾਹੁੰਦੇ ਹਾਂ, ਜੇ ਕਿਸੇ ਬੰਦੇ ਨੇ 2 ਨੰਬਰ ਦਾ ਕੰਮ ਕੀਤਾ ਤਾਂ ਸਾਨੂੰ ਕਿਰਪਾ ਕਰਕੇ ਨਾਂ ਤੇ ਸਬੂਤ ਦਿਓ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਨਹੀਂ ਦਿੰਦੇ ਉਹ, ਘੱਟੋ ਘੱਟ ਇਹ ਕਚਹਿਰੀ 'ਚੋਂ ਬਰੀ ਸੀ। ਉਹਦੇ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚੋਂ ਲੋਕ ਥਾਂ ਤੋਂ ਕਹਿੰਦੇ ਸੀ ਕਿ ਭਾਈ ਆਹ ਦੇਖੋ ਰੇਤਾ ਸਸਤਾ ਨਹੀਂ ਮਿਲਦਾ, ਆਹ ਦੇਖੋ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ, ਪੂਰੀ ਠੋਕ ਕੇ ਮੁਹਿੰਮ ਚਲਾਉਂਦੇ ਤਾਂ ਇਹ ਕਚਹਿਰੀ 'ਚੋਂ ਬਰੇ ਹੋਣੇ ਸੀ, ਕਟਹਿਰੇ 'ਚ ਖੜਨੇ ਨਹੀਂ ਸੀ। ਪਰ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ। ਜਦੋਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਾਈ ਆਹ ਦੇਖੋ ਇਸ ਬੰਦੇ ਨੇ ਤੁਹਾਡੇ ਮੰਤਰੀ ਦੇ ਖਿਲਾਫ ਉਹਨਾਂ ਨੇ ਦੋਸ਼ ਲਾਏ, ਜਾਂ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਕੱਢ ਦਿੰਦੇ ਉਹਨਾਂ ਦੇ ਘਰ ਨੂੰ, ਤੇ ਜਾਂ ਫਿਰ ਉਹਨੂੰ ਕਹਿੰਦੇ ਕਿ ਭਾਈ ਦੇ ਸਬੂਤ ਕਿੱਥੇ ਆ, ਕਾਰਵਾਈ ਕਰੀਏ। ਯਾਨੀ ਚੁੱਪ ਕਰਕੇ ਬੈਠਣ ਦਾ ਕੋਈ ਮਤਲਬ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਮਦਨ ਲਾਲ ਜਲਾਲਪੁਰ ਦੇ ਉੱਤੇ ਦੋਸ਼ ਲਾਏ ਕਿ ਲੁੱਟ ਕੇ ਖਾ ਗਿਆ ਬੰਦਾ, ਹੁਣੇ ਹੀ ਲਾਏ ਰਾਜਪੁਰੇ ਚ ਆ ਕੇ। ਜਾਂ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਖੰਡਨ ਕਰੋ ਜਾਂ ਮਾਣਹਾਨੀ ਦਾ ਨੋਟਿਸ ਭੇਜ ਦਿਓ, ਤੇ ਜਾਂ ਕਹੋ ਕੈਪਟਨ ਸਾਹਿਬ ਮਾੜਾ ਜਿਹਾ ਦੱਸਿਓ ਕਾਰਵਾਈ ਕਰਨੀ ਹੈ। ਇੱਦਾਂ ਹੀ ਅਕਾਲੀ ਦਲ, ਤੁਸੀਂ ਇਹ ਦੇਖੋ ਕਿ ਜਦੋਂ ਦੀ ਆਹ ਸਰਕਾਰ ਬਣੀ ਕੈਪਟਨ ਸਾਹਿਬ ਦੀ, 2 ਸਾਲ ਤੋਂ ਬਾਅਦ ਅਕਾਲੀਆਂ ਨੇ ਕਹਿਣਾ ਸ਼ੁਰੂ ਕਰਤਾ, ਮਜੀਠੀਆ ਸਾਹਿਬ ਵੀ ਕਹਿੰਦੇ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਸੀ, ਬੰਟੀ ਰਮਾਣਾ ਸਾਹਿਬ ਵੀ, ਸਾਰੇ ਬੰਦੇ, ਕਿ ਸਾਡੇ ਤੇ ਗਲਤ ਇਲਜ਼ਾਮ ਲਾਏ 2017 ਚ, ਸਾਨੂੰ ਬਦਨਾਮ ਕੀਤਾ ਬੇਅਦਬੀ ਤੇ ਨਸ਼ੇ ਦੇ ਮੁੱਦੇ ਤੇ, ਵੋਟਾਂ ਲੈ ਕੇ ਜਿੱਤ ਗਏ, ਤਾਂ ਜੇ ਅਸੀਂ ਦੋਸ਼ੀ ਹੁੰਦੇ ਇੱਕ ਵੀ ਬੰਦੇ ਤੇ ਨਾ ਤੋਂ ਪਰਚਾ ਕਿਉਂ ਨਹੀਂ ਹੋਇਆ, ਬਾਰ-ਬਾਰ ਕਹਿੰਦੇ ਸੀ। ਵੱਡੇ ਬਾਦਲ ਸਾਹਿਬ ਕਹਿੰਦੇ ਸੀ ਕਿ ਜੇ ਅਸੀਂ ਦੋਸ਼ੀਆਂ ਫੜ ਲਓ ਦੱਸੋ ਕਿੱਥੇ ਆਉਣਾ ਹੀ। ਤੇ ਜਦੋਂ FIR ਹੋ ਗਈ ਆ, ਹੁਣ ਆਪਾਂ ਸਾਹਮਣੇ ਨਹੀਂ ਹੈਗੇ। ਜਾਨੀ ਜੇ ਆਪਾਂ ਪਹਿਲਾਂ ਉਹਨਾਂ ਦੇ ਘਰ ਜਾ ਕੇ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਸੀ, ਆਪਾਂ ਕਹਿੰਦੇ ਸੀ ਵੀ ਜੇ ਹਿੰਮਤ ਹੈਗੀ ਆ, ਜੇ ਕੋਈ ਕਾਣ ਆ ਸਾਡੇ ਦੇ ਵਿੱਚ ਤਾਂ ਪਰਚਾ ਕਰੋ, FIR ਕਰੋ। ਇੱਕ ਤਾਂ ਇਹ ਪੁਆਇੰਟ। ਦੂਸਰਾ, ਸੰਧਾਲੀਆ ਸਾਹਿਬ, ਨਸ਼ੇ ਦਾ ਹੀ ਮੁੱਦਾ ਸੀ ਜਿਹਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਬੋਲੇ ਸੀ ਤਾਂ ਅਦਾਲਤ ਦਾ ਸਹਾਰਾ ਲਿਆ ਸੀ। ਅਦਾਲਤ ਦੇ ਵਿੱਚ ਗਏ ਸੀ ਮਜੀਠੀਆ ਸਾਹਿਬ, ਉੱਥੇ ਮਾਫੀ ਮੰਗੀ ਸੀ ਕੇਜਰੀਵਾਲ ਸਾਹਿਬ ਨੇ। ਤੇ ਹੁਣ ਜੇ ਹੋਰ ਵੀ ਨੁਕਤਾ ਤਾਂ ਅਦਾਲਤ ਤਾਂ ਉਹੀ ਹੈ ਨਾ, ਜੇ ਤਾਂ ਨਿਆਂ ਪ੍ਰਬੰਧ ਦੇ ਉੱਤੇ ਆਪਾਂ ਨੂੰ ਯਕੀਨ ਤੇ ਵਿਸ਼ਵਾਸ ਹੈ ਤੇ ਲੜਾਈ ਮੈਨੂੰ ਲੱਗਦਾ ਉਧਰ ਦੀ ਵੀ ਲੜ ਲੈਣੀ ਚਾਹੀਦੀ ਹੈ। ਮੇਰਾ ਖਿਆਲ ਭਗਵੰਤ ਮਾਨ ਹੋਰਾਂ ਨੇ, ਭਾਵੇਂ ਅੱਜ ਕੱਲ੍ਹ ਬੰਦੇ ਥੋੜ੍ਹੇ ਟਿਚਰੀ ਹੋ ਗਏ ਆ, ਜਿਸ ਹਿਸਾਬ ਨਾਲ ਲਾਈ ਹੈ ਵੀ ਮਾਰਾ ਸਹਿਯੋਗ ਕਰਨਾ ਚਾਹੀਦਾ ਹੈ, ਤੇ ਇਨਡਾਇਰੈਕਟ ਵੀ ਨੇ ਇਹੀ ਗੱਲ ਸੀਗੀ। ਪਰ ਮੈਨੂੰ ਇਹ ਜਾਪਦਾ ਵੀ ਆ ਜਿਹੜੇ 2-4 ਦਿਨ ਆ ਨਾ ਜੀ, ਇਹ ਜਦੋਂ ਨਿਕਲਦੇ ਆ ਉਸ ਤੋਂ ਬਾਅਦ ਥੋੜ੍ਹੀ ਜਿਹੀ ਪਿਕਚਰ ਕਲੀਅਰ ਹੋਣੀ, ਕਿਉਂਕਿ ਜਿਹੜੀ ਚੀਜ਼ ਜਾਂ ਜਿਹੜੀ ਧਿਰ ਇਸ ਵਕਤ ਪਿਕਚਰ 'ਚ ਨਜ਼ਰ ਨਹੀਂ ਆ ਰਹੀ, ਲੋਕ ਪਤਾ ਨਹੀਂ ਕਿਉਂ ਵਾਰ-ਵਾਰ ਉਹਨਾਂ ਦੀਆਂ ਗੱਲਾਂ ਕਰੀ ਜਾ ਰਹੇ ਆ, ਆਪਾਂ ਥੋੜ੍ਹੀ ਜਿਹੀ ਕਰ ਲੈਂਦੇ ਹਾਂ, ਉਹ ਆ ਕੇਂਦਰ ਸਰਕਾਰ। ਹੁਣ ਕੇਂਦਰ ਸਰਕਾਰ, ਬੜੀ ਦੇਰ ਤੋਂ ਗੱਲਾਂ ਇਹ ਚੱਲਦੀਆਂ ਸੀ ਵੀ ਯਾਰ ਜਦੋਂ ਗੱਠਜੋੜ ਵੀ ਸੀਗਾ ਨਾ, ਉਦੋਂ ਵੀ ਸਰਕਾਰ ਜਿਹੜੀ ਉੱਧਰ ਵਾਲੀ ਸੀਗੀ ਜਾਂ ਜਿਹੜੀ ਪਾਰਟੀ ਸੀ, ਉਹਨਾਂ ਨੂੰ ਬੜੀ ਰਾਂ ਇਤਰਾਜ਼ ਆਉਂਦਾ ਵੀ ਯਾਰ ਇਹ ਠੀਕ ਨਹੀਂ, ਇਹ ਅਸੀਂ ਤੁਹਾਨੂੰ ਕਹੀ ਜਾਂਦੇ ਵੀ ਇਹ ਠੀਕ ਨਹੀਂ। ਐਂਡ ਇਹੀ ਕਾਰਨ ਸੀਗਾ ਸ਼ਾਇਦ ਵੀ ਜਦੋਂ ਇਹ ਸਾਰਾ ਕੁਝ ਹੁੰਦਾ ਤੇ 2 ਪਾਰਟੀਆਂ ਦਾ ਗੱਠਜੋੜ, PLC ਤੇ BJP, ਯਾਨੀ ਕਿ ਪੰਜਾਬ ਲੋਕ ਕਾਂਗਰਸ ਤੇ BJP, ਉਹਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਨੇ ਗਲਤ ਹੋਇਆ, ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਕਹਿੰਦੇ ਵੀ ਦੇਰ ਨਾਲ ਕਾਰਵਾਈ ਹੋਈ, ਬਿਲਕੁਲ ਠੀਕ ਹੋਈ, ਹੈ ਨਾ। ਹੁਣ ਉਹ ਜਿਹੜੇ ਬੰਦੇ ਨੇ ਉਹ ਚੁੱਪ ਨੇ, ਉਹ ਸ਼ਾਂਤ ਨੇ, ਉਹਨਾਂ ਨੇ ਕੱਲ੍ਹ ਨੂੰ ਪਤਾ ਨਹੀਂ ਕਿਹੜਾ ਨਵਾਂ ਸੱਪ ਕੱਢ ਲੈਣਾ ਹੀ, ਇਸ ਪਾਸੇ ਵੀ ਜੇ ਧਿਆਨ ਲੱਗਾ ਸ਼ਾਇਦ ਇਹਦਾ ਕਰਕੇ ਵੀ ਜੇ ਜਿਹੜਾ ਬੰਦਿਆਂ ਨੇ ਹੱਥ ਪਾ ਲਿਆ ਉਹ ਵੀ ਕਹਿੰਦੇ ਨੇ ਵੀ ਯਾਰ ਹੁਣ ਇਹ ਪਤਾ ਨਹੀਂ ਉੱਧਰ ਜੇ ਖੜ ਗਏ ਤੇ ਫਿਰ ਬੰਦਾ ਛਡਾ ਨਾ ਲੈਣ, ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਯਾਰ ਹੁਣ ਇਹ ਸਾਡੇ ਤੇ ਭਾਰੇ ਹੋਏ, ਯਾਰ ਜੇ ਕਿਤੇ ਉੱਧਰ ਹੋ ਗਏ ਤੇ ਇਹ ਨਾ ਹੋਏ ਨਿਕਲੇ ਨਾ ਬੰਦਾ ਬਾਹਰ। ਅਸਲ ਜਿਹੜੀ ਐਬਸੋਲਿਊਟ ਪਾਵਰ ਚੁੱਕੀ ਫਿਰਦੇ ਨੇ ਦਿੱਲੀ ਵਾਲੇ, ਉਹਨਾਂ ਅਜੇ ਮੁੱਠ 'ਚ ਨਹੀਂ ਦੱਸਿਆ ਵੀ ਕਲੀ ਹੈ ਕਿ ਜੋਟਾ। ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਲਈ ਰਾਹ ਪੰਜਾਬ 'ਚ ਬਹੁਤਾ ਹੀ ਔਖਾ ਸੀ, ਪਰ ਪਿਛਲੇ 1 ਮਹੀਨੇ ਦੇ ਵਿੱਚ ਮੈਂ ਨਹੀਂ ਕਹਿੰਦਾ ਉਹ ਸੌਖੇ ਹੋਏ ਆ, ਪਰ ਉਹਨਾਂ ਦੀ ਔਖ ਘਟ ਗਈ ਆ, ਆਪੇ ਹੀ ਘਟਾਈ ਜਾਂਦੇ ਨੇ, ਆਪੇ ਹੀ ਘਟਾ। ਤੁਸੀਂ ਦੇਖੋ ਕਿ ਉਹ ਐਂ ਬੈਠੇ ਆ, ਇੱਧਰੋਂ ਆ ਕੇ ਕੈਪਟਨ ਸਾਹਿਬ ਨਾਲ ਜੁੜ ਗਏ, ਇੱਧਰੋਂ ਆ ਕੇ ਢੀਂਡਸਾ ਸਾਹਿਬ ਨਾਲ ਜੁੜ ਗਏ। ਉਹ ਅਜੇ ਇਹਨਾਂ ਨੂੰ ਚਾਹ ਦਾ ਕੱਪ ਉਹਨਾਂ ਨੇ ਟੇਬਲ ਤੇ ਰੱਖਿਆ ਸੀ, ਉੱਧਰੋਂ ਸਿਰਸਾ ਸਾਹਿਬ ਆ ਕਹਿੰਦੇ ਆਏ ਜੀ, ਉਹ ਸਿਰਸਾ ਸਾਹਿਬ ਨੂੰ ਬਿਠਾਉਂਦੇ ਸੀ, ਕਹਿੰਦੇ ਆ ਕੁਰਸੀ ਪਈ, ਸਿਰਸਾ ਨਹੀਂ ਕਹਿੰਦੇ ਜੀ ਇੱਕ ਹੋਰ ਰੱਖਿਓ, ਕੀ ਹੋਇਆ, ਰਾਣਾ ਗੁਰਮੀਤ ਸੋਢੀ ਹੋਰਾਂ ਨੇ ਵੀ ਆਉਣਾ ਹੀ, ਤੇ ਰਾਣਾ ਗੁਰਮੀਤ ਸੋਢੀ ਹੋਰੀ ਕਹਿੰਦੇ ਉਹ ਦੇਖੋ ਮੂੜਾ ਇੱਥੇ ਰੱਖੋ, ਇੱਕ SGPC ਵਾਲੇ ਸਾਹਿਬ ਦਾ ਜੂਨੀਅਰ ਮੀਤ ਪ੍ਰਧਾਨ ਆ ਰਹੇ ਨੇ। ਉਹ ਜਾਣੀ ਉਹਨਾਂ ਨੇ ਫੇਰ ਉੱਥੇ ਜੇ ਗੱਲਾਂ ਬਾਤਾਂ ਚੱਲਦੀਆਂ, ਕਹਿੰਦੇ
ਛੋਟਾ ਹੈ ਕਮਰਾ, ਹਾਲ ਕਮਰਾ ਬੁੱਕ ਕਰੋ, ਹਾਲ ਕਮਰਾ, ਉੱਥੇ ਰਾਊਂਡ ਟੇਬਲ ਲੱਗਾ ਹੋਵੇ, ਕੁਰਸੀਆਂ ਖਾਲੀ ਜਿੰਨੀਆਂ ਭਰੀਆਂ ਦੁੱਗਣੀਆਂ ਖਾਲੀ ਰੱਖਣੀਆਂ, ਕਿਉਂਕਿ ਬੰਦੇ ਆਉਣ ਨੂੰ ਖੜੇ ਆ। ਇੱਕ ਤਾਂ ਭਾਜਪਾ 'ਚ ਬੰਦੇ ਆਉਣ ਲੱਗ ਪਏ, ਕਾਹਦੇ ਕਰਕੇ ਆਉਂਦੇ ਆਪਾਂ ਜਾਂਦੇ ਹੀ ਨਹੀਂ। ਦੂਸਰਾ, ਮੰਨ ਲਓ ਭਾਜਪਾ ਦੀਆਂ 5 ਵੋਟਾਂ 7 ਵੋਟਾਂ ਜਾਂ 8 ਵੋਟਾਂ, ਉਹਨਾਂ ਦਾ ਮੁਕਾਬਲਾ ਕਿਹਦੇ ਨਾਲ ਹੈ? ਮੁਕਾਬਲਾ ਅਕਾਲੀ ਦਲ ਦੇ ਨਾਲ ਤੇ ਬਸਪਾ ਨਾਲ। ਹੁਣ ਅਕਾਲੀ ਦਲ ਐਸ ਮੁਸੀਬਤ 'ਚ ਫਸ ਗਿਆ। ਮੁਕਾਬਲਾ ਕਾਂਗਰਸ ਦੇ ਨਾਲ। ਇੱਕ ਤਾਂ ਕਾਂਗਰਸ ਦਾ ਵੱਡਾ ਖਿਡਾਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਨਾਲ ਜੁੜ ਗਿਆ, ਤੇ ਦੂਸਰਾ ਕਾਂਗਰਸੀ ਕਿਸੇ ਦਾ ਭਗਵੰਤ ਮਾਨ ਦੇ ਕਹਿਣਾ ਕੋਈ ਇਹ ਨਹੀਂ ਪਤਾ ਲੱਗਦਾ ਕਿ ਕੌਣ ਕਿਹਦੇ ਨਾਲ ਬੋਲਦਾ ਤੇ ਕੌਣ ਕਿਹਦੇ ਨਾਲ ਲੜਿਆ। ਇੱਕ ਤੀਸਰਾ ਨੰਬਰ ਰਹਿ ਗਿਆ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਵਾਲਿਆਂ ਨੂੰ ਅਜੇ ਬਹੁਤਾ ਇਸ ਮੁੱਦੇ ਦੇ ਉੱਤੇ ਹੀ ਉਲਝੇ ਉਹ ਪਏ ਨੇ ਕਿ ਭਾਈ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋਵੇ, ਕਿੱਧਰ ਨੂੰ ਜਾਈਏ ਤੇ ਕਿੱਧਰ ਨੂੰ ਨਾ ਜਾਈਏ। ਸੋ ਭਾਜਪਾ ਜਿੰਨਾ ਲੱਗਦਾ ਸੀ ਕਿ ਉਹ ਫਰਸ਼ ਦੇ ਉੱਤੇ ਵਿਛ ਜਾਣੀ ਹੈ, ਉਹ ਖੜੇ ਨੇ, ਬਾਕੀ ਸਾਰੇ ਆਪ ਹੀ ਹੌਲੀ ਹੌਲੀ ਥੱਲੇ ਨੂੰ ਆਈ ਜਾਂਦੇ। ਨਹੀਂ, ਪੂਰਾ ਫਰਕ ਪੈ ਗਿਆ। ਇੱਕ ਆਪਾਂ ਨਾ ਬੜੀ ਵਾਰ ਬੀਜੇਪੀ ਤੇ ਇਸ ਚੀਜ਼ ਦਾ ਇਲਜ਼ਾਮ ਲੱਗਦਾ ਵੀ ਇਹਨਾਂ ਜੀ ਵਪਾਰੀਆਂ ਦੀ ਕਾਰੋਬਾਰੀਆਂ ਦੀ ਪਾਰਟੀ ਹੈ। ਮੈਂ ਨਾ ਵੀ ਚਲੋ ਜੇ ਆਪਾਂ ਪਿੰਡਾਂ ਵਾਲੇ ਹਿਸਾਬ ਨਾਲ ਝਟਕਾ ਹਿਸਾਬ ਨਾਲ ਵੇਖੀਏ ਨਾ, ਵੀ ਵਪਾਰ ਵਾਲੇ ਕਾਰੋਬਾਰ ਵਾਲਿਆਂ ਦਾ ਇਹ ਕੰਮ ਹੁੰਦਾ ਵੀ ਜੇ ਸੂਦ ਦਾ ਜਾਂ ਵਿਆਜ ਤੇ ਦਿੱਤੇ ਪੈਸਿਆਂ ਦਾ ਲੈਣ ਦੇਣ ਹੋਵੇ ਨਾ, ਜਿਹੜੇ ਇੱਕ ਨਾ ਵਹੀ ਤੇ ਚੜ ਗਏ, ਮੰਨ ਲਓ ਵੀ ਜੇ ਬਾਪੂ ਨੇ ਲਏ ਸੀ ਤੇ ਉਹ ਭਾਈ ਸਾਹਿਬ ਵਾਧੇ ਘਾਟੇ ਤੇ ਉਦੋਂ ਬਾਅਦ ਹਿਸਾਬ ਕਰਨਾ ਹੀ ਪੈਣਾ, ਭਾਵੇਂ ਬਾਪੂ ਦੇਵੇ ਭਾਵੇਂ ਫਸਲ ਵੇਚ ਕੇ ਦੇਈਏ, ਹੁੰਦਾ ਹੀ ਹੈ ਨਾ ਪਿੰਡਾਂ 'ਚ ਜੀ। ਹੁਣ ਮੈਂ ਯਾਦ ਕਰਾਵਾਂ 2017 ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਜਿਹਦਾ ਖੁਲਾਸਾ ਕਾਫੀ ਸਾਲ ਬਾਅਦ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਨੇ ਕੀਤਾ ਸੀ ਵੀ ਉਦੋਂ ਤੇ ਗੱਲ ਹੋ ਜਾਣੀ ਸੀ। ਇਹ ਉਦੋਂ ਫਿਰ ਉਹ ਬੀਜੇਪੀ ਵਾਲਿਆਂ ਨੇ ਆਪਣੀਆਂ ਵੋਟਾਂ ਫਿਰ ਕਾਂਗਰਸ ਨੂੰ ਪਵਾਤੀਆਂ, ਇਹ ਤਾਂ ਕਰਕੇ ਫਿਰ ਕਾਂਗਰਸ ਬਣ ਗਈ। ਕਹਿ ਹੋ ਗਿਆ, ਕਹਿੰਦੇ ਸੀ ਆਪ ਨਹੀਂ ਸਾਹਮਣੇ ਆਉਂਦੀ। ਆਮ ਆਦਮੀ ਪਾਰਟੀ ਵਾਲਿਆਂ ਨੇ ਬੜੀ ਗੱਲ ਚੱਕੀ ਵੀ ਆਹ ਵੇਖ ਲਓ ਅੱਜ ਸੱਚ ਸਾਹਮਣੇ ਆ ਗਿਆ ਨਾ ਵੀ ਸਾਡੀ ਸਰਕਾਰ ਕਿਉਂ ਨਹੀਂ ਬਣੀ। ਮੈਂ ਸਿਰਫ ਉਸ ਗੱਲ ਤੇ ਜਾਣਾ ਵੀ ਜੇ ਮੰਨ ਲਓ ਸੱਚੀ ਇੱਦਾਂ ਹੋਇਆ ਸੀ ਵੀ ਵੋਟਾਂ ਇੱਧਰੋਂ ਉੱਧਰ ਟਰਾਂਸਫਰ ਹੋਈਆਂ ਸੀ, ਹੁਣ ਉਹਨੂੰ ਆਪਾਂ ਪਿੰਡਾਂ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਵਹੀ ਖਾਤੇ ਵਾਲਾ ਹਿਸਾਬ ਹੁੰਦਾ ਵੀ ਮੈਂ ਉਦੋਂ ਵਾਟਸਿਆਂ ਤੈਨੂੰ ਹੱਥ ਧਾਰ ਦਿੱਤੇ ਸੀ ਵੀਰ, ਤੇ ਜੇ ਹੁਣ ਮੈਂ ਮੰਗਣੇ ਆ ਜਾਂ ਮੈਂ ਵਾਪਸ ਲੈਣੇ ਆ 22 'ਚ ਤੇ ਫਿਰ ਕਿਹੜਾ ਵੀ ਅਗਲੇ ਮੋੜਨਗੇ ਨਹੀਂ। ਹੁਣ ਕਿਹਨਾਂ ਨੇ ਮੋੜਨੇ ਮੈਨੂੰ ਨਹੀਂ ਪਤਾ, ਪਰ ਜੇ ਇਦਾਂ ਹੋ ਗਿਆ ਫਿਰ ਨਹੀਂ, ਜੇ ਇਦਾਂ ਹੁਣ ਤਾਂ ਵੋਟਾਂ ਮੋੜਨ ਦੀ ਗੱਲ ਨਹੀਂ, ਹੁਣ ਤਾਂ ਬੰਦੇ ਮੋੜੀ ਜਾਂਦੇ ਅਗਲੇ ਜਿਹਨਾਂ ਨੇ ਵੋਟਾਂ ਲੈਣੀਆਂ। ਵੀ ਉਧਰ ਅਜੇ ਧਿਆਨ ਜਾ ਨਹੀਂ ਰਿਹਾ, ਪਰ ਮੈਨੂੰ ਇਹ ਵੀ ਚਲੋ ਆਪਾਂ ਥੋੜੀ ਜਿਹੀ ਡਿਸਕਸ਼ਨ ਕਰ ਲਈਏ। ਨਹੀਂ ਦੇਖੋ, ਜ਼ਰੂਰ ਐਤਕੀ ਇਦਾਂ ਤਾਂ ਕੰਮ ਹੋਣਾ ਹੀ ਆ, ਜਦੋਂ ਸਾਰਿਆਂ ਨੂੰ ਪਤਾ ਕਿ ਅਜੇ ਤੱਕ ਖਿਚੜੀ ਹੈ। ਅਜੇ ਤੱਕ ਇੱਕ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਧਿਰ ਇਦਾਂ ਦੀ ਨਹੀਂ ਜਿਹੜੀ ਬਹੁਮਤ ਦੇ ਨੇੜੇ ਜਾਂਦੀ ਨਜ਼ਰ ਆਉਂਦੀ ਹੈ। ਸਰਵੇਖਣ ਕੀ ਆ ਰਿਹਾ, ਸਾਨੂੰ ਨਹੀਂ ਲੈਣਾ ਦੇਣਾ ਉਹਦੇ ਨਾਲ। ਤੇ ਜਦੋਂ ਇਦਾਂ ਹੋਇਆ ਤਾਂ ਫਿਰ ਉਹਨਾਂ ਨੇ ਕਹਿਣਾ ਹੀ ਆ ਯਾਰ ਇੰਨੀਆਂ ਕੁ ਸੇਫ ਕਰ ਲਈਏ, ਫਿਰ ਉੱਥੇ ਇਦਾਂ ਦੀ ਵੀ ਐਡਜਸਟਮੈਂਟ ਹੋ ਜਾਂਦੀ ਹੈ। ਇਹਨਾਂ 20 ਤੇ ਤੁਸੀਂ ਠੀਕ ਹੋ, ਇਹਨਾਂ 15 ਤੇ ਆਪਾਂ ਠੀਕ ਆ, ਇਹਨਾਂ 20 ਤੇ ਸਾਡੀਆਂ ਤੁਹਾਨੂੰ, ਉਹਨਾਂ 15 ਤੇ ਤੁਹਾਡੀਆਂ ਸਾਨੂੰ, 35 ਹੋ ਜਾਣਗੀਆਂ। ਮੁੜ ਕੇ ਇੱਕ ਅੱਧੀ ਧਿਰ ਨਾਲ ਹੋਰ ਗੱਠਜੋੜ ਜਿਹਾ ਕਰਕੇ ਗੋਏ ਵਾਲੀ ਖਿਚੜੀ ਸਰਕਾਰ ਆਪਾਂ ਬਣਾ ਲਈਏ। ਤੇ ਜੇ ਇਦਾਂ ਹੋਣ ਲੱਗ ਪਿਆ, ਹੋ ਸਕਦਾ ਕਿ ਸਵੇਰੇ ਤੁਹਾਨੂੰ ਕਹਿਣ ਆਉਣ ਆਪਣਾ ਚੋਣ ਨਿਸ਼ਾਨ ਬੀਬੀ ਆ ਆਪਣੇ ਭਾਈ ਸਾਹਿਬ ਖੜੇ ਨੇ, ਵੋਟ ਇਹਨਾਂ ਨੂੰ ਪਾਉਣੀ ਹੈ, ਦੂਜੇ ਦਿਨ ਵੋਟਾਂ ਹੈ, ਤੇ ਤੜਕੇ 'ਚ ਆ ਜਾਣਾ ਬੀਬੀ ਗੱਲ ਠੀਕ ਹੈ, ਗੱਲ ਆਪਣੀ ਬਣ ਗਈ ਜੇ, ਬਹੁਤ ਵੱਡੀ ਗੱਲ ਹੋ ਗਈ ਜੇ। ਭਾਜੀ ਨੇ ਮੈਨੂੰ ਚੇਚਾ ਘੱਲਿਆ, ਉਹ ਤਾਂ ਬੀਬੀ ਨੂੰ ਤੂੰ ਸਮਝਾ ਕੇ ਆਉਣਾ ਏ ਵੀ ਭਾਜੀ ਹੁਣ ਉਹਨਾਂ ਦੇ ਨਾਲ ਖਲੋ ਗਿਆ। ਉਹ ਕਹਿੰਦੇ ਨਹੀਂ ਆਪਾਂ ਉਹਨਾਂ ਨੂੰ ਜਿਤਾਉਣਾ ਹੀ। ਤੁਸੀਂ ਹੁਣ ਇਹਨੂੰ ਤੈਅ ਲਾ ਲਓ, ਇਹਦੇ ਨਾਲ ਪਾਥੀਆਂ ਦੇ ਥੱਲੇ ਦੇ ਕੇ ਅੱਗ ਬਾਲ ਲਿਓ, ਆਹ ਰੱਖਣਾ ਹੀ ਬੀਬੀ ਉੱਪਰੋਂ ਤੀਜਾ ਚੌਥਾ ਜਾਂ 7ਵਾਂ ਜਨਮਾ ਵੀ ਨੰਬਰ ਹੋਇਆ, ਤੇ ਉਹ ਸਾਈਕਲ ਵਾਲੇ ਭਾਈ ਨੇ ਸੁਣ ਕੇ ਫੇਰ ਬਹਿ ਜਾਣੇ। ਨਹੀਂ, ਉਹ ਤਾਂ ਤੇਰਾ ਕੱਲ ਦਾ ਹੀ ਹੋਸ਼ ਨਹੀਂ ਆਇਆ। ਸਾਈਕਲ ਵਾਲੇ ਭਾਈ ਦੇ ਕੱਲ ਵੀ ਜ਼ਿਕਰ ਕੀਤਾ ਸੀ। ਸਾਈਕਲ ਵਾਲਾ ਭਾਈ ਆ ਵਿਚਾਰਾ, ਉਹੀ ਜਿਹੜਾ ਮਤਲਬ ਆਮ ਮਾਤੜ ਧਮਾਤੜ ਆਪਣੇ ਪੰਜਾਬ ਦਾ ਵੋਟਰ, ਉਹਨੂੰ ਸਮਝ ਨਹੀਂ ਆਉਂਦੀ ਵੀ ਇਸ ਵੇਲੇ ਹੋ ਕੀ ਰਿਹਾ। ਉਹ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਸਾਰਾ ਕੁਝ ਚੱਲਣ ਲੱਗ ਪਿਆ, ਹੋ ਸਕਦਾ ਵੀ ਉਹ ਥੋੜੇ ਦਿਨ ਆਖੇ ਵੀ ਮੈਂ ਯਾਰ ਸਾਈਕਲ ਤੇ ਨਹੀਂ ਜਾਇਆ ਕਰਨਾ, ਮੈਨੂੰ ਡਾਕਟਰ ਨੇ ਮਨਾ ਕੀਤਾ, ਤੂੰ ਮਾਰ ਲੈਣਾ ਕਿਤੇ। ਸੰਧਾਲੀਆ ਸਭ ਹੋ ਸਕਦਾ ਕਿ ਉਹਨੂੰ ਕੋਈ ਬੰਦਾ ਕੰਬਲ ਦੇ ਜਾਵੇ ਉੱਥੇ, ਕਿ ਤਰੇਲ ਪੈਂਦੀ ਹੈ, ਕੋਰਾ ਪੈਂਦਾ ਹੈ, ਤੇ ਨਾਲ ਇਹ ਵੀ ਕਵੇ ਲਿਆ ਘਰ ਜਾਓ, ਕਹਿੰਦੇ ਘਰ ਨਹੀਂ ਜਾਣਾ, ਕੀ ਹੋਇਆ ਯਾਰ ਉੱਥੇ ਲੀਡਰ ਬਹੁਤ ਹੁੰਦੇ ਆ, ਤੇ ਮੈਨੂੰ ਸਮਝ ਨਹੀਂ ਆਉਂਦੀ ਹੋਈ ਕੀ ਜਾਂਦਾ। ਆਹ ਵੀ ਕੱਲ ਬੰਦੇ ਆਏ ਸੀ, ਉਹਨਾਂ ਮੇਰੇ ਕੋਲੋਂ 5-7 ਮਿੰਟ ਲਾਏ, ਮੈਨੂੰ ਉਹਨਾਂ ਨੇ ਨੰਬਰ ਦੱਸਿਆ, ਇਸ ਬਟਨ ਨੂੰ ਨੱਪਣਾ ਹੀ, ਇਸ ਚੋਣ ਨਿਸ਼ਾਨ ਨੂੰ ਆਪਾਂ ਵੋਟ ਪਾਉਣੀ ਆ। ਅੱਜ ਸਵੇਰੇ ਤੜਕੇ ਬੰਦਾ ਇੱਕ ਹੋਰ ਆ, ਕਹਿੰਦਾ ਨਹੀਂ ਉਹਨੂੰ ਭੁੱਲ ਜਾ ਤੂੰ, ਹੁਣ ਤੂੰ ਦੂਜਾ ਆਹ ਵਾਲਾ ਇਹਨੂੰ ਪਾਉਣੀ ਆ। ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਦੀ ਮੰਨਾ ਕਿ ਇਹਨਾਂ ਦੀ ਮੰਨਾ। ਬਾਕੀ ਭਾਈ ਜਦੋਂ ਕੋਈ ਬੰਦਾ ਕੰਪੇਨ ਕਰਨ ਜਾਂਦਾ, ਥੋੜਾ ਜਿਹਾ ਧਿਆਨ ਨਾਲ ਜਾਣਾ ਹੀ, ਦਿਨ ਚੜ੍ਹੇ ਤੇ ਜਾਣਾ ਹੈ, ਤੇ ਦਿਨ ਢਲਣ ਤੋਂ ਪਹਿਲਾਂ ਆ ਜਾਣਾ ਹੀ, ਨਹੀਂ ਤਾਂ ਜੈ ਕਿਸ਼ਨ ਰੋੜੀ ਸਾਹਿਬ ਨੂੰ ਪੁੱਛ ਲਓ, ਕਹਿੰਦੇ ਭਾਈ ਹਮਲਾ ਹੋ ਗਿਆ। ਨਹੀਂ, ਉਹ ਤੇ ਕਾਫੀ ਤਕੜਾ ਕੰਮ ਹੋਇਆ। ਪਰ ਇਹ ਹੈਰਾਨੀ ਵਾਲੀ ਗੱਲ ਹੈ ਵੀ ਜੈ ਕਿਸ਼ਨ ਰੋੜੀ ਸਾਹਿਬ ਬੰਦੇ ਦੇ ਭਲੇ ਮਾਸ ਜਾਪਦੇ, ਉਹਨਾਂ ਦੁਆਲੇ ਕਿਹੜਾ ਹੋ ਗਈ। ਮਹਾਰਾਜ ਤੁਸੀਂ ਹੁਣ ਇੱਦਾਂ ਤੁਸੀਂ ਮੇਰੇ ਦੁਆਲੇ ਵੀ ਤਾਂ ਹੋ ਹੀ ਜਾਂਦੇ ਆ। ਨਹੀਂ, ਤੁਸੀਂ ਭਲੇ ਮਾਸ ਹੈ ਨਹੀਂ ਨਾ ਗੱਲ, ਨਹੀਂ ਪੁੱਛ ਲਓ, ਨਹੀਂ ਪੁੱਛ ਲਓ। ਆ ਵੀ ਤੁਹਾਡੇ ਤੁਸੀਂ ਹੈਗੇ ਲੀਡਰ, ਤੁਸੀਂ ਇਹ ਨਹੀਂ ਦੇਖਣਾ ਕਿ ਸਾਹਮਣੇ ਵਾਲਾ ਕੀ ਆ, ਤੁਸੀਂ ਇਹ ਦੇਖਣਾ ਤੁਹਾਨੂੰ ਫਾਇਦਾ ਕਿੱਦਾਂ। ਬਾਕੀ ਜੈ ਕਿਸ਼ਨ ਰੋੜੀ ਹੋਰਾਂ ਨੇ ਮੈਨੂੰ ਲੱਗਦਾ ਇਲਜ਼ਾਮ ਤਾਂ ਬਹੁਤਾ ਕਿਸੇ ਤੇ ਲਾਇਆ ਨਹੀਂ ਜੀ, ਪਰ ਹਾਂ ਥੋੜਾ ਬਚ ਕੇ ਰਹਿਣਾ ਚਾਹੀਦਾ, ਕੋਈ ਪਤਾ ਨਹੀਂ ਹੁੰਦਾ ਕਿਹੜਾ ਕਿੱਧਰੋਂ ਕੀ ਕਰਾ ਜਾਵੇ। ਇਸ ਕਰਕੇ ਥੋੜਾ ਜਿਹਾ ਹਿਸਾਬ ਕਿਤਾਬ ਨਾਲ ਮੈਨੂੰ ਐਂ ਲੱਗਦਾ ਕਿ ਆਪਾਂ
ਸਾਰੀ ਗੱਲ ਨੂੰ ਇੱਥੇ ਇੱਕ ਸਮੇਟ ਦਈਏ ਕਿ ਭਾਈ ਕਾਨੂੰਨ ਆਪਣੇ ਮੁਤਾਬਕ ਚੱਲ ਰਿਹਾ ਹੈ। ਭਲਕੇ ਅਕਾਲੀ ਦਲ ਜਿਹੜਾ ਹੈ ਉਹ ਐਸਐਸਪੀ ਦਫ਼ਤਰਾਂ ਦਾ ਘਿਰਾਓ ਕਰਕੇ ਮੰਗ ਕੀ ਕਰਦਾ ਹੈ, ਉਦੋਂ ਤੱਕ ਮਜੀਠੀਆ ਸਾਹਿਬ ਦੀ ਅਰਜ਼ੀ ਕਿੱਥੇ ਕੁ ਜਾਂਦੀ ਹੈ, ਜਾਂ ਫਿਰ ਇਹਦੇ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਜਾਂ ਉਹਨਾਂ ਦੇ ਕਿਸੇ ਨੇੜਲੇ ਸੱਜਣ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਉਹ ਸਾਰੀਆਂ ਚੀਜ਼ਾਂ ਜੇ ਆਉਣ ਵਾਲੇ ਸਮੇਂ ਨੇ ਕਲੀਅਰ ਕਰਨੀਆਂ। ਹੁਣ ਆਪਾਂ ਕਿਸਾਨਾਂ ਵਾਲੇ ਪਾਸੇ ਚਲੀਏ ਜੀ। ਮੈਨੂੰ ਇਹ ਸੀ ਵੀ ਉਦੋਂ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਅਗਲੀ ਗੱਲ ਕਰ ਦਿੱਤੀ, ਉਹ ਜ਼ਿਕਰ ਕਰ ਦੱਸੋ ਜੀ, ਦੱਸੋ ਮਹਾਰਾਜ। ਕਿਉਂਕਿ ਮਸਲਾ ਤਾਂ ਇਹ ਚੱਲਦਾ ਪਿਆ ਵੀ ਨਸ਼ਿਆਂ ਵਾਲਾ ਇੱਕ ਪਾਸੇ ਕੇਸ ਹੋ ਗਿਆ, ਹਰੇਕ ਬੰਦਾ ਉਹਨੂੰ ਕ੍ਰੈਡਿਟ ਦੌੜ 'ਚ ਪਿਆ, ਕੋਈ ਕਹਿੰਦਾ ਅਸੀਂ ਚੱਕਤਾ ਹੀ, ਕੋਈ ਕਹਿੰਦੇ ਆਹ ਦੇਖੇ ਕਰਤਾ ਹੀ, ਉਹ ਕਹਿੰਦੇ ਬੇਅਦਬੀ ਵਾਲੇ ਮਾਮਲੇ ਦਾ ਕੁਝ ਬਣੇ ਨਹੀਂ ਤੱਕ। ਮਤਲਬ ਮੈਨੂੰ ਇਹ ਸਿਰਫ ਹਲਕੀ ਜਿਹੀ ਗੱਲ ਖੁੜਕੀ ਵੀ ਜਦੋਂ ਇੱਕ ਮਸਲਾ ਜੇ ਚੱਲ ਰਿਹਾ ਉਹ ਤੋਂ ਬਿਨਾਂ ਪ੍ਰਧਾਨ ਜੀ ਉਹ ਵਾਲਾ ਮਸਲਾ ਚੁੱਕਣਾ ਜਿਹੜੇ ਬਾਰੇ ਅਜੇ ਚਰਚਾ ਹੈਗੀ ਆ ਪਰ ਸੈਂਟਰ 'ਚ ਨਹੀਂ ਹੈਗਾ ਸੀਗਾ, ਅਚਾਨਕ ਜੇ ਉਹਦਾ ਜ਼ਿਕਰ ਕੀਤਾ ਤੇ ਰੱਬ ਸੁੱਖ ਰੱਖੇ, ਮੈਂ ਤੇ ਵੇਖ ਹੀ ਗੱਲ ਹੀ ਕੀਤੀ ਹੈ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਮੰਨਣੀ ਪਊਗੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਾ ਕੱਲ ਪਰਸੋਂ ਇੱਕ ਥਾਂ ਤੇ ਬਿਆਨ ਦਿੰਦੇ ਆ ਕਿਹਾ ਯਾਰ ਮੈਂ ਫਿਰ ਜਦੋਂ ਕਹਿੰਦਾ ਸਾਡੇ ਆਪਣੇ ਬੰਦੇ ਵੀ ਗੁੱਸੇ ਹੋ ਜਾਂਦੇ ਆ, ਪਰ ਮੈਨੂੰ ਕਹਿਣਾ ਪੈਂਦਾ ਮੈਂ ਤੁਹਾਡੇ ਨਾਲ ਖੜਾ ਹਾਂ। ਖੜੇ ਆ ਕਿ ਨਹੀਂ ਖੜੇ ਸਾਨੂੰ ਨਹੀਂ ਪਤਾ, ਪਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ, ਮਹੀਨਾ ਕਿ ਕੋਈ ਬਹੁਤੀਆਂ ਚੀਜ਼ਾਂ ਛੇੜੀਆਂ ਨਹੀਂ ਸੀ ਗਈਆਂ। ਉਹ ਬੰਦਾ ਅਸਤੀਫਾ ਦੇ ਕੇ ਗਿਆ, ਐਡਵੋਕੇਟ ਜਨਰਲ ਤੇ ਡੀਜੀਪੀ ਵਾਲਾ ਮਸਲਾ ਆਇਆ, ਉਹਦੇ ਤੋਂ ਬਾਅਦ ਬਿਜਲੀ 3 ਰੁਪਏ ਸਸਤੀ ਵਾਲਾ ਫੈਸਲਾ, ਉਹਦੇ ਤੋਂ ਬਾਅਦ ਫਿਰ ਰੇਤੇ ਵਾਲਾ ਫੈਸਲਾ ਲਾਗੂ ਹੁੰਦਾ ਨਹੀਂ ਹੁੰਦਾ ਵੱਖਰੀ ਗੱਲ ਹੈ। ਉਹਦੇ ਤੋਂ ਬਾਅਦ ਫਿਰ ਜਦੋਂ ਆਹ ਨਸ਼ੇ ਵਾਲੇ ਮੁੱਦੇ ਦੇ ਉੱਤੇ ਚਰਚਾ ਹੋਈ FIR ਦੀ, ਬੇਅਦਬੀ ਵਾਲਾ ਮਸਲਾ ਤੁਸੀਂ 1 ਜਾਂ 2 ਦਿਨ ਰੁਕ ਜਾਓ, ਕਿਉਂਕਿ ਉਹ ਪਹਿਲਾਂ ਉੱਥੇ ਵੀ ਜਾਏ ਜਿੱਥੇ ਧਰਨਾ ਲਾਇਆ ਕ੍ਰਿਸ਼ਨ ਭਗਵੰਤ ਸਿੰਘ ਹੋਰਾਂ ਦੇ ਬੇਟੇ ਨੇ ਤੇ ਬਾਕੀ ਸੱਜਣਾ ਨੇ। ਉਹਦੇ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖਤੀ ਸੀ ਕਿ ਵਿਧਾਇਕਾਂ ਦੇ ਪੁੱਤਾਂ ਧੀਆਂ ਨੂੰ ਨੌਕਰੀਆਂ ਦੇਣ ਦੀ ਲੋੜ ਨਹੀਂ। ਆਹ ਬੰਦੇ ਜਿਹੜੇ ਬਹਿਬਲ ਕਲਾਂ ਕੋਟਕਪੁਰਾ ਕਾਂਡ ਦੇ ਪੀੜਤ ਨੇ, ਜਿਨ੍ਹਾਂ ਨੂੰ ਰੋਟੀ ਦੀ ਲੋੜ ਹੈ ਤੇ ਰੋਜ਼ੀ ਦੀ ਲੋੜ ਹੈ, ਤੁਸੀਂ ਉਹਨਾਂ ਬੰਦਿਆਂ ਨੂੰ ਨੌਕਰੀ ਦਿਓ। ਤੇ ਆਹ ਹੁਣ ਨਵਾਂ ਸੰਕੇਤ ਦੇਤੇ ਕਿ ਉਧਰ ਕੀ, ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਯਤਨ ਹੋਊਗਾ ਕਿ ਨਿਬੜੇ ਕੰਮ ਨਾ ਨਿਬੜੇ, ਚੋਣ ਜ਼ਾਬਤਾ ਕੋਡ ਆਫ ਕੰਡਕਟ ਲੱਭਣ ਤੋਂ ਪਹਿਲਾਂ ਹੋ ਸਕਦਾ ਮਾੜੀ ਮੋਟੀ ਦਾਤੀ ਇੱਧਰ ਵੀ ਫਿਰਾ ਦੇਣਾ। ਮਤਲਬ ਇੱਕ ਅੱਧਾ ਕਾਗਜ਼ ਕੋਈ ਇੱਧਰੋਂ ਨਿਕਲ ਆਵੇ। ਮਤਲਬ ਤਾਂ ਗੱਲ ਕੀਤੀ ਵੀ ਚਲੋ ਆਪਾਂ ਕਿਸਾਨਾਂ ਵਾਲੇ ਮੁੱਦੇ ਤੇ ਚੱਲਦੇ ਹੁਣ। ਤੇ ਉਹ 17 ਨੂੰ ਹੋਣੀ ਸੀ, ਫਿਰ 20 ਤੇ ਪਈ, 20 ਤੋਂ 23 ਤੇ ਆ ਗਈ, ਤੇ ਅੱਜ ਸੁੱਖ ਨਾਲ 11 ਵਜੇ ਦੁਬਾਰਾ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਸਾਹਿਬ ਨਾਲ ਬਹਿਣਾ ਤੇ ਫਿਰ ਉਹਨਾਂ ਨੇ ਆਮਣੇ ਸਾਹਮਣੇ ਬਿਠਾ ਕੇ ਉਹਨਾਂ ਦੇ ਮਸਲੇ ਹੱਲ ਕਰ ਦੇਣੇ। ਅੱਜ ਸੰਧਾਲੀਆ ਸਾਹਿਬ ਮੀਟਿੰਗਾਂ ਹੋਣੀਆਂ 2, ਇੱਕ 9:30 ਵਜੇ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ, ਜਿਹੜੇ ਧਰਨਾ ਲਾ ਕੇ ਬੈਠੇ 4 ਦਿਨ ਹੋ ਗਏ, ਰਾਤ ਵੀ ਤੇ ਦਿਨ ਵੀ, ਠੰਡ ਦੇਖ ਲਓ ਕਿੰਨੀ ਹੈ। ਉਹ ਮੁਲਾਜ਼ਮਾਂ ਦੇ ਨਾਲ, ਕੱਚੇ ਜਿਹੜੇ ਮੁਲਾਜ਼ਮ ਉਹਨਾਂ ਨਾਲ, ਬੇਰੁਜ਼ਗਾਰਾਂ ਦੇ ਨਾਲ ਵੀ ਖੜ ਜਾਂਦੇ ਆ। ਸਭ ਤੋਂ ਤਾਕਤਵਰ ਜਥੇਬੰਦੀ ਆਪਾਂ ਲਾ ਲਈਏ, ਉਹ ਪਹਿਲਾਂ ਵੀ ਵੱਖਰੇ ਮਿਲਦੇ ਹੁੰਦੇ ਆ, ਮੰਗਾਂ ਉਹੀ ਹੁੰਦੀਆਂ ਕਿਉਂਕਿ ਉਹਨਾਂ ਦਾ ਐਕਸ਼ਨ ਪਲਾਨ ਵੱਖਰੇ ਤਰੀਕੇ ਦਾ ਹੈ। 9:30 ਵਜੇ ਉਹਨਾਂ ਨੂੰ ਸੱਦਿਆ ਤੇ 11 ਵਜੇ ਪੰਜਾਬ ਦੀਆਂ ਬਾਕੀ 32 ਕਿਸਾਨ ਜਥੇਬੰਦੀਆਂ ਆਉਣਗੀਆਂ। ਮੀਟਿੰਗ 'ਚ ਕੀ ਹੁੰਦਾ ਇੱਕ ਵੱਖਰੀ ਗੱਲ ਆ, ਪਰ ਉਹਦੇ ਤੋਂ ਵੀ ਇੰਪੋਰਟੈਂਟ ਗੱਲ ਕੀ ਹੈ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਹਿਲਾਂ ਆਪਸ ਵਿੱਚ ਮੀਟਿੰਗ ਕੀਤੀ ਹੈ ਜਿੱਦਾਂ ਸਿੰਘੂ ਬਾਰਡਰ ਤੇ ਕਰਦੇ ਹੁੰਦੇ ਸੀ, ਪਰ ਇਹਨਾਂ ਸਰਕਾਰ ਵੱਖਰੀ ਹੈ। ਹੁਣ ਉਹ 32 ਕਿਸਾਨ ਜਥੇਬੰਦੀਆਂ ਨੇ ਆਪਸ ਦੇ ਵਿੱਚ ਮੀਟਿੰਗ ਕੀਤੀ ਤੇ ਸਾਰੇ ਮੁੱਦੇ ਤੈਅ ਕੀਤੇ ਕਿ ਜਦੋਂ ਆਪਾਂ ਪਿਛਲੀ ਵਾਰੀ ਚੰਨੀ ਸਾਹਿਬ ਨੂੰ ਮਿਲੇ ਸੀ, ਇਹ ਮੁੱਖ ਮੰਤਰੀ ਬਣੇ, ਆਹ ਮੰਗਾਂ ਰੱਖੀਆਂ ਸੀ, ਇਹਨਾਂ ਦੇ ਵਿੱਚੋਂ ਆਹ ਪੂਰੀਆਂ ਹੋਈਆਂ, ਆਹ ਅਧੂਰੀਆਂ ਨੇ ਤੇ ਇਹਨਾਂ ਨੂੰ ਅਜੇ ਟੱਚ ਵੀ ਨਹੀਂ ਕੀਤਾ। ਉਹ ਪਹਿਲਾਂ ਆਪਸ ਦੇ ਵਿੱਚ ਕਲੀਅਰ ਹੋਏ ਨੇ ਕਿ ਉੱਥੇ ਜਾ ਕੇ ਕਿਤੇ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਨਾ ਹੋ ਜਾਣ। ਉਹਦੇ ਤੋਂ ਬਾਅਦ ਹੁਣ 11 ਵਜੇ ਅੱਜ ਉਹ 32 ਕਿਸਾਨ ਜਥੇਬੰਦੀਆਂ ਦੇ ਆਗੂ ਚੰਨੀ ਸਾਹਿਬ ਨੂੰ ਮਿਲਣਗੇ। ਤੁਹਾਨੂੰ ਪਿਛਲੀ ਵਾਰ ਦਾ ਚੇਤਾ ਹੋਣਾ, ਪਿਛਲੀ ਵਾਰ ਜਦੋਂ ਮਿਲਣ ਜਾਣ ਲੱਗੇ ਸੀ ਤਾਂ ਸਿਕਿਉਰਿਟੀ ਵਾਲਿਆਂ ਨੇ 2-4 ਨੂੰ ਧੱਕੇ ਮਾਰਤੇ ਸੀ ਤਾਂ ਉਹ ਬਾਹਰ ਹੀ ਖੜ ਗਏ, ਕਹਿੰਦੇ ਅੱਛਾ ਇੰਨੀ ਕੁ ਇੱਜ਼ਤ ਕਰਦੇ ਹੋ। ਫਿਰ ਉਹਦੇ ਤੋਂ ਬਾਅਦ ਪਹਿਲਾਂ ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਹੋਰੀ ਆਏ ਸੀ, ਉਹਦੇ ਤੋਂ ਬਾਅਦ ਚੰਨੀ ਸਾਹਿਬ ਆਪ ਆਏ ਸੀ, ਫਿਰ ਅੰਦਰ ਗਏ ਤੇ ਸਾਰੀਆਂ ਗੱਲਾਂ ਹੋਈਆਂ। ਦੇਖੋ ਇੱਕ ਮਸਲਾ ਤਾਂ ਸੰਧਾਲੀਆ ਸਾਹਿਬ ਹੈਗਾ ਕਰਜ਼ ਮਾਫੀ ਦਾ। ਜ਼ਰੂਰੀ ਨਹੀਂ ਕਿ ਜਿਹੜੀ ਡਿਮਾਂਡ ਕਰਦੇ ਆ ਉਸੇ ਮੁੱਦੇ ਦੇ ਉੱਤੇ ਗੱਲ ਲਿਆਉਣੀ। ਮੈਂ ਕਹਿੰਦਾ ਕਿ ਜਿੱਦਾਂ ਪਾਰਟੀ ਦੇ ਇਹਨਾਂ ਦੇ ਪ੍ਰਧਾਨ ਕਹਿੰਦੇ ਹੁੰਦੇ ਆ ਕਿ ਤੇਲ ਬੀਜ ਦਾਲਾਂ ਦੀ MSP ਅਸੀਂ ਦਿਆਂਗੇ। ਚੰਨੀ ਸਾਹਿਬ ਤੁਹਾਡੇ ਕੋਲੇ 2-4 ਘੰਟੇ ਅਜੇ ਹੈਗੇ ਆ, ਮੁੱਖ ਮੰਤਰੀ ਹੋ ਤੁਸੀਂ, ਮਾੜਾ ਮੋਟਾ ਜੇ ਰੋਡ ਮੈਪ ਇੱਧਰਲੇ ਪਾਸੇ ਤੈਅ ਕਰ ਲਓ, ਜੋ ਮੰਗਦੇ ਹੋ ਤਾਂ ਦਿਓ ਹੀ ਦਿਓ, 4 ਚੀਜ਼ਾਂ ਵਾਧੂ ਰੱਖ ਦਿਓ। ਨਹੀਂ ਹੋ ਜਵੇ ਤੇ ਚੰਗਾ, ਕਿਉਂਕਿ ਪਿਛਲੀ ਵਾਰ ਜੇ ਮੈਂ ਭੁੱਲਦਾ ਨਹੀਂ ਤੇ 18 ਮੰਗਾਂ ਦੀ ਗੱਲ ਸੀ, 18 ਤੋਂ 17 ਤੇ ਸਹੀ ਲਾ ਦਿੱਤੀ ਸੀ ਹਰੇ ਪੈਨ ਨਾਲ ਜੀ। ਇੱਕ ਰਹਿ ਗਈ ਸੀ ਕਰਜ਼ੇ ਵਾਲੀ ਵੀ ਆਪਾਂ ਅਗਲੀ ਮੀਟਿੰਗ ਤੇ ਰੱਖ ਲੈਨੇ। ਤੇ ਮੈਨੂੰ ਇੰਨਾ ਕੁ ਵੀ ਯਾਦ ਆ ਵੀ ਦਿਨ 7 ਪਾਏ ਸੀ ਜਿਹਨੂੰ ਆਪਾਂ 1 ਹਫ਼ਤਾ ਕਹਿੰਦੇ ਆ, ਉਹ ਗੱਲ ਵੱਖਰੀ ਵੀ ਫਿਰ ਵਾਹਵਾ ਦਿਨ ਲੰਘ ਗਏ। ਹੁਣ ਜੇ ਅੱਜ ਵੀ ਮੰਨ ਲਓ ਵੀ ਉਹ ਗਾਂ 1 ਹਫ਼ਤਾ ਪਾ ਲਿਆ, 1 ਹਫ਼ਤਾ ਹੁਣ ਕੁੱਲ ਮਿਲਾ ਕੇ ਜਿੰਨਾ ਕੁ ਰੌਲਾ ਰੱਪਾ ਪੈ ਗਿਆ ਉਹਦੇ ਹਿਸਾਬ ਨਾਲ ਸਰਕਾਰ ਕੋਲੇ ਹੈ ਨਹੀਂ। ਸੋ ਮੈਨੂੰ ਆਸ ਆ ਵੀ ਚੰਨੀ ਸਾਹਿਬ ਹੁਣ ਗਾਂ ਵਾਲਾ ਟਾਈਮ ਨਹੀਂ ਪਾਉਣਗੇ, ਅੱਜ ਕੁਛ ਨਾ ਕੁਛ ਇਹੋ ਜਿਹਾ ਕਰ ਦੇਣਗੇ ਵੀ ਆਹ ਲਓ ਬਜ਼ੁਰਗੋ ਸਾਰੀਆਂ ਹੀ ਹਰੀਆਂ ਪਾਤੀਆਂ ਜੇ ਸਿਆਹੀਆਂ।
ਨਹੀਂ ਉਹ ਪਹਿਲੇ ਕਹਿੰਦੇ ਬਿੰਦੀ ਟਿੱਪੀ ਕੋਈ ਰਹਿ ਨਾ ਜਾਵੇ, ਤੁਸੀਂ ਆਪ ਹੀ ਲਿਖਦੇ ਨਾ, ਹਾਂ, ਤੇ ਆਪਾਂ ਤਾਂ ਉਹਦੇ ਵਿੱਚ ਇੱਕ ਅੱਧੀ ਚੀਜ਼ ਵਾਧੂ ਪਾਵਾਂਗੇ, ਕੱਟਦੇ ਕੋਈ ਨਹੀਂ। ਬਾਕੀ ਸੰਧਾਲੀਆ ਸਾਹਿਬ ਅੱਜ ਕਿਸਾਨਾਂ ਵਾਲੀ ਮੀਟਿੰਗ ਦਾ ਕੀ ਹੁੰਦਾ ਇਹ ਤਾਂ ਬਾਅਦ ਵਿੱਚ ਪਤਾ ਲੱਗੂਗਾ, ਪਰ ਉਧਰਲੇ ਪਾਸੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ, ਮੋੜ ਦਿਓ ਜਿਹੜੀ ਚੀਜ਼ ਮੰਗ ਕੇ ਲੈਣੀ ਉਹਨੇ, ਮੋੜ ਦਿਆ ਕਰੋ। ਲੀਡਰਾਂ ਵਾਲੀ ਇੱਕ ਦੀ ਆਦਤ ਛੱਡ ਦਿਓ। ਨਹੀਂ ਮੈਂ ਕੋਈ ਮੰਗਿਆ ਨਹੀਂ ਕੁਛ। ਮੰਗਿਆ ਨਹੀਂ, ਤੁਸੀਂ ਲੈ ਕੇ ਆਏ ਉਦੋਂ, ਤੁਹਾਨੂੰ ਦੇਖਿਆ ਚੇਤਾ ਹੀ ਭੁਲਾ ਲਿਆ। ਕਿਹੜੀ ਚੀਜ਼? ਉਹ ਮਹਾਰਾਜ ਉਹ ਗੱਦੀ ਜਿਹੜੀ ਟਰੈਕਟਰ ਦੇ ਉੱਤੇ ਰਾਹੁਲ ਗਾਂਧੀ ਸਾਹਿਬ ਨੇ ਉਦੋਂ ਲਾਈ ਸੀ ਪਿਛਲੇ ਵਾਰੀ, ਕਿਉਂਕਿ ਮੁੜੇ ਆਉਣ ਲੱਗੇ ਆ ਪੰਜਾਬ 'ਚ। ਨਹੀਂ ਹੁਣ ਗੱਦੀ ਨਵੀਂ ਲਾਉਣੀ ਪੈਣੀ, ਉਹ ਤਾਂ ਹੁਣ ਇੰਨੇ ਚਿਰ ਦੀ ਬਹਿ ਬੂ ਗਈ ਹੋਣੀ ਹੈ ਕਿਤੇ। ਨਹੀਂ ਜੇ ਤੇ ਤੁਸੀਂ ਬੈਠੇ ਹੋ ਬਹਿ ਹੀ ਗਈ ਹੋਣੀ ਆ। ਹਾਂ ਮੈਂ ਤਦੇ ਹਿਸਾਬ ਲਾ ਵੀ ਨਹੀਂ ਉਹ ਤਾਂ ਨਹੀਂ, ਹੁਣ ਤਾਂ ਨਵੀਂ ਲਿਆਓ ਗੱਦੀ। ਨਾਲੇ ਉਹ ਨਾ ਉਦੋਂ ਥੋੜਾ ਕਹਿੰਦੇ ਚਰਚਾ ਚੱਲੀ ਸੀ, ਕਹਿੰਦੇ ਥੋੜਾ ਯਾਰ ਰੰਗ ਮੈਲ ਖੋਰਾ ਜਿਹਾ ਚਾਹੀਦਾ, ਉਹ ਥੋੜੀ ਜ਼ਿਆਦਾ ਵਾਈਟਿਸ਼ ਜੀ ਟਾਈਪ ਸੀਗੀ, ਐਵੇਂ ਕਹਿੰਦੇ ਵੀ ਮਾੜਾ ਮੋੜ ਵੀ ਕਿਤੇ ਦਾਗ ਜਿਹਾ ਉੱਤੇ ਲੱਗਾ ਨਾ, ਫਿਰ ਕਿਤੇ ਵੇਲੇ ਸਮੋਸਾ ਖਾਂਦਾ ਕਿਤੇ ਚਟਨੀ ਡਿੱਗ ਪੈਂਦੀ, ਇਸ ਕਰਕੇ ਥੋੜਾ ਜਿਹਾ ਕਹਿੰਦੇ ਵੀ ਗੱਦੀ ਥੋੜੀ ਜਿਹੀ ਗੂੜੇ ਰੰਗ ਦੀ, ਥੋੜੀ ਜਿਹੀ ਹੋਰ ਪੋਲੀ, ਕਿਉਂਕਿ ਹੁਣ ਜ਼ਿਆਦਾ ਟਾਈਮ ਰਹਿਣਾ ਪੈਣਾ ਪੰਜਾਬ 'ਚ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਂ ਇੱਕ ਹਿਸਾਬ ਲਾਉਂਦਾ ਸੀ, ਤੁਹਾਨੂੰ ਯਾਦ ਹੋਣਾ ਪਿਛਲੇ ਵਾਰੀ ਕੰਮ ਹੋਇਆ, ਮੈਂ ਕਹਿੰਦਾ ਟਰੈਕਟਰ ਸਾਈ ਤੇ ਬਣਵਾਉਣ, ਸਾਈ ਤੇ ਉਹਨੂੰ ਕਹਿਣਾ, ਉਹ ਕਵੇ ਜੀ ਮੰਨ ਲਓ ਏਜੰਸੀ 'ਚ ਗਏ ਜੀ, ਸਾਨੂੰ ਅਸੀਂ ਟਰੈਕਟਰ ਆਪ ਬਣਵਾਉਣਾ ਹੀ, ਕਈ ਨਹੀਂ ਇੰਜਣ ਬਣਾਇਆ ਆਪ ਕਹਿ ਕੇ, ਉਹ ਕਹਿਣ ਜੀ ਕੀ ਜ਼ਿਆਦਾ ਪਾਵਰ ਵਾਲਾ ਚਾਹੀਦਾ, ਕਹਿੰਦੇ ਸੋਹਣਾ ਚਾਹੀਦਾ, ਕੋਈ ਵੱਧ ਸਪੀਡ ਵਾਲਾ ਚਾਹੀਦਾ, ਵੱਧ ਟਿੱਲਰ ਲਾਉਣ ਵਾਲਾ ਚਾਹੀਦਾ, ਵੱਧ ਖਿਚਾਈ ਵਾਲਾ ਚਾਹੀਦਾ, ਵੱਧ ਸੀਟਾਂ ਵਾਲਾ ਚਾਹੀਦਾ। ਉਹ ਕਹਿੰਦੇ ਕਾਹਨੂੰ? ਦੇਖੋ ਜੀ ਸਿੱਧੂ ਸਾਹਿਬ ਨੂੰ ਵੀ ਥਾਂ ਦੇਣੀ ਹੈ, ਚੰਨੀ ਸਾਹਿਬ ਵੀ ਬਿਠਾਉਣੇ ਹੈ, ਜਾਖੜ ਸਾਹਿਬ ਵੀ ਨਹੀਂ ਗੁੱਸੇ ਕਰਨੇ, ਬੀਬੀ ਅੰਬਿਕਾ ਸੋਨੀ ਹੋਰਾਂ ਵੀ ਆਉਣਾ ਹੈ, ਮੈਨੀਫੈਸਟੋ ਵਾਲੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਵੀ ਬਣਦਾ ਹੈ, ਹੁਣ ਤਾਂ ਸੁਖਨਾ ਦੂਲੋ ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਲਿਆ ਆ, ਕਿ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ। ਜੇ ਤੇ ਘੱਟੋ ਘੱਟ 12 ਬੰਦੇ ਰਾਹੁਲ ਗਾਂਧੀ ਸਾਹਿਬ ਤੋਂ ਬਿਨਾਂ ਬਾਕੀ ਬਹਿ ਸਕਣ, ਕਿਉਂਕਿ ਹਰੀਸ਼ ਚੌਧਰੀ ਉਹਨਾਂ ਨੇ ਵੀ ਤਾਂ ਕੋਸ਼ਿਸ਼ ਹੋਣੀ, ਹੋਰ ਉਹਨਾਂ ਨੇ ਖੜੇ ਹੋ ਕੇ ਜਾਣਾ ਹੀ ਪਿੱਛੇ। ਮੈਨੂੰ ਇਤਰਾਜ਼ ਹੋ ਗਿਆ, ਤੁਸੀਂ ਉਹਨਾਂ ਦਾ ਟਰੈਕਟਰ ਖਰਾਬ ਕਰਾ ਦੇਣਾ। ਕਿਵੇਂ? 2 ਉਪ ਮੁੱਖ ਮੰਤਰੀ ਭੁੱਲ ਗਏ ਯਾਰ ਤੁਸੀਂ, ਫਿਰ ਉਹ ਗੱਲ ਫਿਰ ਮੋੜਦੀ ਰਾਹੁਲ ਗਾਂਧੀ ਰਹਿਣੋ ਨਾ ਹੁਣ, ਫਿਰ ਉਹ ਬਾਕੀ ਬੰਦੇ ਗਿਣ ਲੈਣੇ ਸਾਰੇ। 2 ਉਪ ਮੁੱਖ ਮੰਤਰੀ ਮਾਰੇ, ਇੱਕ ਕੋਲੇ ਗ੍ਰਹਿ ਮੰਤਰਾਲਾ, ਇੱਕ ਦੂਜੇ ਮੰਤਰੀ ਨੇ ਦੱਸੋ। ਇਸ ਕਰਕੇ ਉਹਨਾਂ ਦੀ ਮੈਂ ਤਾਂ ਕਹਿੰਦਾ ਵੀ ਹੋਰ ਕੋਈ ਨਹੀਂ, ਪਿੰਡੋਂ ਮਗਵੀਂ ਟਰਾਲੀ ਲੈ ਲੈਣ ਕਿਤੇ ਯਾਰ। ਆਹੀ ਗੱਲ ਆ ਨਾ। ਇਹ ਦੇਖੋ ਟਰਾਲੀ 'ਚ ਸੋਫੇ ਲਵਾਉਣ, ਉਹ ਬਾਬਾ ਜੀ ਟਰੈਕਟਰ ਤੇ ਕੋਈ ਨਾ ਬਵੇ। ਮੇਰੀ ਬੇਨਤੀ ਸੁਣੋ, ਜਦੋਂ ਮੇਲੇ ਜਾਈਦਾ 2 ਬੰਦੇ ਮੂਹਰੇ ਵੀ ਬੈਠੇ ਹੁੰਦੇ ਨਾ ਦੱਸਣ ਨੂੰ, ਐ ਨੂੰ ਮੋੜਦੇ ਹਾਂ ਬਾ ਉੱਥੇ ਬਿਠਾ ਲੈਣੇ ਦੋਨੇ ਬੰਦੇ, ਕਿਉਂਕਿ ਮਾਝੇ ਦੇ ਹੈਗੇ ਆ ਦੋਨੇ ਜਣੇ, ਨਾਲੇ ਗੱਲਾਂ ਬਾਤਾਂ ਕਰਦੇ ਜਾਣੇ ਤੁਹਾਡੇ ਹਲਕੇ ਦਾ ਕਿੱਦਾਂ। ਨਹੀਂ ਇਹ ਵੀ ਗੱਲ ਹੋ ਸਕਦੀ ਹੈ, ਪਰ ਇੰਨਾ ਜ਼ਰੂਰ ਹੈ ਵੀ ਇਹ ਜਿਸ ਹਿਸਾਬ ਨਾਲ ਹੁਣ ਦੁਬਾਰਾ ਕਾਂਗਰਸ ਪਾਰਟੀ ਆ ਰਹੀ ਹੈ, ਵੀ ਆਪਾਂ ਹੁਣ ਕੋਸ਼ਿਸ਼ ਕਰਨੀ ਆ, ਇਹ ਨਾ ਹੋਵੇ ਕਿ ਵੀ ਮਤਲਬ ਪਿਛਲੀ ਵਾਰ ਵਾਲੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਦੇਣ ਦੀ ਵੀ ਸਿਰਫ ਇਹ ਕਹਿਣ ਵੀ ਉਹ ਤਾਂ ਜੀ ਕੈਪਟਨ ਸਾਹਿਬ ਨੇ ਕਿਹਾ ਸੀ, ਕਿਉਂਕਿ ਲੋਕਾਂ ਮੰਨਣਾ ਨਹੀਂ, ਕਿਉਂਕਿ ਸਰਕਾਰ ਤੇ ਪਾਰਟੀ ਦੀ ਹੈ ਨਾ, ਆਫਟਰ ਆਲ ਜਵਾਬ ਤੇ ਅਗਲੇ ਨੇ 5 ਸਾਲ ਦਾ ਲੈਣਾ, ਕੋਈ ਨਾ ਕੋਈ ਪਿਛਲਾ ਹਿਸਾਬ ਕਿਤਾਬ ਨਿਬੇੜ ਕੇ ਵਹੀ ਖਾਤਾ ਜਾਂ ਬਰਾਬਰ ਜਾਂ ਕਰਕੇ ਆਉਣਗੇ, ਫਿਰ ਫਾਇਦਾ। ਸੰਧਾਲੀਆ ਸਾਹਿਬ ਕਈ ਵਾਰੀ ਨਾ ਕੋਈ ਬੰਦਾ ਤੁਹਾਡੇ ਵਰਗਾ ਪੰਚਾਇਤੀ ਲੈ ਜਾਂਦੇ ਹੁੰਦੇ ਆ, ਅੱਛਾ ਉਹਦਾ ਕੰਮ ਹੁੰਦਾ ਵੀ ਮੇਰਾ ਹਿੱਸਾ ਰੱਖ ਲਓ ਬਾਕੀ ਠੀਕ ਬਾਕੀ ਠੀਕ ਆ। ਇੱਥੇ ਤੇ ਕੰਮ ਉਹ ਤੋਂ ਵੀ ਉਲਟ ਹੋ ਗਿਆ, ਕਿਸੇ ਦੇ ਘਰ ਦੇ ਵਿੱਚ ਝਗੜਾ ਪਿਆ ਸੀ ਤਾਂ ਪੰਚਾਇਤੀ ਲੈ ਗਿਆ ਉੱਥੇ ਵੱਡਾ ਬੰਦਾ, ਉਹ ਅਜੇ ਜਾ ਕੇ ਉਹ ਥਾੜਿਆਂ ਨੂੰ ਮੁੱਛਾਂ ਸਵਾਰ ਕੇ ਉੱਥੇ ਚੌੜਾ ਜਿਹਾ ਹੋ ਕੇ ਬਹਿਣ ਹੀ ਲੱਗਾ ਕਿ ਫੈਸਲਾ ਕਰਾਉਣਾ ਹੀ। ਮੂਹਰੇ ਉਹਨੇ ਆਪਦੇ ਦੇਖਿਆ ਪਹਿਲਾਂ ਰੋਜ਼ ਆਵਾਜ਼ਾਂ ਸੁਣਦੀਆਂ ਹੁੰਦੀਆਂ ਲੜਾਈ ਦੀਆਂ। ਹਰੀਸ਼ ਰਾਵਤ ਸਾਹਿਬ ਥੋੜ੍ਹੇ ਹਫ਼ਤੇ ਪਹਿਲਾਂ ਤੱਕ ਪੰਜਾਬ ਕਾਂਗਰਸ ਦੇ ਇੰਚਾਰਜ ਹੁੰਦੇ ਸੀ, ਤੇ ਡਿਊਟੀ ਕੀ ਸੀ ਕਿ ਤੁਸੀਂ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੇ ਵਿਚਾਲੇ ਸੁਲ੍ਹਾ ਕਰਾਉਣੀ ਹੈ, ਸਾਰਿਆਂ ਨੂੰ ਇਕੱਠੇ ਰੱਖਣਾ ਹੈ, ਉੱਪਰੋਂ ਚੋਣਾਂ ਆ ਰਹੀਆਂ। ਇੱਧਰੋਂ ਕੈਪਟਨ ਸਾਹਿਬ ਪਾਰਟੀ 'ਚੋਂ ਚਲ ਗਏ, ਉੱਧਰ ਰਾਵਤ ਸਾਹਿਬ ਕਹਿੰਦੇ ਮੈਨੂੰ ਹੁਣ ਉੱਤਰਾਖੰਡ ਜਾ ਲੈਣ ਦਿਓ, ਮੈਂ ਉੱਥੇ ਜਾ ਕੇ ਇਲੈਕਸ਼ਨ ਦੇਖਣੀ, ਮੁੱਖ ਮੰਤਰੀ ਰਿਹਾ। ਉਹਨਾਂ ਨੂੰ ਆਸ ਸੀ ਕਿ ਐਤਕੀ ਫਿਰ ਮੈਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਕੇ ਪੇਸ਼ ਕਰੂ, ਚੋਣਾਂ ਸਿਰ 'ਤੇ ਨੇ। ਕਾਂਗਰਸ ਪਾਰਟੀ ਵਾਲੇ ਕੂੰਦੇ ਹੀ ਨਹੀਂ, ਜਿੱਦਾਂ ਪੰਜਾਬ 'ਚ ਇੰਚਾਰਜ ਬਾਹਰੋਂ ਲੱਗੇ ਆ, ਉੱਤਰਾਖੰਡ 'ਚ ਵੀ ਲਾਤੇ। ਤੇ ਰਾਵਤ ਸਾਹਿਬ ਨੇ 2 ਟਵੀਟ ਕੀਤੇ, ਉਹ ਕਹਿੰਦੇ ਦੇਖੋ ਲੜਾਈ ਸਿਆਸੀ ਆ, ਵਿਰੋਧੀਆਂ ਨਾਲ ਲੜਨਾ ਹੈ, ਸੰਗਠਨ ਨੇ ਸਾਥ ਦੇਣਾ ਹੁੰਦਾ, ਸੰਗਠਨ ਤਾਂ ਮੇਰੀਆਂ ਲੱਤਾਂ ਖਿੱਚਦਾ। ਕਦੇ ਕਦੇ ਐਂ ਲੱਗਦਾ ਕਿ ਹੁਣ ਆਰਾਮ ਕਰਨ ਦਾ ਸਮਾਂ ਆ ਗਿਆ, ਘਰੇ ਬਹਿ ਜਾ। ਤੇ ਕੈਪਟਨ ਸਾਹਿਬ ਪਤਾ ਕਹਿੰਦੇ, ਉਹ ਤੁਸੀਂ ਦੱਸੋ। ਨਹੀਂ ਘਰੇ ਨਹੀਂ ਬਹਿਣਾ, ਉਹਨਾਂ ਨੇ ਕਿਹਾ ਨਾਲ ਉਹਨਾਂ ਹਲਕੀ ਜਿਹੀ ਲਾਈਨ ਨਾਲ ਦੇ ਘਰੇ ਉਹ ਕਹਿੰਦੇ 2022 ਨਵੇਂ ਸਾਲ 'ਚ ਕੁਝ ਨਵੇਂ ਰਾਹ ਵੀ ਚੁਣੇ ਜਾ ਸਕਦੇ। ਇਹ ਹਲਕਾ ਜਿਹਾ ਇਸ਼ਾਰਾ ਸੀਗਾ ਵੀ ਮਤਲਬ ਜੇ ਤਾਂ ਤੁਸੀਂ ਠੀਕ ਹੈ, ਨਹੀਂ ਤੇ ਫਿਰ ਇਹਦੇ ਨਾਲ 2 ਫਾਇਦੇ ਹੋਏ ਨਾ, ਆਪਣੀ ਪਾਰਟੀ ਵਾਲਿਆਂ ਨੂੰ ਥੋੜੇ ਜਿਹੇ ਕੰਨ ਹੋ ਗਏ ਵੀ ਵੀਰ ਮੈਂ ਚੱਲਿਆ ਜੀ, ਤੇ ਅਗਲੇ ਵਾਲਿਆਂ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਵੀ ਕਿਵੇਂ ਹੁੰਦਾ ਨਾ ਵੀ ਰਾਹ ਗਲੀ ਪੁੱਛਿਆ ਕਹਿੰਦਾ ਯਾਰ ਕੱਟਾ, ਕਹਿੰਦੇ ਕੱਟਾ ਵਿਕਾਊ ਆ, ਕਿਤੇ ਮਾਰਿਓ ਕਿਹੜਾ, ਉਹ ਕੰਮ ਹੋ ਜਾਂਦਾ, ਕਿਤੇ ਆਂਢੀ ਗੁਆਂਢੀ ਨੂੰ ਪਤਾ ਲੱਗ ਜਾਂਦਾ। ਤੇ ਕੈਪਟਨ ਸਾਹਿਬ ਨਾਲ ਤੇ ਇਹ ਕਿਹਾ, ਉਹ ਕਹਿੰਦੇ ਵੀ ਠੀਕ ਹੈ, ਉਦੋਂ ਸਾਡੇ ਘਰ ਲੱਗੀ ਸੀ, ਉਦੋਂ ਤੁਹਾਨੂੰ ਵਧੀਆ ਲੱਗਦੀ, ਹੁਣ ਆਪ ਨੂੰ ਸੇਕ ਲੱਗਾ, ਹੁਣ ਪਤਾ ਲੱਗਾ। ਨਹੀਂ ਵੈਸੇ ਰਾਹੁਲ ਗਾਂਧੀ ਹੋਰੀ ਚਿੰਤਤ ਹੋਣੇ, ਕਿਉਂਕਿ ਰਾਵਤ ਸਾਹਿਬ ਨੇ ਬਿਲਕੁਲ ਉਸ ਬੀਬੀਆਂ ਨੂੰ ਕੀਤਾ, ਨਾਲ ਨਾਲ ਰੇਹੜੀਆਂ ਲੱਗੀਆਂ ਹੁੰਦੀਆਂ ਸਬਜ਼ੀ ਵਾਲੀਆਂ, ਇੱਧਰੋਂ ਗੋਭੀ ਪਾਈ ਕਿੰਨੇ ਦੀ 18 ਦੀ, ਉੱਧਰ ਜ਼ਿਆਦਾ ਵਧੀਆ ਲੱਗਦੀ, ਉਹ ਚੱਲ ਬੀਬੀ 15 ਦੇ। ਅਜੇ ਦੀ ਡੇਟ ਦੇ ਹਿਸਾਬ ਨਾਲ ਬੀਬੀ ਉਸੇ ਰੇੜੀ ਤੇ ਹੈ, ਗੋਭੀ ਉਹਦੇ ਹੱਥ 'ਚ ਹੈ, ਹੌ ਮੱਚ ਵੇ ਵੀਰਾ ਵਨ ਗੋਭੀ ਦਾ ਫੁੱਲ ਪੁੱਛਦੀ ਪਈ ਹੈ। ਇਹ ਹੁਣ ਉਹਦੇ ਤੇ ਹੈ ਵੀ ਉਹ 15 ਦੀ ਲਾਉਂਦਾ
ਜਾਂ ਫਿਰ ਗੋਭੀ ਅਗਲੀ ਰੇੜੀ ਤੋਂ ਲੈਣੀ ਹੈ। ਇਹ ਗੱਲ ਬਿਲਕੁਲ ਤੁਹਾਡੀ ਕਿਉਂਕਿ ਅਗਲੀ ਰੇੜੀ ਵਾਲੇ ਨੇ ਨਾਲ ਹੀ ਪਾਣੀ ਜਿਹਾ ਤਰਾਉ ਕੇ ਨਾ ਹਾਂ 14 ਦੀ ਨਾਲ ਹੀ ਕਰਨਾ ਆਪਣਾ 14 ਦੀ। ਆ ਦੇਖੋ ਫੁੱਲ ਕਿੰਨਾ ਵਧੀਆ ਹੈ, ਫੁੱਲ ਕਿੰਨਾ ਡੰਡਲ ਜਿਹਾ ਤੋੜ ਕੇ ਦੇਾਂਗੇ ਨਾਲ ਇਹ ਹੋ ਸਕਦਾ। ਬਾਕੀ ਇਹ ਤਾਂ ਮੇਰੇ ਖਿਆਲ ਨਾਲ ਹੁਣ ਐਤਕੀ ਪੰਜਾਬ ਦੇ ਵਿੱਚ ਜਿਸ ਹਿਸਾਬ ਨਾਲ ਰੌਣਕ ਮੇਲਾ ਚੱਲ ਪਿਆ, ਲੀਡਰ ਬੜੇ ਖੁਸ਼, ਉਹ ਕਹਿੰਦੇ ਨਜ਼ਾਰਾ ਆ ਜਾਣਾ ਐਤਕੀ ਇਲੈਕਸ਼ਨਾਂ ਦਾ, ਭਾਵੇਂ ਆਪ ਲੜ ਲਓ ਇਲੈਕਸ਼ਨ, ਭਾਵੇਂ ਕਾਕਾ ਜੀ ਨੂੰ ਲੜਾ ਲਓ, ਭਾਵੇਂ ਜੇ ਕੋਈ ਕੁੜਮ ਨਾਰਾਜ਼ ਹੁੰਦਾ ਤੇ ਉਹਨੂੰ ਵੀ ਟਿਕਟ ਦਵਾ ਲਓ। ਇੰਨੀਆਂ ਟਿਕਟਾਂ ਐਤਕੀ ਪੰਜਾਬ 'ਚ। ਨਹੀਂ ਇੱਦਾਂ ਹੀ ਆ ਸੰਧਾਲੀਆ ਸਾਹਿਬ, ਮਿੰਟ ਦੋ ਨੇ ਤਾਂ ਦੋ ਗੱਲਾਂ ਕਰ ਲਈਏ। ਇੱਕ ਤਾਂ ਕੈਬਨਿਟ ਦੀ ਮੀਟਿੰਗ ਹੈ ਪੰਜਾਬ ਕੈਬਨਿਟ ਦੀ, ਅਸੀਂ ਉਮੀਦ ਕਰਦੇ ਹਾਂ ਕਿ ਇਹ ਕੈਬਨਿਟ ਦੀ ਮੀਟਿੰਗ ਵੋਟਾਂ ਲਈ ਘੱਟ ਤੇ ਟੈਂਕੀਆਂ ਤੋਂ ਥੱਲੇ ਲਾਉਣ ਲਈ ਵੱਧ ਹੋਏਗੀ। ਇਹ ਕੈਬਨਿਟ ਦੀ ਮੀਟਿੰਗ ਕੱਚਿਆਂ ਨੂੰ ਪੱਕੇ ਕਰਨ ਵਾਲੀ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੀ ਵੱਧ ਹੋਊਗੀ। ਮਸਲੇ ਹੱਲ ਕਰ ਦਿਓ ਭਾਈ, ਘਰ ਘਰ ਹੀ ਗੱਲ ਚੱਲੇ ਮੁੜ ਕੇ। ਦੂਸਰੀ ਗੱਲ, ਅੱਜ ਕੱਲ੍ਹ ਨਾ ਇੱਕ ਹੋਰ ਚਰਚਾ ਬਹੁਤ ਚੱਲਦੀ ਹੈ, ਕਈ ਸੱਜਣਾਂ ਦੇ ਸੁਨੇਹੇ ਆਏ ਕਿ ਸਾਡੀ ਫੇਸਬੁੱਕ ਤੋਂ, ਕਿਉਂਕਿ ਅਸੀਂ ਬਹੁਤੇ ਲੋਕ ਲੂਕ ਤਾਂ ਲਾਉਂਦੇ ਨਹੀਂ, ਸਾਡੀ ਤਸਵੀਰਾਂ ਜਾਂ ਇਨਫੋਰਮੇਸ਼ਨ ਲੈ ਕੇ ਕਿਸੇ ਨੇ ਉੱਦਾਂ ਦਾ ਹੀ ਕੋਈ ਪੇਜ ਬਣਾ ਕੇ, ਅਕਾਊਂਟ ਬਣਾ ਕੇ ਤੇ ਸਾਡੇ ਹੀ ਨੀਡਲਿਆਂ ਤੋਂ ਰਿਕੁਐਸਟਾਂ ਭੇਜ ਕੇ ਉਹਨਾਂ ਨਾਲ ਕੰਟੈਕਟ ਬਣਾ ਕੇ ਪੈਸੇ ਮੰਗਣੇ ਸ਼ੁਰੂ ਕਰਤੇ ਕਿ ਭਾਈ ਮੈਨੂੰ ਬਹੁਤ ਲੋੜ ਹੈ। ਹੁਣ ਉਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਬਚ ਕੇ ਰਹਿਣ ਦੀ ਲੋੜ ਹੈ। ਇੱਥੇ ਵੀ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਫਰਾਡ ਹੁੰਦੇ ਆ, ਉਹੀ ਕਾਲਾਂ ਆਈ ਜਾਂਦੀਆਂ ਜੀ ਅਸੀਂ ਇਸ ਏਜੰਸੀ ਤੋਂ ਬੋਲਦੇ ਆ, ਆਪਣਾ ਨੰਬਰ ਦੱਸੋ ਜੀ, ਆਹ ਦੱਸੋ, ਤੇ ਮੁੜ ਕੇ ਖਾਤੇ ਖਾਲੀ ਹੁੰਦੇ ਆ। ਇਸ ਕਰਕੇ ਜਦੋਂ ਵੀ ਕੋਈ ਇਦਾਂ ਦੀ ਗੱਲ ਹੋਵੇ, 1 2 3 ਜਗ੍ਹਾ ਤੋਂ ਕਲੀਅਰ ਕਰ ਲਓ, ਪੈਨਿਕ ਨਹੀਂ ਹੋਣਾ, ਦੁਬਿਧਾ ਦੇ ਵਿੱਚ ਨਹੀਂ ਪੈਣਾ, ਨਹੀਂ ਤਾਂ ਨੁਕਸਾਨ ਵੱਡੇ ਨੇ, ਮੁੜ ਕੇ ਬੰਦਾ ਫਿਰ ਅੱਖਾਂ 'ਚ ਘਸੁੰਨ ਦੇ ਰਹੁੰਦਾ। ਨਹੀਂ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਇਹ IT ਵਾਲੇ ਫਰਾਡ ਜਿਹੜੇ ਆ ਨਾ, ਇਹ ਹੁੰਦੇ ਵੀ ਅਜੀਬੋ ਗਏ। ਥੋੜ੍ਹੇ ਦਿਨ ਪਹਿਲਾਂ ਜੀ ਮੇਰੇ ਨਾਲ ਹੋ ਹੀ ਚੱਲਿਆ ਸੀ, ਬਚ ਗਿਆ। ਦੇਖੋ ਫਰਾਡ ਕਿਹਨ ਹੁੰਦੇ, ਇੱਕ ਵਾਰੀ ਬੀਬੀ ਪ੍ਰਨੀਤ ਕੌਰ ਨਾਲ ਹੋ ਚੱਲਾ ਸੀ, ਫਰਾਡ ਵੀ ਲੀਡਰਾਂ ਹੁੰਦੇ, ਸਾਡੇ ਵਰਗੇ ਕੀ ਲੈਣਾ ਨੰਗਾ ਤੋਂ ਉਹਨਾਂ ਨੇ। ਐਵੇਂ ਕਹਿਣ ਦੀ ਗੱਲ ਦੱਸੋ, ਉਹਨੂੰ ਕੀ ਪਤਾ ਕੌਣ ਆ ਕੌਣ ਨਹੀਂ। ਉਹਨੇ ਕੀਤਾ ਆਪਣੇ ਲੋ, ਮੈਂ ਕਿਹਾ ਵੀਰ ਜੀ ਹੈਲੋ ਕਿਹੜਾ ਬੋਲਦੀ ਹੈ, ਉਦੋਂ ਬਾਅਦ ਮੈਨੂੰ ਪਤਾ ਲੱਗ ਗਿਆ। ਦੇਖੋ ਤੁਸੀਂ ਲੀਡਰ ਬੰਦੇ ਹੋ, ਨਹੀਂ ਹੁਣ ਆਪਾਂ ਚੱਲੀਏ। ਨਹੀਂ ਜਾਣਾ ਨਹੀਂ, ਅਜੇ ਟਾਈਮ ਹੈਗਾ। ਇਹ ਟਾਈਮ ਇਸ ਕਰਕੇ ਹੈਗਾ ਕਿ ਸੁਖਪਾਲ ਖਹਿਰਾ ਸਾਹਿਬ ਦੇ ਹਾਂ ਖਹਿਰਾ ਸਾਹਿਬ ਦੀ ਗੱਲ ਕਰਨੀ ਭੁੱਲ ਜੀ ਦੀ 18 ਤੱਕ ਜ਼ਮਾਨਤ ਨਹੀਂ ਮਿਲਣੀ ਉਹਨਾਂ ਨੂੰ। 18 ਜਨਵਰੀ ਨੂੰ ਅਗਲੀ ਸੁਣਵਾਈ ਹੈ। ਇਹ ਸੁਣਵਾਈ ਹੈ, ਪਰ ਉਹ ਅਰਜੀ ਤਾਂ ਪਹਿਲਾਂ ਲਾ ਹੀ ਸਕਦੇ ਹੋ। ਲਾ ਸਕਦੇ ਨਹੀਂ, ਲਾ ਸਕਦੇ ਆ, ਕਿਉਂਕਿ 18 ਤੱਕ ਲੇਟ ਹੋ ਜੂ। ਉਦੋਂ ਤੱਕ ਉਮੀਦ ਹੈ ਕਿ ਪ੍ਰੋਗਰਾਮ ਵੀ ਇਲੈਕਸ਼ਨ ਦਾ ਕਲੀਅਰ ਹੋ ਜੂਗਾ, ਕਿ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਆ, ਸਾਰਾ ਕੁਝ ਹੋਣਾ। ਵੈਸੇ ਬੇਟਾ ਉਹਨਾਂ ਦਾ ਲੱਗਾ ਹੈ ਸਰਗਰਮੀ ਕਰਨ, ਦੇਖਦੇ ਕੀ ਹੁੰਦਾ। ਉਹ ਇਹ ਤਾਂ ਗੱਲ ਹੈਗੀ ਆ, ਪਰ ਕੁੱਲ ਮਿਲਾ ਕੇ ਇਹਦੇ ਤੋਂ ਨਾ ਕੁਝ ਲੋਕ ਇਸ ਕੇਸ ਨੂੰ ਦੂਸਰੇ ਪਾਸੇ ਵੀ ਜੋੜ ਰਹੇ ਨੇ ਵੀ ਇੱਕ ਵਾਰ ਬੰਦਾ ਜਦੋਂ ਇੱਦਾਂ ਅੰਦਰ ਚਲੇ ਜੇ, ਫਿਰ ਕਈ ਵਾਰਾਂ ਜ਼ਮਾਨਤਾਂ ਨਹੀਂ ਵੀ ਮਿਲਦੀਆਂ ਹੁੰਦੀਆਂ। ਕਿਉਂਕਿ ਮੌਜੂਦਾ ਜਿਹੜਾ ਇਸ ਵਕਤ ਪੰਜਾਬ ਦੇ ਵਿੱਚ ਇੱਕ ਹੋਰ ਰੌਲਾ ਉਸ ਕੇਸ ਦਾ ਕਰਕੇ ਵੀ ਕਹਿ ਰਿਹਾ ਵੀ ਸ਼ਾਇਦ ਜੇ ਕਿਤੇ ਇੱਦਾਂ ਹੋ ਗਿਆ ਤੇ ਫਿਰ ਕੀ ਹੋਊਗਾ, ਕੀ ਹੋਊਗਾ। ਬਾਕੀ ਦੇਖਦੇ ਹਾਂ ਜੀ ਕੱਲ੍ਹ। ਚਲੀਏ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।